जीसस खुदाबंद ਯਿਸੂ ਦੇ ਜ਼ਿੰਦਾ ਨਾਮ 'ਚ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ। ਖੁਦਾਬੰਦ ਇਸ ਬਹੁਤ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀਆਂ 'ਚ ਤੁਸੀਂ ਬਖਸ਼ ਦਿੱਤਾ ਹੈ ਮੇਰੇ ਪ੍ਰਭੂ, ਸਾਨੂੰ ਸੰਭਾਲ ਕੇ ਰੱਖਿਆ, ਸਾਨੂੰ ਜ਼ਿੰਦਾ ਰੱਖਿਆ। ਅਸੀਂ ਤਹਿ ਦਿਲ ਤੋਂ ਤੁਹਾਡਾ ਸ਼ੁਕਰ ਅਦਾ ਕਰਦੇ ਹਾਂ ਮੇਰੇ ਪ੍ਰਭੂ ਜੀ। ਔਰ ਖੁਦਾਬੰਦ ਵੰਡਰ ਟੀਵੀ ਦੇ ਲਈ ਅਸੀਂ ਆਸ਼ੀਸ਼ ਔਰ ਬਰਕਤ ਦੀ ਮੰਗ ਕਰਦੇ ਹਾਂ ਮੇਰੇ ਪ੍ਰਭੂ ਜੀ। ਯਿਸੂ ਨਾਸਰੀ ਦੇ ਜ਼ਿੰਦਾ ਨਾਮ 'ਚ ਤੁਹਾਡਾ ਸਵਾਗਤ ਕਰਦੇ ਹਾਂ ਮੇਰੇ ਪਰਮੇਸ਼ਵਰ ਪਿਤਾ। ਤੁਸੀਂ ਆਓ ਸਾਡੇ ਵਿਚਕਾਰ ਔਰ ਸਾਨੂੰ ਬਰਕਤਾਂ ਔਰ ਆਸ਼ੀਸ਼ਾਂ ਦੇ ਨਾਲ ਨਵਾਜ਼ ਦਿਓ ਮੇਰੇ ਪ੍ਰਭੂ ਜੀ। ਜਿਨੇ ਲੋਕ ਅੱਜ ਦੇ ਕਲਾਮ ਨੂੰ ਸੁਣਨ, ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕਰਨ ਮੇਰੇ ਪ੍ਰਭੂ ਜੀ। ਸਾਡੀ ਦਿਲੋਂ ਇਹ ਦੁਆ ਆ ਮੇਰੇ ਪ੍ਰਭੂ ਜੀ। ਔਰ ਖੁਦਾਵੰਦ ਅੱਜ ਦਾ ਕਲਾਮ ਤੁਹਾਡੇ ਪਾਕ ਰੂਹ ਦੇ ਦੁਆਰਾ ਮੇਰੇ ਪ੍ਰਭੂ ਜੀ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਖੁਦਾਵੰਦ ਵਚਨ ਦਾ ਬੀਜ ਡਿੱਗੇ ਤੇ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ ਜੀ। ਅੱਜ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਕਾਰਗਰ ਸਾਬਿਤ ਹੋਵੇ ਮੇਰੇ ਪ੍ਰਭੂ ਜੀ। ਦਿਲ ਤੋਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਔਰ ਖੁਦਾ ਬਾਪ, ਜਿਨੇ ਲੋਕ ਤੁਹਾਨੂੰ ਪਿਆਰ ਕਰਨ ਵਾਲੇ ਲੋਕ, ਵਚਨ ਦੀ ਪਿਆਸ ਰੱਖਣ ਵਾਲੇ ਲੋਕ ਅੱਜ ਦੇ ਕਲਾਮ ਨੂੰ ਸੁਣਨ, ਆਸ਼ੀਸ਼ ਬਰਕਤ ਪ੍ਰਾਪਤ ਕਰਨ ਮੇਰੇ ਪ੍ਰਭੂ ਜੀ। ਸਾਡੀ ਦਿਲੋਂ ਇਹ ਦੁਆ ਆ ਮੇਰੇ ਪ੍ਰਭੂ ਜੀ। ਔਰ ਇਸ ਸਮੇਂ ਦੇ ਵਿੱਚ ਖੁਦਾਬੰਦ ਜਿਹਦੇ ਵਿੱਚੋਂ ਅਸੀਂ ਸਭ ਲੰਘ ਰਹੇ ਹਾਂ ਮੇਰੇ ਪ੍ਰਭੂ, ਔਰ ਤੁਸੀਂ ਸਾਨੂੰ ਖੁਦਾਬੰਦ ਸੰਭਾਲ ਕੇ ਰੱਖਿਆ, ਦਿਲ ਤੋਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਔਰ ਪ੍ਰਾਰਥਨਾ ਇਹੋ ਹੀ ਹੈ ਸਾਡੀ ਦਿਲੋਂ ਕਿ ਖੁਦਾਬੰਦ ਜਿਨੇ ਲੋਕ ਬਿਮਾਰ ਨੇ ਉਹ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਸੀਲੇ ਦੇ ਨਾਲ ਹੀਲ ਕੀਤੇ ਜਾਣ ਮੇਰੇ ਪ੍ਰਭੂ। ਕਿਉਂਕਿ ਬਾਈਬਲ ਕਹਿੰਦਾ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ, ਮੰਦਗੀਆਂ, ਰੋਗਾਂ, ਬਿਮਾਰੀਆਂ ਤੋਂ ਛੂ ਕੇ ਚੰਗਾ ਕਰਦਾ। ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਮੇਰੇ ਖੁਦਾ ਬਾਪ ਜੀ। ਔਰ ਮੇਰੇ ਪ੍ਰਭੂ ਜਿੰਨੇ ਪਰੇਸ਼ਾਨ ਆ, ਡਿਪਰੈਸ਼ਨ ਦੇ ਵਿੱਚ ਆ, ਖੁਦਾਬੰਦ ਨਸ਼ੇ ਦੇ ਵਿੱਚ ਆ, ਸੰਸਾਰਕ ਚੱਕਰ ਝਮੇਲਿਆਂ ਦੇ ਵਿੱਚ ਫਸੇ ਹੋਏ ਨੇ, ਯਿਸੂ ਦੇ ਜ਼ਿੰਦਾ ਨਾਮ 'ਚ ਉਹਨਾਂ ਦੀ ਜ਼ਿੰਦਗੀਆਂ ਦੇ ਉੱਪਰ ਤੁਹਾਡੀ ਖੁਦਾਬੰਦ ਖਾਸ ਨਜ਼ਰ ਚਾਹੁੰਦਾ ਮੇਰੇ ਪ੍ਰਭੂ ਜੀ। ਔਰ ਮੈਂ ਚਾਹੁੰਦਾ ਹਾਂ ਵੱਡਾ ਬਦਲਾਵ ਉਹਨਾਂ ਜ਼ਿੰਦਗੀਆਂ ਦੇ ਵਿੱਚ ਆਵੇ, ਵੱਡੀ ਤਬਦੀਲੀ ਉਹਨਾਂ ਜ਼ਿੰਦਗੀਆਂ ਦੇ ਵਿੱਚ ਆਵੇ ਖੁਦਾਬੰਦ। ਔਰ ਮੇਰੇ ਪ੍ਰਭੂ ਉਹ ਤੁਹਾਨੂੰ ਆਪਣਾ ਉद्धार ਕਰਤਾ ਸਵੀਕਾਰ ਕਰਨ ਮੇਰੇ ਪ੍ਰਭੂ ਜੀ। ਔਰ ਮੇਰੇ ਪਰਮੇਸ਼ਵਰ ਉਹ ਆਪਣੇ ਟੇਢੇ ਮੇਢੇ ਰਾਹਾਂ ਨੂੰ ਸਿੱਧਾ ਕਰਨ, ਉਹ ਮੁੜਨ ਆਪਣੇ ਪਾਪ ਤੋਂ, ਆਪਣੀ ਬੁਰਾਈ ਤੋਂ, ਆਪਣੇ ਗਲਤ ਕੰਮਾਂ ਤੋਂ ਖੁਦਾਵੰਦ, ਉਹ ਮੁੜਨ ਤੇ ਤੌਬਾ ਕਰਨ ਤਾਂ ਜੋ ਸਵਰਗ ਤੋਂ, ਅਸਮਾਨ ਤੋਂ ਮੇਰੇ ਪ੍ਰਭੂ ਸੁੱਖ ਦੇ ਦਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਜਾਣ ਮੇਰੇ ਪ੍ਰਭੂ। ਸਾਡੀ ਦਿਲੋਂ ਇਹ ਦੁਆ ਆ ਮੇਰੇ ਪ੍ਰਭੂ ਜੀ। ਯਿਸੂ ਨਾਸਰੀ ਦੇ ਜ਼ਿੰਦਾ ਨਾਮ 'ਚ ਅਸੀਂ ਧੰਨਵਾਦ ਕਰਦੇ ਹਾਂ। ਥੈਂਕ ਯੂ ਫਾਦਰ, ਲਾਰਡ ਜੀਸਸ ਕ੍ਰਾਈਸਟ। ਪਵਿੱਤਰ ਔਰ ਧਰਮੀ ਮੇਰੇ ਪਰਮੇਸ਼ਵਰ ਖੁਦਾਵੰਦ ਯਿਸੂ ਦੇ ਜ਼ਿੰਦਾ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ, ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਵਚਨ ਸੁਣਨ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਵਚਨ ਸੁਣਨ ਦੇ ਕਾਬਿਲ ਬਣਾ ਲਈਏ, ਯੋਗ ਬਣਾ ਲਈਏ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਕਲਾਮ ਦੇ ਲਈ ਦੁਆ ਮੰਗੀਏ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਬਾਪ ਜੀ। ਇਸ ਮੁਬਾਰਕ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਜੀ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਹੁਣ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ, ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ ਮੇਰੇ ਪ੍ਰਭੂ, ਤਾਂ ਜੋ ਮਕਸਦ ਪੂਰਾ ਹੋ ਜਾਵੇ ਪ੍ਰਭੂ। ਅੱਜ ਦਾ ਵਚਨ ਸਾਡੀ ਜ਼ਿੰਦਗੀਆਂ 'ਚ 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ। ਕਮੀਆਂ ਤੋਂ ਜਾਣੂ ਕਰਵਾਇਆ ਜਾਵੇ ਔਰ ਅੱਜ ਦੇ ਵਚਨ ਦੇ ਨਾਲ ਖੁਦਾਵੰਦ ਅਸੀਂ ਆਪਣੀ ਕਮੀਆਂ ਨੂੰ ਦੂਰ ਕਰ ਲਈਏ ਖੁਦਾਵੰਦ ਜੀ। ਔਰ ਤੁਹਾਡੇ ਹਜ਼ੂਰ ਸੁੱਖ ਦੇ ਦਿਨ ਸਾਡੀ ਜ਼ਿੰਦਗੀ 'ਚ ਆ ਜਾਣ, ਪਾਪ ਰਹਿਤ ਜੀਵਨ ਹੋ ਜਾਏ ਖੁਦਾਵੰਦ। ਔਰ ਗਾਲਾਂ ਕੱਢਣ ਵਾਲੇ ਗਾਲਾਂ ਕੱਢਣ ਤੋਂ ਆਜ਼ਾਦ ਹੋਣ ਮੇਰੇ ਪ੍ਰਭੂ ਜੀ, ਕਿਉਂਕਿ ਬਾਈਬਲ ਕਹਿੰਦਾ ਤੁਸੀਂ ਸਾਨੂੰ ਆਜ਼ਾਦ ਕਰ ਦਿੱਤਾ ਹੈ ਮੇਰੇ ਪ੍ਰਭੂ। ਔਰ ਮੇਰੇ ਪਰਮੇਸ਼ਵਰ ਸਾਡੀ ਪ੍ਰਾਰਥਨਾ ਦੇ ਵਿੱਚ ਵਾਧਾ ਕਰੋ, ਸਾਡੀ ਬਾਈਬਲ ਰੀਡਿੰਗ ਦੇ ਵਿੱਚ ਵਾਧਾ ਕਰੋ ਖੁਦਾਵੰਦ। ਅਸੀਂ ਤੁਹਾਡੇ ਨਾਲ ਸਮੇਂ ਬਿਤਾਈਏ ਖੁਦਾਵੰਦ, ਉਸ ਸਮੇਂ ਦੇ ਵਿੱਚ ਵਾਧਾ ਕਰੋ ਮੇਰੇ ਖੁਦਾਵੰਦ ਜੀ। ਯਿਸੂ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪ੍ਰਭੂ। ਸੁਣਨ ਵਾਲੀਆਂ ਜ਼ਿੰਦਗੀਆਂ 'ਚ ਬਹੁਤ ਵੱਡਾ ਬਦਲਾਵ ਆਵੇ। ਤੁਹਾਡਾ ਪਵਿੱਤਰ ਆਤਮਾ ਖੁਦਾਵੰਦ, ਤੁਹਾਡਾ ਉਹ ਮਸਾ, ਤੁਹਾਡਾ ਉਹ ਅਭਿਸ਼ੇਕ ਜੋ ਬੰਧਨਾਂ ਨੂੰ ਤੋੜਦਾ ਔਰ ਰਿਹਾ ਕਰਦਾ ਮੇਰੇ ਪ੍ਰਭੂ, ਉਹ ਮਸਾ ਇਸ ਜਗ੍ਹਾ ਦੇ ਉੱਪਰ ਆ ਜਾਵੇ ਇਸ ਸਮੇਂ। ਸਾਡੀ ਇਹ ਖੁਦਾਵੰਦ ਦਿਲੋਂ ਦੁਆ ਹੈ ਮੇਰੇ ਪ੍ਰਭੂ ਜੀ। ਹੁਣ ਦਿਓ ਖੁਦਾਵੰਦ ਤੁਹਾਡੇ ਲੋਕ ਵੱਡੀ ਬਰਕਤ ਨੂੰ ਹਾਸਲ ਕਰਨ। ਧੰਨਵਾਦ ਕਰਦੇ ਹਾਂ ਪ੍ਰਾਰਥਨਾ ਨੂੰ ਸੁਣਨ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਤੇ ਪਾ ਲੈਂਦੇ ਹਾਂ, ਆਮੀਨ।
मे गॉड ब्लैस। खुदाबंद तुहानूं सारिਆਂ ਨੂੰ बहुत आशीष और बरकत देवे। खुदाबंद ਦਾ ਧੰਨਵਾਦ ਕਰਦੇ ਹਾਂ ਇਸ बहुत ही आदरयोग ਸਮੇਂ ਦੇ ਲਈ जो खुदाबंद ने ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਕਿ ਅੱਜ ਅਸੀਂ ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ ਕਲਾਮ ਦੇ ਵਿੱਚੋਂ ਕੁਝ ਅਸੀਂ ਗੱਲਾਂ ਸਿੱਖ ਸਕੀਏ, ਸਮਝ ਸਕੀਏ ਔਰ ਉਹਦੇ ਨਾਲ ਆਪਣੀ ਜ਼ਿੰਦਗੀ ਦਾ ਤਾਲਮੇਲ ਕਰ ਸਕੀਏ। खुदाबंद ਦਾ ਧੰਨਵਾਦ ਕਰਦੇ ਹਾਂ ਔਰ ਮੈਂ ਵਿਸ਼ਵਾਸ ਕਰਦਾ ਕਿ खुदाबंद ਦਾ ਪਵਿੱਤਰ ਆਤਮਾ ਜੋ ਦੂਰੀਆਂ ਨੂੰ ਘੱਟ ਕਰਦਾ, ਜੋ ਬੰਧਨਾਂ ਨੂੰ ਤੋੜਦਾ, ਜੋ ਪਰਮੇਸ਼ਵਰ ਦੇ ਨਾਲ ਵਾਰਤਾਲਾਪ ਨੂੰ ਮਜ਼ਬੂਤ ਕਰਦਾ, ਜੋ ਪਰਮੇਸ਼ਵਰ ਦੇ ਨਾਲ ਇਨਸਾਨ ਦੇ ਸੰਬੰਧ ਨੂੰ ਸਟਰੋਂਗ ਕਰਦਾ ਆ, ਉਹ ਪਵਿੱਤਰ ਆਤਮਾ ਤੁਹਾਡੀ ਔਰ ਮੇਰੇ ਵਿਚਕਾਰ ਆ ਚੁੱਕਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿਉਂਕਿ ਬਾਈਬਲ ਇਹੋ ਹੀ ਸਾਬਿਤ ਕਰਦਾ ਕਿ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ ਔਰ ਅਸੀਂ ਵਿਸ਼ਵਾਸ ਦੇ ਨਾਲ ਅੱਗੇ ਵਧਦੇ ਹਾਂ ਔਰ ਕਲਾਮ ਨੂੰ ਅਸੀਂ ਸੁਣਨ ਜਾ ਰਹੇ ਹਾਂ। ਮੈਂ ਚਾਹੁੰਦਾ ਬੜੀ ਅਧੀਨਗੀ ਦੇ ਨਾਲ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ ਔਰ ਅੱਜ ਦਾ ਕਲਾਮ ਸਾਡੀ ਜ਼ਿੰਦਗੀਆਂ ਦੇ ਵਿੱਚ ਫਲਦਾਇਕ ਹੋਵੇ ਔਰ 100 ਦਾ 100 ਗੁਣਾ ਫਲਵੰਤ ਹੋਵੇ। ਸਾਡੀ ਦਿਲੋਂ ਸਾਰਿਆਂ ਦੇ ਲਈ ਇਹ ਦੁਆ ਹੈ। ਧੰਨਵਾਦ ਉਸ ਪਰਮੇਸ਼ਵਰ ਦਾ। ਅੱਜ ਦਾ ਵਚਨ ਦਾ ਟਾਈਟਲ ਹੈ ਜੋ ਵਾਈ ਯੂ ਆਰ ਡਿਲੇ। ਤੁਸੀਂ ਕਿਉਂ ਲੇਟ ਕਰ ਰਹੇ ਹੋ? ਖੁਦਾ ਦਾ ਕੰਮ ਕਰਨ ਦੇ ਲਈ ਕਿਉਂ ਤੁਸੀਂ ਇੰਨਾ ਡਿਲੇ ਕਰਦੇ ਪਏ ਹੋ? ਵਚਨ ਨੂੰ ਪੂਰਾ ਕਰਨ ਦੇ ਲਈ ਕਿਉਂ ਡਿਲੇ ਕਰਦੇ ਪਏ ਆ? ਵਚਨ ਉਹੀ ਕਿਉਂ ਪੂਰੇ ਕਰਦੇ ਪਏ ਆ ਜਿਹੜੇ ਤੁਹਾਨੂੰ ਸੌਖੇ ਲੱਗਦੇ ਆ ਕਿ ਹਾਂ ਆਹ ਵਚਨ ਸੌਖਾ ਆ, ਆਹ ਈਜ਼ੀ ਆ, ਇਹਨੂੰ ਮੈਂ ਕਰ ਸਕਦਾ। ਬਾਈਬਲ ਕਹਿੰਦਾ ਸਾਡੀ ਲੜਾਈ ਇਨਸਾਨ ਦੇ ਨਾਲ ਨਹੀਂ ਹੈ, ਸਾਡੀ ਲੜਾਈ ਸਾਡੇ ਸ਼ਰੀਕੇ ਦੇ ਨਾਲ ਨਹੀਂ ਹੈ, ਸਾਡੀ ਲੜਾਈ ਭੈਣਾਂ ਭਰਾਵਾਂ ਦੇ ਨਾਲ, ਨੌ ਸੱਸ ਦੇ ਨਾਲ ਨਹੀਂ ਹੈ। ਬਾਈਬਲ ਕਹਿੰਦਾ ਸਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਹੈ, ਸਾਡੀ ਲੜਾਈ ਸ਼ੈਤਾਨ ਦੇ ਨਾਲ ਹੈ ਔਰ ਉਹਦੇ ਨਾਲ ਲੜਨਾ ਸਾਡਾ ਇੱਕ ਆਤਮਿਕ ਕਰਤੱਵ ਔਰ ਜਿੱਤਣਾ ਇੱਕ ਆਤਮਿਕ ਕਰਤੱਵ। ਖੁਦਾਵੰਦ ਯਿਸੂ ਦੇ ਜ਼ਿੰਦਾ ਨਾਮ ਦੇ ਵਿੱਚ ਅੱਜ ਪਰਮੇਸ਼ਵਰ ਸਾਨੂੰ ਬਲ ਦੇਵੇ ਔਰ ਅੱਜ ਅਸੀਂ ਉਹ ਲੜਾਈ ਜਿੱਤੀਏ ਜਿਹੜੀ ਲੜਾਈ ਅਸੀਂ ਆਤਮਿਕ ਲੜਾਈ ਲੜਦੇ ਪਏ ਹਾਂ ਸਾਰੇ ਭੈਣ ਭਰਾ। ਅੱਜ ਅਸੀਂ ਉਸ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕਰੀਏ। ਅਸੀਂ ਕਿਉਂ ਇੰਤਜ਼ਾਰ ਦੇ ਵਿੱਚ ਕਿ ਆ ਮੈਨੂੰ ਵਚਨ ਸੌਖਾ ਲੱਗਦਾ ਆ ਤੇ ਉਹਨੂੰ ਅਸੀਂ ਪੂਰਾ ਕਰਦੇ ਪਏ ਹਾਂ ਔਰ ਜਿਹੜਾ ਵਚਨ ਸਾਨੂੰ ਔਖਾ ਲੱਗਦਾ ਸੀ ਉਹ ਵਚਨ ਨੂੰ ਪੂਰਾ ਸਾਡੇ ਕੋਲੋਂ ਕਰ ਨਹੀਂ ਹੁੰਦਾ ਤੇ ਫਿਰ ਸਾਡੀ ਲੜਾਈ ਕਿਸ ਗੱਲ ਦੀ ਹੈ? ਸ਼ੈਤਾਨ ਦਾ ਫਿਰ ਸਾਹਮਣਾ ਕਿੱਦਾਂ ਕਰ ਪਾਵਾਂਗੇ? ਸ਼ੈਤਾਨ ਦੇ ਉੱਪਰ ਅਸੀਂ ਫਤਿਹ ਕਿੱਦਾਂ ਪ੍ਰਾਪਤ ਕਰ ਪਾਵਾਂਗੇ? ਜਿਹੜਾ ਵਚਨ ਤੁਸੀਂ ਈਜ਼ੀਲੀ ਪੂਰਾ ਕਰ ਸਕਦੇ ਉਹਨੂੰ ਤੁਸੀਂ ਕਰ ਰਹੇ ਆ ਔਰ ਜਿਹੜਾ ਨਹੀਂ ਪੂਰਾ ਕਰ ਪਾ ਰਹੀ ਆ, ਉਦਾਹਰਨ ਦੇ ਤੌਰ ਤੇ ਪਵਿੱਤਰਤਾਈ ਦੇ ਵਿੱਚ ਰਹਿਣਾ। ਬਾਈਬਲ ਕਹਿੰਦਾ ਜਿਸ ਤਰ੍ਹਾਂ ਤੁਹਾਡਾ ਘੱਲਣ ਵਾਲਾ ਪਵਿੱਤਰ ਆ, ਤੁਸੀਂ ਵੀ ਉਸੇ ਤਰੀਕੇ ਦੇ ਨਾਲ ਪਵਿੱਤਰ ਬਣੋ। ਹੁਣ ਸਾਡੇ ਕੋਲੋਂ ਪਵਿੱਤਰ ਨਹੀਂ ਰਹਿ ਹੋ ਰਿਹਾ ਤੇ ਸਾਡੀ ਲੜਾਈ ਇਸ ਗੱਲ ਦੇ ਉੱਪਰ ਆ। ਅਸੀਂ ਪਵਿੱਤਰ ਰਹਿਣਾ ਆਪਣੇ ਚਾਲ ਚੱਲਣ ਦੇ ਵਿੱਚ, ਦੇਖਣ ਦੇ ਵਿੱਚ, ਬੋਲਣ ਸੁਣਨ ਚੱਲਣ ਦੇ ਵਿੱਚ ਅਸੀਂ ਪਵਿੱਤਰ ਰਹਿਣਾ ਔਰ ਪਵਿੱਤਰ ਰਹਿ ਕੇ ਅਸੀਂ ਇਸ ਲੜਾਈ ਨੂੰ ਜਿੱਤ ਸਕਦੇ। ਝੂਠ ਨਾ ਬੋਲਣਾ ਬੜਾ ਈਜ਼ੀ ਲੱਗਦਾ ਆ, ਇਹ ਵਚਨ ਨੂੰ ਪੂਰਾ ਕਰਨਾ ਅਸੀਂ ਬਖੂਬੀ ਕਰਦੇ ਹਾਂ। ਔਰ ਜਿਸ ਸ਼ੈਤਾਨ ਦੇ ਅੰਗ ਦੇ ਵਿੱਚ ਤੁਸੀਂ ਗ੍ਰਸਤ ਆ, ਸ਼ੈਤਾਨ ਨੇ ਜਿਹੜੇ ਅੰਗ ਦੇ ਵਿੱਚ ਤੁਹਾਨੂੰ ਫਸਾਇਆ ਹੋਇਆ ਆ, ਉਦਾਹਰਨ ਦੇ ਤੌਰ ਤੇ ਨਸ਼ਾ ਕਰਨ ਦੇ ਵਿੱਚ, ਚੁਗਲੀ ਕਰਨ ਜਾਂ ਸੁਣਨ ਦੇ ਵਿੱਚ, ਵਚਨ ਦੇ ਅਗੇਂਸਟ ਜਾਣ ਦੇ ਵਿੱਚ, ਅਗਰ ਅਸੀਂ ਉਹਦੇ ਵਿੱਚ ਫਸੇ ਹੋਏ ਆ ਔਰ ਉੱਥੋਂ ਨਿਕਲ ਨਹੀਂ ਪਾ ਰਹੇ ਆ ਤੇ ਇਹਦਾ ਮਤਲਬ ਅਸੀਂ ਵਚਨ ਉਹੀ ਪੂਰਾ ਕਰਦੇ ਜਿਹੜਾ ਸਾਨੂੰ ਸੌਖਾ ਲੱਗਦਾ ਜਾਂ ਜਿਹਨੂੰ ਅਸੀਂ ਈਜ਼ੀਲੀ ਪੂਰਾ ਕਰ ਪਾ ਰਹੇ ਹਾਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਥੇ ਸ਼ੈਤਾਨ ਵਾਰ ਕਰਦਾ ਜਾਂ ਜਿਹੜਾ ਅੰਗ ਦੇ ਵਿੱਚ ਉਹਨੇ ਤੁਹਾਨੂੰ ਫਸਾਇਆ ਹੋਇਆ ਆ ਉਹਦੇ ਵਿੱਚ ਤੁਹਾਡੀ ਲੜਾਈ ਆ। ਉਸੇ ਕਮੀ ਦੇ ਉੱਪਰ ਤੁਸੀਂ ਲੜ ਕੇ ਜਿੱਤ ਪ੍ਰਾਪਤ ਕਰਨੀ ਆ। ਤੁਸੀਂ ਕਿਉਂ ਦੇਰੀ ਕਰ ਰਹੇ ਹੋ? ਜੋ ਸਿਚੁਏਸ਼ਨ ਅੱਜ ਦੀ ਆ ਔਰ ਤੁਸੀਂ ਸਾਰੇ ਬਖੂਬੀ ਜਾਣਦੇ ਆ ਕਿ ਇਸ ਸਿਚੁਏਸ਼ਨ ਦੇ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਆ। ਜੋ ਬਾਹਰ ਦੇ ਹਾਲਾਤ ਆ, ਆਪਣੇ ਆਪ ਨੂੰ ਸੰਭਾਲਣਾ, ਆਪਣੇ ਪਰਿਵਾਰ ਨੂੰ ਸੰਭਾਲਣਾ ਕਾਫੀ ਲੋਕਾਂ ਦੇ ਲਈ ਬਹੁਤ ਮੁਸ਼ਕਿਲ ਹੋ ਚੁੱਕਾ ਹੈ ਔਰ ਬਾਈਬਲ ਦੇ ਅਨੁਸਾਰ ਇਹ ਅੰਤ ਦੇ ਸਮੇਂ ਦੀਆਂ ਨਿਸ਼ਾਨੀਆਂ ਆ, ਯਿਸੂ ਮਸੀਹ ਦੇ ਆਉਣ ਦੇ ਚਿੰਨ੍ਹ ਆ। ਅਗਰ ਅਸੀਂ ਹੱਲੇ ਵੀ ਦੇਰੀ ਦੇ ਵਿੱਚ ਆ ਤੇ ਬਹੁਤ ਮੁਸ਼ਕਿਲ ਹੈ ਸਾਡਾ ਸਵਰਗ ਦੇ ਵਿੱਚ ਜਾਣਾ। ਬਾਈਬਲ ਦੇ ਵਿੱਚੋਂ ਮੈਂ ਤੁਹਾਨੂੰ ਸਾਬਿਤ ਕਰਾਂਗਾ। ਬਾਈਬਲ ਕਹਿੰਦਾ ਅਗਰ ਤੁਹਾਡਾ ਧਰਮ, ਖੁਦਾਵੰਦ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਆ, ਕਹਿੰਦੇ ਅਗਰ ਤੁਹਾਡਾ ਧਰਮ ਗ੍ਰੰਥੀਆਂ ਤੇ ਫਰੀਸੀਆਂ ਤੋਂ ਵੱਧ ਕੇ ਨਾ ਹੋਵੇ
ਤੇ ਤੁਸੀਂ ਕਿਸੇ ਵੀ ਵਿਧ ਸਵਰਗ ਦੇ ਵਿੱਚ ਨਹੀਂ ਜਾ ਸਕਦੇ। ਕਹਿਣ ਦਾ ਭਾਵ ਆ, ਗ੍ਰੰਥੀ ਤੇ ਫਰੀਸੀ ਵੀ ਆਪਣੇ ਆਪ ਨੂੰ ਸਾਬਿਤ ਕਰਦੇ ਸੀਗੇ ਕਿ ਉਹ ਧਾਰਮਿਕ ਆ। ਮਿਕਸ ਜੀਵਨ ਸੀਗਾ ਉਹਨਾਂ ਦਾ, ਦਿਖਾਵੇ ਦੇ ਲਈ ਉਹ ਚੋਲੇ ਪਾਉਂਦੇ ਸੀਗੇ, ਲੇਕਿਨ ਜੀਵਨ ਉਸ ਤਰ੍ਹਾਂ ਦਾ ਨਹੀਂ ਸੀਗਾ। ਪਰ ਯਿਸੂ ਮਸੀਹ ਨੇ ਕਿਹਾ ਤੁਹਾਡਾ ਧਰਮ ਉਸ ਤੋਂ ਵੱਧ ਕੇ ਹੋਣਾ ਚਾਹੀਦਾ, ਉਹਨਾਂ ਤੋਂ ਵੱਧ ਕੇ। ਉਹਨਾਂ ਦਾ ਦਿਖਾਵੇ ਵਾਲਾ ਸੀਗਾ, ਤੁਹਾਡਾ ਵੀ ਪ੍ਰੈਕਟੀਕਲ ਹੋਣਾ ਚਾਹੀਦਾ, ਤਾਂ ਤੁਸੀਂ ਸਵਰਗ ਦੇ ਵਿੱਚ ਜਾ ਸਕਦੇ। ਮੈਂ ਪਵਿੱਤਰ ਹਾਂ ਕਹਿਣ ਦੇ ਨਾਲ ਪਵਿੱਤਰ ਨਹੀਂ ਹੋ ਜਾਂਦਾ, ਪਵਿੱਤਰ ਬਣਨਾ ਪੈਂਦਾ ਵੀ ਪ੍ਰੈਕਟੀਕਲ ਕਰਕੇ। ਯਿਸੂ ਮਸੀਹ ਮੈਂ ਤੁਹਾਨੂੰ ਪਿਆਰ ਕਰਦਾ, ਯਿਸੂ ਮਸੀਹ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਕਹਿਣ ਦੇ ਨਾਲ ਨਹੀਂ ਸਾਬਿਤ ਕਰਨਾ ਪੈਂਦਾ ਕਿ ਖੁਦਾਵੰਦ ਮੈਂ ਤੁਹਾਨੂੰ ਪਿਆਰ ਕਰਦਾ ਜਾਂ ਕਰਦੀ ਹਾਂ। ਕੁਝ ਗੱਲਾਂ ਕਹਿਣ ਦੇ ਨਾਲ ਮੰਨੀਆਂ ਜਾਂਦੀਆਂ, ਕੁਝ ਗੱਲਾਂ ਸਾਬਿਤ ਕਰਨੇ ਪੈਂਦੀਆਂ। ਔਰ ਖੁਦਾਵੰਦ ਨੇ ਤੁਹਾਨੂੰ ਤੇ ਮੈਨੂੰ ਚੁਣਿਆ, ਅਲੱਗ ਕੀਤਾ, ਇਸੇ ਲਈ ਕੀਤਾ ਆ ਕਿ ਅਸੀਂ ਉਹਨੂੰ ਸਾਬਿਤ ਕਰਕੇ ਦਿਖਾਈਏ। ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਵੀ ਖੁਦ ਸਾਬਿਤ ਕਰਕੇ ਦਿਖਾਇਆ ਕਿ ਉਹ ਤੁਹਾਨੂੰ ਤੇ ਮੈਨੂੰ ਬਹੁਤ ਪਿਆਰ ਕਰਦੇ। ਉਹਨੇ ਆਪਣੀ ਜਾਨ ਤੱਕ ਦਾ ਵੀ ਸਰਫਾ ਨਹੀਂ ਕੀਤਾ। ਕਹਿੰਦੇ ਅੱਛਾ, ਅਯਾਲੀ ਆਪਣੀਆਂ ਭੇਡਾਂ ਦੇ ਲਈ ਜਾਨ ਦੇ ਦਿੰਦਾ, ਔਰ ਯਿਸੂ ਮਸੀਹ ਨੇ ਆਪਣੀ ਜਾਨ ਤੱਕ ਦਾ ਵੀ ਸਰਫਾ ਨਹੀਂ ਕੀਤਾ। ਉਹਨੇ ਸਾਬਿਤ ਕੀਤਾ ਕਿ ਉਹਨੇ ਤੁਹਾਨੂੰ ਤੇ ਮੈਨੂੰ ਪਿਆਰ ਕੀਤਾ। ਔਰ ਅਸੀਂ ਲੋਕ ਸਿਰਫ ਮੂੰਹ ਤੋਂ ਕਹਿਣ ਵਾਲੇ ਆ ਕਿ ਖੁਦਾਵੰਦ ਮੈਂ ਤੈਨੂੰ ਪਿਆਰ ਕਰਦਾ ਹੈ ਜਾਂ ਮੈਂ ਤੈਨੂੰ ਪਿਆਰ ਕਰਦੀ ਹਾਂ। ਔਰ ਬਾਈਬਲ ਜਿਹੜੇ ਲੋਕ ਮਿਕਸ ਜੀਵਨ ਜੀਉਂਦੇ ਆ, ਬਾਈਬਲ ਉਹਨਾਂ ਦੇ ਲਈ ਆਖਦਾ ਆ, ਕਹਿੰਦੇ ਤੁਸੀਂ ਬੁੱਲਾਂ ਦੇ ਨਾਲ ਮੇਰਾ ਆਦਰ ਕਰਦੇ ਆ ਪਰ ਤੁਹਾਡੇ ਦਿਲ ਮੇਰੇ ਤੋਂ ਦੂਰ ਹੈ। ਕਿਉਂਕਿ ਦਿਲ ਪਾਪ ਦੇ ਨਾਲ ਭਰੇ ਹੋਏ ਆ, ਦਿਲ ਸੰਸਾਰਕ ਅਭਿਲਾਸ਼ਾਵਾਂ ਦੇ ਨਾਲ ਭਰੇ ਹੋਏ ਆ। ਔਰ ਖੁਦਾਵੰਦ ਨੂੰ ਸਾਬਿਤ ਕਰਨ ਵਾਲੇ ਲੋਕ ਚਾਹੀਦੇ ਆ। ਕ੍ਰਿਸਚਨ ਲੋਕ ਉਹ ਨਹੀਂ ਆ ਕਿ ਜਿਹੜੇ ਮੂੰਹ ਤੋਂ ਕਹਿੰਦੇ ਆ ਪ੍ਰਭੂ ਮੈਂ ਤੈਨੂੰ ਪਿਆਰ ਕਰਦਾ। ਰੀਅਲ ਕ੍ਰਿਸਚਨ ਔਰ ਰੀਅਲ ਸਪਿਰਿਚੁਅਲ ਪਰਸਨ ਉਹ ਆ ਜਿਹੜਾ ਸਾਬਿਤ ਕਰਦਾ ਕਿ ਹਾਂ ਖੁਦਾਵੰਦ ਮੈਂ ਤੈਨੂੰ ਪਿਆਰ ਕਰਦਾ ਜਾਂ ਕਰਦੀ। ਜਿਹਦਾ ਸਰੀਰ ਅਲਾਉ ਨਹੀਂ ਕਰਦਾ ਫਿਰ ਵੀ ਉਹ ਪ੍ਰਾਰਥਨਾ ਦੇ ਵਿੱਚ ਜਾਂਦਾ। ਜਿਹਦਾ ਸਰੀਰ ਉਹਦਾ ਅਲਾਉ ਨਹੀਂ ਕਰਦਾ ਲੇਕਿਨ ਉਹ ਫਿਰ ਵੀ ਬਾਈਬਲ ਰੀਡ ਕਰਦਾ, ਪਰਮੇਸ਼ਰ ਦੇ ਨਾਲ ਸਮੇਂ ਬਿਤਾਉਂਦਾ, ਔਰ ਆਤਮਿਕ ਭੁੱਖ ਤੇ ਪਿਆਸ ਉਹਨੂੰ ਸਦਾ ਹੀ ਲੱਗੀ ਰਹਿੰਦੀ ਆ। ਉਹ ਸਾਬਿਤ ਕਰਦਾ ਕਿ ਹਾਂ ਪ੍ਰਭੂ ਮੈਂ ਤੈਨੂੰ ਪਿਆਰ ਕਰਦਾ। ਔਰ ਬੁੱਲਾਂ ਦੇ ਨਾਲ ਸਿਰਫ ਕਹਿਣ ਵਾਲੇ ਫਿਰ ਉਹ ਜਦੋਂ ਸਰੀਰ ਦੀ ਗੱਲ ਨੂੰ ਮੰਨਦੇ ਆ ਤੇ ਫਿਰ ਉਹ ਸਾਬਿਤ ਕਰਨ ਦੇ ਵਿੱਚ ਚੁੱਕ ਜਾਂਦੇ ਆ, ਕਮਜ਼ੋਰ ਪੈ ਜਾਂਦੇ ਆ। ਅਸੀਂ ਲੋਕ ਕਿਉਂ ਡਿਲੇ ਕਰਦੇ ਪਏ ਆ? ਹਾਲੇ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਆ, ਕਹਿੰਦੇ ਫਸਲ ਤਾਂ ਤਿਆਰ ਹੈ ਲੇਕਿਨ ਵਾਢੇ ਘੱਟ ਆ। ਤੁਸੀਂ ਤੇ ਮੈਂ ਵਾਢੇ ਬਣਨਾ ਹੈ। ਅਸੀਂ ਕਦੋਂ ਬਣਨਾ ਹੈ? ਸਾਨੂੰ ਮਸੀਹ ਦੇ ਵਿੱਚ ਆਇਆਂ ਨੂੰ ਕਿੰਨਾ ਟਾਈਮ ਹੋ ਗਿਆ? ਬਾਈਬਲ ਨੂੰ ਪੜ੍ਹਦੇ ਨੂੰ ਸਾਨੂੰ ਕਿੰਨਾ ਟਾਈਮ ਹੋ ਗਿਆ? ਪ੍ਰਾਰਥਨਾ ਕਰਦੇ ਸਾਨੂੰ ਕਿੰਨਾ ਟਾਈਮ ਹੋ ਗਿਆ? ਅਸੀਂ ਕਦੋਂ ਵਾਢੇ ਬਣਨਾ? ਯਿਸੂ ਮਸੀਹ ਨੇ ਪਤਰਸ ਨੂੰ ਕਿਹਾ, ਕਹਿੰਦੇ ਪਤਰਸ ਤੂੰ ਆ ਮੇਰੇ ਪਿੱਛੇ ਹੋ ਤੁਰ ਤੇ ਮੈਂ ਤੈਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਇਹ ਵਚਨ ਕਦੋਂ ਤੁਸੀਂ ਤੇ ਮੈਂ ਪੂਰੇ ਕਰਨੇ ਆ? ਅਸੀਂ ਸਿਰਫ ਬਾਈਬਲ ਦੇ ਵਿੱਚ ਪੜ੍ਹੀ ਜਾਣੇ ਆ ਕਿ ਫਸਲ ਤਿਆਰ ਆ ਤੇ ਵਾਢੇ ਘੱਟ ਆ। ਆਪਾਂ ਕਿਉਂ ਡਿਲੇ ਕਰਦੇ ਪਏ ਆ? ਯਿਸੂ ਮਸੀਹ ਦਾ ਆਉਣਾ ਨਜ਼ਦੀਕ ਆ, ਕਿਉਂ ਨਹੀਂ ਰੂਹਾਂ ਦਾ ਕਲਾਮ ਨੂੰ ਅਸੀਂ ਲੈ ਕੇ ਜਾਂਦੇ? ਕਿਉਂ ਡਿਲੇ ਕਰਦੇ ਪਏ ਆ? ਹਾਲੇਲੂਇਆ। ਅੱਜ ਸਮਾਂ ਆ ਜਿਹੜਾ ਦੇਰੀ ਕਰਨ ਵਾਲਾ ਦੁਸ਼ਟ ਆਤਮਾ ਆ ਜਾਂ ਸ਼ੈਤਾਨ ਦਾ ਅੰਗ ਆ, ਉਹਨੂੰ ਯਿਸੂ ਦੇ ਨਾਮ ਦੇ ਵਿੱਚ ਭਸਮ ਕਰਨ ਦਾ ਟਾਈਮ ਆ ਗਿਆ ਹੈ। ਅੱਜ ਹਾਂ ਤੇ ਆਮੀਨ ਦੇ ਨਾਲ ਗ੍ਰਹਿਣ ਕਰਨ ਦਾ ਟਾਈਮ ਆ ਚੁੱਕਾ ਹੈ ਕਿ ਹਾਂ ਪ੍ਰਭੂ ਮੈਂ ਵਾਢਾ ਬਣਨ ਦੇ ਲਈ ਤਿਆਰ ਹਾਂ, ਮੈਂ ਤੇਰਾ ਕਲਾਮ ਸੁਸਮਾਚਾਰ ਸੁਣਾਉਣ ਦੇ ਲਈ ਤਿਆਰ ਹਾਂ। ਮੈਂ ਬਾਈਬਲ ਦੇ ਵਿੱਚ ਤੁਹਾਨੂੰ ਠੋਸ ਸਬੂਤ ਦਿਆਂਗਾ। ਬਾਈਬਲ ਕਹਿੰਦਾ ਯੋਐਲ ਨਬੀ ਦੀ ਪੁਸਤਕ ਦੇ ਵਿੱਚ ਕਹਿੰਦਾ ਅੰਤਰੇ ਦਿਨਾਂ 'ਚ ਜਵਾਨ ਦਰਸ਼ਨ ਦੇਖਣਗੇ, ਬੁੱਢੇ ਦਰਸ਼ਨ ਦੇਖਣਗੇ, ਜਵਾਨਾਂ ਦੇ ਉੱਤੇ ਪਾਕ ਰੂ ਉਤਰੇਗਾ ਬਹੁਤਾਈ ਦੇ ਨਾਲ। ਅਗਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਾਈਬਲ ਦੇ ਅਨੁਸਾਰ ਇਹ ਅੰਤ ਦੇ ਦਿਨਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਤੇ ਸਾਡੇ ਉੱਤੇ ਹਲੇ ਤੱਕ ਪਵਿੱਤਰ ਆਤਮਾ ਕਿਉਂ ਨਹੀਂ ਉਤਰਿਆ? ਕਿਉਂ ਅਸੀਂ ਡਿਲੇ ਕਰਦੇ ਹਾਂ ਪਾਕ ਰੂ ਨੂੰ ਹਾਸਲ ਕਰਨ ਦੇ ਲਈ, ਜਦ ਪਤਾ ਪਵਿੱਤਰ ਆਤਮਾ ਪਾਇਆ ਹੋਇਆ ਬੰਦਾ ਹੀ ਸਵਰਗ ਦੇ ਵਿੱਚ ਜਾ ਸਕਦਾ ਔਰ ਬਿਨਾਂ ਪਵਿੱਤਰ ਆਤਮਾ ਦੇ ਅਸੀਂ ਸਵਰਗ ਦੇ ਵਿੱਚ ਜਾ ਨਹੀਂ ਸਕਦੇ? ਤੇ ਅਸੀਂ ਕਿਉਂ ਡਿਲੇ ਕਰਦੇ ਪਏ ਹਾਂ? ਵਾਈ ਯੂ ਆਰ ਡਿਲੇ? ਜਦ ਪਤਾ ਹੈ ਕਿ ਪਵਿੱਤਰ ਆਤਮਾ ਦੇ ਫਲ ਅਗਰ ਸਾਡੀ ਜ਼ਿੰਦਗੀ 'ਚ ਨਜ਼ਰ ਨਹੀਂ ਆਉਗੇ ਤੇ ਅਸੀਂ ਸਵਰਗ ਦੇ ਵਿੱਚ ਕਿੱਦਾਂ ਜਾਵਾਂਗੇ? ਯਿਸੂ ਮਸੀਹ ਦੇ ਮਨ ਨੂੰ ਕਿੱਦਾਂ ਪਾਵਾਂਗੇ? ਔਰ ਅੱਜ ਵੀ ਪਾਕ ਰੂ ਦੇ ਫਲ ਤਾਂ ਸਾਡੀ ਜ਼ਿੰਦਗੀ 'ਚ ਨਜ਼ਰ ਨਹੀਂ ਆਉਂਦੇ, ਕਿੱਦਾਂ ਅਸੀਂ ਸਵਰਗ ਦੇ ਵਿੱਚ ਜਾਵਾਂਗੇ? ਅੱਜ ਅਸੀਂ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਕਿੱਦਾਂ ਸਵਰਗ ਦੇ ਵਿੱਚ ਜਾਵਾਂਗੇ?
ਕਿਉਂਕਿ ਬਰਦਾਸ਼ਤ ਕਰਨ ਵਾਲਾ ਬੰਦਾ ਇਸ ਸਵਰਗ ਤੱਕ ਪਹੁੰਚਿਆ ਹੈ, ਜਿਹਦਾ ਨਾਮ ਖੁਦਾਵੰਦ ਯਿਸੂ ਮਸੀਹ ਹੈ। ਉਹਨੇ ਬਹੁਤ ਬਰਦਾਸ਼ਤ ਕੀਤਾ। ਇੱਕ ਪਿੰਡ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਗਏ, ਲੋਕਾਂ ਨੂੰ ਕਲਾਮ ਸੁਣਾਉਣ ਦੇ ਲਈ ਗਏ, ਚੰਗਾ ਕਰਨ ਦੇ ਲਈ ਗਏ। ਬਾਈਬਲ ਕਹਿੰਦਾ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਯਿਸੂ ਮਸੀਹ ਨੂੰ, ਧੱਕੇ ਮਾਰ ਕੇ ਆਪਣੇ ਪਿੰਡੋਂ ਬਾਹਰ ਕਰ ਦਿੱਤਾ। ਇਹ ਸਹਿਆ ਯਿਸੂ ਮਸੀਹ ਨੇ, ਇਹ ਬਰਦਾਸ਼ਤ ਕੀਤਾ ਯਿਸੂ ਮਸੀਹ ਨੇ। ਔਰ ਅੱਜ ਸਾਡੇ ਕੋਲੋਂ ਆਪਣੀ ਮੰਮੀ ਦੀ ਗੱਲ ਨਹੀਂ ਸੁਣ ਹੁੰਦੀ। ਅਗਰ ਮਾਂ-ਬਾਪ ਸਾਨੂੰ ਡਾਂਟਦੇ ਆ, ਸਾਡੇ ਕੋਲੋਂ ਉਹ ਗੱਲ ਨਹੀਂ ਸੁਣ ਹੁੰਦੀ, ਤੇ ਅਸੀਂ ਸਵਰਗ ਦੇ ਵਿੱਚ ਕਿੱਦਾਂ ਪਹੁੰਚਾਂਗੇ? ਬਹੁਤ ਮੁਸ਼ਕਿਲ ਆ। ਇੱਕ ਧਰਮੀ ਬੰਦਾ ਯਿਸੂ ਮਸੀਹ ਦੇ ਕੋਲ ਆ ਕੇ ਕਹਿੰਦਾ ਪ੍ਰਭੂ ਜੀ ਮੈਂ ਸਵਰਗ ਜਾਣਾ ਚਾਹੁੰਦਾ, ਕਿ ਕੀ ਕਰਾਂ? ਯਿਸੂ ਮਸੀਹ ਕਹਿੰਦੇ ਤੂੰ ਹੁਕਮਾਂ ਨੂੰ ਮੰਨ, ਖੂਨ ਨਾ ਕਰ, ਜਨਾਹ ਨਾ ਕਰ, ਚੋਰੀ ਨਾ ਕਰ, ਆਪਣੇ ਮਾਤਾ ਪਿਤਾ ਦਾ ਆਦਰ ਕਰ। ਉਹ ਕਹਿੰਦਾ ਪ੍ਰਭੂ ਮੈਂ ਤਾਂ ਬਚਪਨ ਤੋਂ ਕਰਦਾ ਆ ਰਿਹਾ। ਯਿਸੂ ਮਸੀਹ ਕਹਿੰਦੇ ਫਿਰ ਤੇਰੇ ਗੱਲ 'ਚ ਇੱਕ ਗੱਲ ਦਾ ਘਾਟਾ ਆਇਆ ਤੇਰੀ ਜ਼ਿੰਦਗੀ 'ਚ। ਕਹਿੰਦੇ ਆਪਣਾ ਮਾਲ ਵੇਚ ਤੇ ਕੰਗਾਲਾਂ ਨੂੰ ਵੰਡ ਦੇ, ਤੈਨੂੰ ਸਵਰਗ ਦੇ ਵਿੱਚ ਧਨ ਮਿਲੂਗਾ। ਬਾਈਬਲ ਕਹਿੰਦੇ ਇਸ ਗੱਲੋਂ ਭੈੜਾ ਪਿਆ ਔਰ ਇਸੇ ਤਰ੍ਹਾਂ ਵਾਪਸ ਚਲਾ ਗਿਆ। ਕਿੱਦਾਂ ਅਸੀਂ ਸਵਰਗ ਜਾਵਾਂਗੇ? ਕਿਉਂ ਅਸੀਂ ਡਿਲੇ ਕਰਦੇ ਹਾਂ? ਵਚਨ ਨੂੰ ਸੁਣ ਕੇ ਵੀ ਉਹਨੂੰ ਪਤਾ ਵੀ ਲੱਗ ਗਿਆ ਕਿ ਯਿਸੂ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਆ ਕਿ ਤੂੰ ਆਪਣਾ ਧਨ ਵੇਚ, ਆਪਣਾ ਮਾਲ ਵੇਚ ਤੇ ਕੰਗਾਲਾਂ ਨੂੰ ਦਾਨ ਕਰ ਦੇ ਤੇ ਤੈਨੂੰ ਸਵਰਗ ਦੇ ਵਿੱਚ ਧਨ ਮਿਲੂਗਾ। ਇੰਨੇ ਵਿਸ਼ਵਾਸ ਦੇ ਨਾਲ ਆਇਆ ਸੀ ਕਿ ਯਿਸੂ ਮਸੀਹ ਉਹ ਕੰਮ ਕਹੂਗਾ ਕਿ ਜਿਹੜਾ ਮੈਂ ਈਜ਼ੀਲੀ ਕਰ ਪਾਉਂਗਾ। ਔਰ ਯਿਸੂ ਮਸੀਹ ਤੁਹਾਨੂੰ ਉਸੇ ਗੱਲ ਦੇ ਉੱਪਰ ਕੰਮ ਕਰਨ ਦੇ ਲਈ ਕਹਿੰਦਾ ਜਿਹੜੀ ਕਮੀ ਸਾਡੇ ਅੰਦਰ ਆ। ਉਸ ਪ੍ਰਾਣੀ ਦੇ ਅੰਦਰ ਇਹ ਕਮੀ ਸੀ, ਉਹ ਮਸੀਹ ਸੀਗਾ, ਉਹ ਕ੍ਰਿਸਚਨ ਸੀਗਾ, ਕਿਉਂਕਿ ਜਿਹੜਾ ਵਚਨ ਨੂੰ ਸ਼ੁਰੂ ਤੋਂ ਫੋਲੋ ਕਰਦਾ ਆ ਰਿਹਾ, ਵਚਨ ਨੂੰ ਪੂਰਾ ਕਰਦਾ ਆ ਰਿਹਾ ਆ ਬਚਪਨ ਤੋਂ। ਕਹਿੰਦਾ ਮੈਂ ਬਚਪਨ ਤੋਂ ਮੰਨਦਾ ਆ ਰਿਹਾ। ਔਰ ਯਿਸੂ ਮਸੀਹ ਕਹਿੰਦੇ ਤੇਰੇ ਵਿੱਚ ਇੱਕ ਗੱਲ ਦਾ ਘਾਟਾ, ਉਹੀ ਤੇਰੀ ਲੜਾਈ ਆ। ਉੱਥੇ ਲੜ ਤੇ ਜਿੱਤ ਪ੍ਰਾਪਤ ਕਰ ਤਾਂ ਤੈਨੂੰ ਸਵਰਗ ਦੇ ਵਿੱਚ ਧਨ ਮਿਲੂਗਾ। ਔਰ ਬਾਈਬਲ ਕਹਿੰਦਾ ਇਸ ਗੱਲੋਂ ਭੈੜਾ ਪਿਆ, ਵਾਪਸ ਚਲਾ ਗਿਆ ਮੂੰਹ ਉਦਾਸ ਕਰਕੇ। ਸਿਰਫ ਉਹੀ ਵਚਨ ਪੂਰੇ ਕਰਨੇ ਜਿਹੜੇ ਸਾਨੂੰ ਸੌਖੇ ਲੱਗਦੇ ਆ। ਝੂਠ ਕਹਿੰਦੇ ਬਾਈਬਲ, ਯਿਸੂ ਮਸੀਹ ਕਹਿੰਦੇ ਤੂੰ ਝੂਠ ਨਾ ਬੋਲ, ਚੋਰੀ ਨਾ ਕਰ, ਆਪਣੇ ਮਾਤਾ ਪਿਤਾ ਦਾ ਆਦਰ ਕਰ। ਕਹਿੰਦਾ ਇਹ ਤਾਂ ਮੈਂ ਬਚਪਨ ਤੋਂ ਕਰਦਾ ਆ ਰਿਹਾ। ਮਤਲਬ ਉਹਨੂੰ ਲੱਗਦਾ ਸੀ ਇਹ ਪੂਰੇ ਕਰਨੇ ਸੌਖੇ ਆ ਔਰ ਉਹ ਕਰ ਰਿਹਾ ਸੀ, ਉਹਦੇ ਲਈ ਈਜ਼ੀ ਸੀਗੇ ਇਹ ਕਰਨੇ। ਇੱਥੇ ਲੜਾਈ ਨਹੀਂ ਆ ਤੁਹਾਡੀ। ਲੜਾਈ ਤੁਹਾਡੀ ਕਿੱਥੇ ਆ? ਜਿਹੜੇ ਵਚਨ ਤੁਸੀਂ ਪੂਰਾ ਨਹੀਂ ਕਰ ਪਾ ਰਹੇ ਆ। ਉਹ ਪੈਸੇ ਦੇ ਉੱਪਰ ਜ਼ਿਆਦਾ ਭਰੋਸਾ ਸੀ ਉਹਦਾ, ਅਮੀਰ ਸੀਗਾ, ਵੱਡਾ ਮਾਲਦਾਰ ਸੀਗਾ। ਔਰ ਯਿਸੂ ਮਸੀਹ ਨੇ ਕਹਿੰਦੇ ਤੇਰੇ ਵਿੱਚ ਇੱਕ ਗੱਲ ਦਾ ਘਾਟਾ। ਕਹਿੰਦੇ ਆਪਣਾ ਮਾਲ ਵੇਚ ਤੇ ਕੰਗਾਲਾਂ ਨੂੰ ਦਾਨ ਕਰ ਦੇ, ਤੈਨੂੰ ਸਵਰਗ ਦੇ ਵਿੱਚ ਧਨ ਮਿਲੂਗਾ। ਔਰ ਇੱਥੇ ਸਾਡੀ ਲੜਾਈ ਆ ਔਰ ਇੱਥੇ ਅਸੀਂ ਜਿੱਤ ਪ੍ਰਾਪਤ ਕਰਨੀ ਆ। ਔਰ ਉਸ ਬੰਦੇ ਨੂੰ, ਉਸ ਪਰਸਨ ਨੂੰ ਚਾਹੀਦਾ ਸੀਗਾ ਕਿ ਯਿਸੂ ਮਸੀਹ ਦੀ ਗੱਲ ਨੂੰ ਮੰਨਦਾ, ਬੜੇ ਵਿਸ਼ਵਾਸ ਦੇ ਨਾਲ ਆਇਆ ਸੀ ਕਿ ਯਿਸੂ ਮਸੀਹ ਮੈਨੂੰ ਡੈਫੀਨੇਟਲੀ ਸਵਰਗ ਦੇ ਵਿੱਚ ਜਾਣ ਦੇ ਲਈ ਕਹੇਗਾ, ਕਿਉਂਕਿ ਵੀ ਖੁਸ਼ ਹੋਏਗਾ, ਕਿਉਂਕਿ ਮੈਂ ਬਚਪਨ ਤੋਂ ਹੁਕਮਾਂ ਨੂੰ ਪੂਰਾ ਕਰਦਾ ਆ ਰਿਹਾ। ਹਾਲੇਲੂਇਆ। ਔਰ ਯਿਸੂ ਮਸੀਹ ਨੇ ਉਹਦੀ ਕਮੀ ਨੂੰ ਦੇਖ ਲਿਆ। ਕਹਿੰਦੇ ਜਿਹੜੇ ਤੂੰ ਪੂਰਾ ਕਰਦਾ ਆ ਰਿਹਾ ਆ, ਪਰ ਜਿਹੜੀ ਤੇਰੇ ਅੰਦਰ ਇੱਕ ਕਮੀ ਆ, ਜਿੱਥੇ ਤੂੰ ਲੜਨਾ ਆ ਉੱਥੇ ਤੂੰ ਲੜ ਨਹੀਂ ਰਿਹਾ। ਉਹੀ ਕਾਰਨ ਕਰਕੇ, ਉਹੀ ਕਮੀ ਕਰਕੇ ਤੇਰੇ ਬਾਕੀ ਦੇ ਵਚਨ ਪੂਰੇ ਕੀਤੇ ਵੀ ਤੈਨੂੰ ਸਵਰਗ ਨਹੀਂ ਲੈ ਕੇ ਜਾਣਗੇ। ਹਾਲੇਲੂਇਆ। ਇਸ ਲਈ ਯਿਸੂ ਮਸੀਹ ਨੇ ਕਿਹਾ ਤੁਹਾਡਾ ਧਰਮ ਜਿਹੜਾ ਗ੍ਰੰਥੀਆਂ ਫਰੀਸੀਆਂ ਤੋਂ ਵੱਧ ਕੇ ਹੋਣਾ ਚਾਹੀਦਾ, ਤਾਂ ਸਵਰਗ ਦੇ ਵਿੱਚ ਜਾਓਗੇ। ਉਹਨਾਂ ਦਾ ਕੰਮ ਇਹੋ ਹੀ ਸੀਗਾ। ਜਿਹੜੇ ਚੰਗੇ ਲੱਗਦੇ ਸੀ ਉਹੀ ਵਚਨ ਪੂਰੇ ਕਰਦੇ ਸੀਗੇ। ਜਿਹੜੀਆਂ ਕਮੀਆਂ ਸੀਗੀਆਂ, ਜਿੱਥੇ ਲੜਨਾ ਚਾਹੀਦਾ ਸੀਗਾ ਉੱਥੇ ਹਾਰ ਜਾਂਦੇ ਸੀਗੇ। ਔਰ ਦਿਖਾਵੇ ਦੇ ਲਈ ਆਪਣੇ ਆਪ ਨੂੰ ਬਹੁਤ ਧਾਰਮਿਕ ਦਿਖਾਉਂਦੇ ਸੀਗੇ ਕਿ ਅਸੀਂ ਬਹੁਤ ਧਾਰਮਿਕ ਆ। ਅੱਜ ਵੀ ਇਸ ਤਰ੍ਹਾਂ ਦੇ ਲੋਕ ਪਾਏ ਜਾਂਦੇ ਧਰਤੀ ਦੇ ਉੱਪਰ। ਔਰ ਜਿਹੜੀ ਕਮੀ ਆ, ਜਿੱਥੇ ਲੜਨਾ ਚਾਹੀਦਾ ਉੱਥੇ ਲੜਦੇ ਨਹੀਂ ਆ। ਔਰ ਜਿਹੜੇ ਵਚਨ ਪੂਰੇ ਕਰਨੇ ਸੌਖੇ ਆ ਉਹਨੂੰ ਫਟਾਫਟ ਕਰੀ ਜਾ ਰਹੇ ਆ। ਔਰ ਜਿਹੜਾ ਬੰਦਾ ਵੀ ਵਿਚਾਰ 'ਚ ਫਸਿਆ ਆ ਉਹ ਨਸ਼ੇ ਦੇ ਵਿੱਚ ਨਹੀਂ ਫਸ ਸਕਦਾ। ਔਰ ਜਿਹੜਾ ਨਸ਼ੇ 'ਚ ਫਸਿਆ ਉਹ ਵਿਚਾਰ 'ਚ ਨਹੀਂ ਫਸ ਸਕਦਾ। ਸ਼ੈਤਾਨ ਨੇ ਸਿਰਫ ਇੱਕ ਇੱਕ ਅੰਗ ਫਿੱਟ ਕੀਤੇ ਪਏ ਆ, ਇੱਕ ਇੱਕ ਦੋ ਕਮੀਆਂ ਉਹਨਾਂ ਦੇ ਅੰਦਰ ਪਾਈਆਂ ਹੋਈਆਂ। ਬਾਕੀਆਂ ਦੇ ਵਿੱਚ ਉਹ ਵਚਨ ਅੱਛੇ ਪੂਰੇ ਕਰ ਰਹੇ ਆ, ਰੈਗੂਲਰ ਚਰਚ ਆ ਰਹੇ ਆ, ਰੈਗੂਲਰ ਬਾਈਬਲ ਰੀਡ ਕਰ ਰਹੇ ਆ, ਕਲਾਮ ਸੁਣ ਰਹੇ ਆ ਇੰਟਰਨੈਟ ਦੇ ਉੱਪਰ। ਲੇਕਿਨ ਜਿਹੜੀ ਉਹਨਾਂ ਦੀ ਕਮੀ ਆ ਉਹਦੇ ਉੱਪਰ ਉਹ ਫਾਈਟ ਨਹੀਂ ਕਰਦੇ, ਉਹਦੇ ਉੱਪਰ ਲੜ ਨਹੀਂ ਰਹੇ। ਕਿਉਂ ਅਸੀਂ ਦੇਰੀ ਕਰਦੇ ਪਏ ਆ? ਨਸ਼ਾ ਕਰਨ ਵਾਲੇ ਨੂੰ ਪਤਾ ਆ ਕਿ ਇਹ ਮੇਰਾ ਨੁਕਸਾਨ ਕਰ ਰਹੀ ਹੈ ਦਾਰੂ। ਇਹ ਨਸ਼ਾ ਮੇਰਾ ਨੁਕਸਾਨ ਕਰ ਰਿਹਾ, ਅੰਦਰੋਂ ਮੇਰੀ ਉਮਰ ਦੇ ਵਿੱਚ ਘਾਟਾ ਕਰ ਰਿਹਾ ਔਰ ਮੇਰੀ ਜੀਵਨ 'ਚ ਬਰਕਤਾਂ ਨੂੰ ਆਉਣ ਤੋਂ ਰੋਕਦਾ ਪਿਆ। ਉਹ ਫਿਰ ਵੀ ਕੰਟੀਨਿਊਸਲੀ ਪੀ ਰਿਹਾ ਹੈ, ਡਿਲੇ ਕਰਦਾ ਪਿਆ ਉਹ ਫ੍ਰੀ ਹੋਣ ਦੇ ਲਈ। ਕਿਉਂ ਡਿਲੇ ਕਰਦੇ ਪਿਆ ਸੀ ਵਚਨ ਨੂੰ ਪੂਰਾ ਕਰਨ ਦੇ ਲਈ? ਯੋਇਲ ਨਬੀ ਕਹਿੰਦਾ ਅੰਤਰੇ ਦਿਨਾਂ ਦੇ ਵਿੱਚ ਜਵਾਨਾਂ ਦੇ ਉੱਪਰ ਆਤਮਾ ਵਹਾ ਦਿੱਤਾ ਜਾਊਗਾ। ਅੰਤਰੇ ਦਿਨਾਂ ਦੇ ਵਿੱਚ ਅਸੀਂ ਲੰਘ ਰਹੇ ਹਾਂ ਔਰ ਕੁਝ ਲੋਕ ਖਾਲੀ ਪਏ ਹੋਏ ਅੱਜ ਵੀ। ਪਾਕਰੂ ਨਹੀਂ ਉਹਨਾਂ ਨੂੰ ਮਿਲਿਆ। ਕਈਆਂ ਨੂੰ 25 ਸਾਲ ਹੋ ਗਏ ਚਰਚ ਦੇ ਨਾਲ ਜੁੜਿਆ ਹੋਇਆ, ਕਈਆਂ ਨੂੰ 10 ਸਾਲ ਹੋ ਗਏ, ਕਈਆਂ ਨੂੰ 5 ਸਾਲ ਹੋ ਗਏ, ਕਿ ਅੱਜ ਵੀ ਚੱਲਦੇ ਪਏ ਆ, ਲੇਕਿਨ ਉਹਨਾਂ ਦੀ ਜੀਵਨ 'ਚੋਂ ਪਾਖਰੂ ਨਹੀਂ ਉਤਰਿਆ।
ਹਾਲੇਲੂਇਆ। ਅਸੀਂ ਕਿਉਂ ਡਿਲੇ ਕਰਦੇ ਪਏ ਹਾਂ? ਕਿਉਂ ਨਹੀਂ ਅਸੀਂ ਪਵਿੱਤਰਤਾਈ ਦੇ ਵਿੱਚ ਬਣੇ ਰਹਿੰਦੇ? ਕਿਉਂਕਿ ਜਿਹਦਾ ਨਾਮ ਪਵਿੱਤਰ ਆਤਮਾ, ਉਹ ਬਿਨਾਂ ਪਵਿੱਤਰਤਾਈ ਦੇ ਮਿਲਦਾ ਨਹੀਂ। ਜਿਸ ਇਨਸਾਨ ਦੀਆਂ ਸੋਚਾਂ ਪਵਿੱਤਰ ਹੋ ਜਾਣ, ਜਿਸ ਇਨਸਾਨ ਦੇ ਖਿਆਲ ਪਵਿੱਤਰ ਹੋ ਜਾਣ, ਉਹਦੀ ਜ਼ਿੰਦਗੀ ਦੇ ਵਿੱਚ ਪਾਕ ਰੂਹ ਉਤਰਦਾ ਹੈ। ਅੰਤਰ ਦਿਨਾਂ 'ਚ ਮੈਂ ਆਤਮਾ ਬਹਾ ਦੇਵਾਂਗਾ ਜਵਾਨਾਂ ਦੀ ਜ਼ਿੰਦਗੀਆਂ ਦੇ ਉੱਪਰ। ਜਾਂ ਤਾਂ ਤੁਸੀਂ ਜਵਾਨ ਨਹੀਂ ਹੈ ਜਿਹੜਾ ਤੁਹਾਡੇ ਉੱਤੇ ਪਵਿੱਤਰ ਆਤਮਾ ਨਹੀਂ ਉਤਰੇ। ਹਾਲੇਲੂਇਆ। ਜੇ ਜਵਾਨ ਹੈ ਤੇ ਆਤਮਾ ਉਤਰਨਾ ਚਾਹੀਦਾ, ਔਰ ਤੁਸੀਂ ਪਵਿੱਤਰਤਾ ਦੇ ਵਿੱਚ ਨਹੀਂ। ਕਿਤੇ ਤਾਂ ਕਮੀ ਹੈ, ਇਸੇ ਲਈ ਡਿਲੇ ਹੋ ਰਿਹਾ। ਇਸ ਲਈ ਇੰਨੇ ਸਾਲਾਂ ਤੋਂ ਅਸੀਂ ਮਸੀਹਤ ਦੇ ਵਿੱਚ ਹਾਂ, ਲੇਕਿਨ ਬਰਕਤਾਂ ਤੋਂ ਵਾਂਝੇ ਹਾਂ। ਕਰਜ਼ੇ ਦੇ ਵਿੱਚ ਵੀ ਅਸੀਂ ਹਾਂ, ਜੌਬਲੈਸ ਵੀ ਅਸੀਂ ਹਾਂ। ਜਦੋਂ ਦਿਲ ਕਰਦਾ ਪ੍ਰਾਰਥਨਾ ਕਰ ਲਈ, ਜਦੋਂ ਦਿਲ ਕੀਤਾ ਨਾ ਸਹੀ, ਕੋਈ ਦਿੱਕਤ ਨਹੀਂ, ਕੋਈ ਡਰ ਨਹੀਂ ਪਰਮੇਸ਼ਵਰ ਦਾ। ਹਾਲੇਲੂਇਆ। ਮੈਂ ਬਾਈਬਲ ਦੇ ਵਿੱਚੋਂ ਤੁਹਾਨੂੰ ਕੁਝ ਸਿਖਾਉਣਾ ਚਾਹੁੰਦਾ ਹਾਂ, ਅਗਰ ਤੁਸੀਂ ਸਿੱਖਣਾ ਚਾਹੁੰਦੇ ਆ ਤਾਂ। ਬਾਈਬਲ ਕਹਿੰਦਾ ਸਿੱਖਣ ਵਾਲਾ ਤੇ ਸਿਖਾਉਣ ਵਾਲਾ ਜਦ ਦੋਨੋਂ ਇੱਕ ਮਨ ਹੋ ਜਾਂਦੇ ਤੇ ਕੰਮ ਸਿਰੇ ਚੜ ਜਾਂਦਾ। ਔਰ ਮੈਂ ਵਿਸ਼ਵਾਸ ਕਰਦਾ ਕਿ ਮੈਂ ਸਿਖਾਉਣ ਦੇ ਲਈ ਤੁਹਾਨੂੰ ਤਿਆਰ ਹਾਂ, ਔਰ ਤੁਸੀਂ ਅਗਰ ਸਿੱਖਣ ਦੇ ਲਈ ਤਿਆਰ ਹਾਂ ਤੇ ਡੈਫੀਨੇਟਲੀ ਅੱਜ ਦਾ ਵਚਨ ਤੁਹਾਡੀ ਜ਼ਿੰਦਗੀ 'ਚ 100 ਦਾ 100 ਗੁਣਾ ਫਲਦਾਇਕ ਹੋਏਗਾ, ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ। ਬੋਲੋ ਆਮੀਨ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਪਾਸਟਰ ਰੌਸਟਨ ਸੈਮੂਅਲ ਤੁਹਾਡੀ ਜ਼ਿੰਦਗੀਆਂ ਦੇ ਉੱਪਰ ਪਰਮੇਸ਼ਵਰ ਪਿਤਾ ਦੇ ਕੋਲੋਂ ਯਿਸੂ ਮਸੀਹ ਦਾ ਵਸੀਲਾ ਦੇ ਕੇ ਆਸ਼ੀਸ਼ ਔਰ ਬਰਕਤ ਨੂੰ ਮੰਗਦਾ ਹਾਂ। ਖੁਦਾਵੰਦ ਤੁਹਾਨੂੰ ਉਹਨਾਂ ਬਰਕਤਾਂ ਦੇ ਨਾਲ ਨਵਾਜ਼ੇ ਜਿਹੜੀਆਂ ਬਰਕਤਾਂ ਤੁਸੀਂ ਚਾਹੁੰਦੇ ਆ ਪਰ ਹਾਲੇ ਤੱਕ ਮਿਲੀਆਂ ਨਹੀਂ। ਮੇਰਾ ਪਰਮੇਸ਼ਵਰ ਪਿਤਾ ਤੁਹਾਨੂੰ ਉਹ ਜ਼ੋਰ ਦੇਵੇ, ਉਹ ਬਲ ਦੇਵੇ ਜਿਹਦੇ ਨਾਲ ਤੁਸੀਂ ਪਾਪ ਨੂੰ ਛੱਡਣਾ ਚਾਹ ਰਹੇ ਸੀਗੇ, ਕਮੀਆਂ ਨੂੰ ਦੂਰ ਕਰਨਾ ਚਾਹ ਰਹੇ ਸੀਗੇ, ਲੇਕਿਨ ਕਰ ਨਹੀਂ ਪਾਏ। ਅੱਜ ਮੇਰਾ ਪਰਮੇਸ਼ਵਰ ਤੁਹਾਨੂੰ ਬਲ ਦੇਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਬੋਲੋ ਆਮੀਨ। ਹਾਲੇਲੂਇਆ। ਪਵਿੱਤਰ ਬਾਈਬਲ ਦੇ ਵਿੱਚੋਂ ਜਦ ਅਸੀਂ ਪੜ੍ਹਦੇ ਹਾਂ, ਵਚਨ ਦਾ ਟਾਈਟਲ ਮੈਂ ਫਿਰ ਐਕਸਪਲੇਨ ਕਰਦਾ, ਵਾਈ ਯੂ ਆਰ ਡਿਲੇ। ਅਸੀਂ ਕਿਉਂ ਲੇਟ ਕਰ ਰਹੇ ਹਾਂ? ਕਿਉਂ ਅਸੀਂ ਆਪਣੀਆਂ ਆਸ਼ੀਸ਼ਾਂ ਨੂੰ ਹਾਸਲ ਕਰਨ ਦੇ ਲਈ ਲੇਟ ਕਰ ਰਹੇ ਹਾਂ? ਕਿਉਂ ਪਰਮੇਸ਼ਵਰ ਦੇ ਵਚਨ ਨੂੰ ਅਸੀਂ ਪੂਰਾ ਕਰਨ ਦੇ ਲਈ ਲੇਟ ਕਰ ਰਹੇ ਹਾਂ? ਕਿਉਂ ਸਵਰਗੀਏ ਭਾਸ਼ਾ ਲੈਣ ਦੇ ਲਈ ਅਸੀਂ ਲੇਟ ਹੋ ਰਹੇ ਹਾਂ? ਕਿਉਂ ਅਸੀਂ ਪਵਿੱਤਰ ਆਤਮਾ ਹਾਸਲ ਕਰਨ ਦੇ ਲਈ ਲੇਟ ਹਾਂ? ਕਿਉਂ ਅਸੀਂ ਦੇਰੀ ਲਗਾ ਰਹੇ ਹਾਂ? ਅੱਜ ਅਸੀਂ ਇਹਨਾਂ ਗੱਲਾਂ ਦੇ ਉੱਪਰ ਹੀ ਗੌਰ ਕਰਨਾ ਹੈ। ਔਰ ਮੈਂ ਵਿਸ਼ਵਾਸ ਕਰਦਾ ਖੁਦਾ ਦਾ ਵਚਨ ਜਿਹੜਾ ਅੱਜ ਸਾਡੀ ਜ਼ਿੰਦਗੀਆਂ ਨੂੰ ਤਰੋਤਾਜ਼ਾ ਕਰੇਗਾ, ਕਿਉਂਕਿ ਸੰਤ ਪੌਲ ਨੇ ਕਹਿ ਦਿੱਤਾ ਆ ਕਿ ਵਚਨ ਸੁਣਦੇ ਸੁਣਦੇ ਲੋਕ ਚੰਗੇ ਹੋ ਜਾਂਦੇ ਆ। ਪਾਕ ਰੂਹ ਦੇ ਵਸੀਲੇ ਦੇ ਨਾਲ ਇਹ ਸ਼ਬਦ ਤੁਹਾਡੇ ਮੇਰੇ ਤੱਕ ਪਹੁੰਚੇ ਆ, ਬਾਈਬਲ ਦੇ ਵਸੀਲੇ ਦੇ ਨਾਲ। ਤੇ ਅੱਜ ਅਸੀਂ ਆਤਮਿਕ ਤੌਰ ਤੇ ਹੀਲ ਹੋਣਾ ਆ, ਜਿਹੜੇ ਆਤਮਿਕ ਤੌਰ ਤੇ ਬਿਮਾਰ ਆ। ਅੱਜ ਦਾ ਵਚਨ ਕਾਰਗਰ ਸਾਬਿਤ ਹੋਵੇ ਯਿਸੂ ਦੇ ਜ਼ਿੰਦਾ ਨਾਮ 'ਚ। ਬੋਲੋ ਆਮੀਨ। ਹਾਲੇਲੂਇਆ। ਜਦ ਅਸੀਂ ਸੰਤ ਮਤੀ ਦੀ ਅੰਜੀਲ ਨੂੰ ਪੜ੍ਹਦੇ ਆ, ਉਹਦਾ 5 ਨੰਬਰ ਅਧਿਆਇ ਔਰ ਉਹਦਾ 17 ਨੰਬਰ ਪੰਕਤੀ ਦੇ ਵਿੱਚ ਬਾਈਬਲ ਕੀ ਕਹਿੰਦਾ, ਸੁਣੋ ਬੜੇ ਧਿਆਨ ਦੇ ਨਾਲ। ਸੰਤ ਮਤੀ ਦੀ ਅੰਜੀਲ ਉਹਦਾ 5 ਨੰਬਰ ਅਧਿਆਇ ਔਰ ਉਹਦਾ 17 ਨੰਬਰ ਪੰਕਤੀ ਤੋਂ 20 ਨੰਬਰ ਪੰਕਤੀ ਤੱਕ ਪੜ੍ਹਨਾ ਆ। ਸੁਣੋ ਬੜੇ ਧਿਆਨ ਦੇ ਨਾਲ ਬਾਈਬਲ ਕੀ ਕਹਿੰਦਾ। ਕਹਿੰਦਾ ਇਹ ਨਾ ਸਮਝੋ ਭਈ ਮੈਂ ਤੁਰੇਤ ਜਾਂ ਨਬੀਆਂ ਨੂੰ ਖੰਡਣ ਆਇਆ ਆ। ਮੈਂ ਖੰਡਣ ਨਹੀਂ ਸਗੋਂ ਪੂਰੀਆਂ ਕਰਨ ਲਈ ਆਇਆ ਆ। ਬੋਲੋ ਹਾਲੇਲੂਇਆ। ਇਹ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਆ। ਯਿਸੂ ਮਸੀਹ ਤੁਹਾਨੂੰ ਤੇ ਮੈਨੂੰ ਇੱਕ ਨਮੂਨਾ ਦੇ ਕੇ ਗਏ ਆ ਧਰਤੀ ਦੇ ਉੱਪਰ ਰਹਿ ਕੇ, ਕਿ ਕੋਈ ਵੀ ਕੰਮ ਜਾਂ ਕੋਈ ਵੀ ਪਾਪ ਇਸ ਤਰ੍ਹਾਂ ਦਾ ਨਹੀਂ ਹੈ ਕਿ ਜਿਹੜਾ ਇਨਸਾਨ ਨੂੰ ਦਬਾ ਕੇ ਰੱਖੇ, ਇਨਸਾਨ ਨੂੰ ਆਪਣਾ ਗੁਲਾਮ ਬਣਾ ਕੇ ਰੱਖੇ। ਕਿਉਂਕਿ ਅਗਰ ਯਿਸੂ ਮਸੀਹ ਇਸ ਤਰ੍ਹਾਂ ਨਾ ਕਰ ਦਿੱਤਾ, ਜੇ ਤੁਸੀਂ ਤੇ ਮੈਂ ਇਸ ਤਰ੍ਹਾਂ ਕਹਿ ਸਕਦੇ ਸੀਗੇ, ਪ੍ਰਭੂ ਤੂੰ ਤਾਂ ਸਵਰਗ ਦੇ ਵਿੱਚ ਬੈਠਾ ਹੈ, ਧਰਤੀ ਦੇ ਉੱਪਰ ਦੇਖ ਆ ਕੇ। ਨਸ਼ੇ ਤੋਂ ਆਜ਼ਾਦ ਨਹੀਂ ਹੋ ਸਕਦਾ ਬੰਦਾ, ਬੜਾ ਮੁਸ਼ਕਿਲ ਆ। ਵਿਭਚਾਰ ਤੋਂ ਨਹੀਂ ਆਜ਼ਾਦ ਹੋ ਸਕਦਾ, ਬੜਾ ਮੁਸ਼ਕਿਲ ਆ। ਗਾਲਾਂ ਕੱਢਣ ਤੋਂ ਨਹੀਂ ਆਜ਼ਾਦ ਹੋ ਸਕਦਾ, ਬੜਾ ਮੁਸ਼ਕਿਲ ਆ। ਬੁਰਾ ਦੇਖਣ ਤੋਂ ਨਹੀਂ ਆਜ਼ਾਦ ਹੋ ਸਕਦਾ, ਬੜਾ ਮੁਸ਼ਕਿਲ ਆ। ਯਿਸੂ ਮਸੀਹ ਧਰਤੀ ਦੇ ਉੱਪਰ ਰਹਿ ਕੇ ਤੁਹਾਨੂੰ ਇੱਕ ਨਮੂਨਾ ਦੇ ਕੇ ਗਿਆ ਤਾਂ ਜੋ ਤੁਸੀਂ ਇਹ ਸ਼ਬਦ ਨਾ ਕਹਿ ਸਕੋ। ਯਿਸੂ ਮਸੀਹ ਇਨਸਾਨ ਦਾ ਰੂਪ ਧਾਰ ਕੇ ਆਇਆ, ਇਨਸਾਨੀਅਤ ਜੀਵਨ ਦੇ ਵਿੱਚ ਰਹੇ ਆ ਤਾਂ ਜੋ ਅਸੀਂ ਇਸ ਤਰ੍ਹਾਂ ਗੱਲ ਨਾ ਕਰ ਸਕੀਏ ਖੁਦਾਵੰਦ ਦੇ ਸਾਹਮਣੇ। ਔਰ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਸ਼ਬਦ ਆ, ਕਹਿੰਦੇ ਮੈਂ ਵਚਨ ਨੂੰ ਖੰਡਣ ਨਹੀਂ ਆਇਆ, ਮੈਂ ਉਹਨੂੰ ਪੂਰਾ ਕਰਨ ਦੇ ਲਈ ਆਇਆ। ਕਿਉਂਕਿ ਯਿਸੂ ਮਸੀਹ ਦੇ ਪੱਖ ਦੇ ਵਿੱਚ ਭਵਿੱਖਬਾਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ। ਯਸ਼ਾਇਆ ਨਬੀ ਦੇ ਦੁਆਰਾ, ਹੋਰ ਵੀ ਪ੍ਰੋਫਿਟਸ ਦੇ ਦੁਆਰਾ, ਪਾਸਟਰਸ ਦੇ ਦੁਆਰਾ, ਜਜਸ ਦੇ ਦੁਆਰਾ ਯਿਸੂ ਮਸੀਹ ਦੇ ਬਾਰੇ ਗੱਲਬਾਤ ਕਰ ਦਿੱਤੀ ਗਈ ਸੀਗੀ ਪਹਿਲਾਂ ਹੀ, ਕਿ ਇੱਕ ਖੁਦਾ ਦਾ ਬੇਟਾ ਆਏਗਾ, ਰੱਬ ਦਾ ਬੰਦਾ ਹੋਊਗਾ, ਜਿਹੜਾ ਕੁਵਾਰੀ ਤੋਂ ਜਨਮ ਲਏਗਾ। ਉਹ ਆਪਣੇ ਲੋਕਾਂ ਦੇ ਲਈ ਉਧਾਰ ਕਰਤਾ ਹੋਏਗਾ, ਮੁਕਤੀਦਾਤਾ ਹੋਏਗਾ। ਉਹ ਆਪਣੇ ਲੋਕਾਂ ਨੂੰ ਪਾਪ ਤੋਂ ਛੁਟਕਾਰਾ ਦਿਲਾਏਗਾ। ਯਿਸੂ ਮਸੀਹ ਦੇ ਪੱਖ ਦੇ ਵਿੱਚ ਗੱਲਾਂ ਪਹਿਲਾਂ ਹੀ ਬੋਲ ਦਿੱਤੀਆਂ ਗਈਆਂ।
और जो यीशु मसीह धरती के उपर जो जन्म लिया, उन्होंने होश संभाली, ज्ञान लेना शुरू किया, उन्होंने वचन को खंडिया नहीं जो उन्होंने पक्ष दे विच बोलिया गया सी। उसे रीति दे नाल उन्होंने जीवन को चलाया, उसे रीति दे नाल उन्होंने ज्ञान लिया, पवित्रताई नूं बरकरार रखिया और लोगों तक खुदावंद दी आवाज नूं लैके गए। हालेलुया, खुदावंद दी महिमा होवे सारी गल्लां दे लई। और अज तुहाडे लई भी वचन बहुत बोल दिते गए आ, बाइबल दे विच लिख दिते गए आ, ते असीं डिले क्यों करदे पे? यीशु मसीह ने पूरे कर दिते आ, असीं उहदे पुत्तर धीआं, ते असीं डिले क्यों करदे पे आ? यीशु मसीह कहते मैं खंडन नहीं आया, मैं रद्द करन नहीं आया, मैं कहते पूरा करन दे लई आया है वचन नूं। भी जे तुसीं समझो कि वो प्रॉफिट्स जिन्हां ने आख्या सीगा यीशु मसीह दे बारे, ते वो खंडन दे लई आ गया, जब उन्हां दी गल नूं रद्द करन दे लई आया नहीं। बाइबल कहंदा वो पूरा करन दे लई आया, और यीशु मसीह ने पूरा करके भी दिखाया। ਉਹਦੇ मार खान तो असीं चंगे कीते गए आ, ਉਹਨੇ मार खाधी आ, भी प्रैक्टिकल करके दिखाया, ਉਹਨੇ वचन ਨੂੰ पूरा करके दिखाया जो ਉਹਦੇ ਪੱਖ ਦੇ ਵਿੱਚ ਲਿਖਿਆ ਹੋਇਆ ਸੀਗਾ, ਜੋ ਉਹਦੇ ਪੱਖ ਦੇ ਵਿੱਚ ਬੋਲ ਦਿੱਤਾ ਗਿਆ ਸੀਗਾ। ਤੇ ਅਸੀਂ ਡਿਲੇ ਕਿਉਂ ਕਰਦੇ ਪਏ ਆ? ਜੋ ਸਾਡੇ ਪੱਖ ਦੇ ਵਿੱਚ ਲਿਖਿਆ ਆ। ਕਹਿੰਦੇ ਅਗਰ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਆ ਤੇ ਆਪਣੇ ਦਿਲ ਨੂੰ ਕਠੋਰ ਨਾ ਕਰੋ। मुबारक होगा वो परसन अपने अंदर बाहर आने जान दे विच, अपने बिजनेस दे विच, ते बाइबल कहता जिस काम च हथ पाएगा सफल होगा वो परसन। ते जे सानू पता है कि ये वचन साडे पक्ष च लिखिया होया, ते क्यों नहीं साडी जिंदगी च पूरा हो रहा, या असीं क्यों नहीं उहनूं पूरा होण दे रहे, क्यों असीं डिले करते पे? बाइबल कहता फसल तैयार आ, वाढे घट आ, क्यों नहीं असीं वाढे बनते पे? जब पतरस नूं यीशु मसीह ने कह दिता कि मैं तैनूं मनुक्खां दा शिकारी बनावांगा, ते असीं क्यों नहीं बनते पे शिकारी? असीं क्यों नहीं उस लैवल दी मेहनत करते पे हैं जिहदे करके असीं शिकार कर सकीए एक पापी परसन दा? मतलब उहनूं जानों नहीं मार देना, उहनूं बचाउणा आ पाप तो, नरक जाण तो। हालेलुया, मैं विश्वास करदा कि तुसीं कलाम नूं समझ पा रहे हैं। यीशु मसीह कहते जो असीं 17 नंबर पंक्ति में पढ़ते कहते ये ना समझो भाई मैं तुरेत या नबियां नूं खंडन आया आ, मैं खंडन नहीं सगों पूरा करन दे लई आया आ। तुहाडे मेरे पक्ष दे विच भी बाइबल दे विच नबियां द्वारा गल्लां बोल दित्तियां गईयां आ, मौजिज़ दे द्वारा बहुत अच्छियां गल्लां तुहाडे मेरे हक दे विच बोल दित्तियां गईयां, वो कदों पूरीआं होणीआं? क्यों असीं डिले कर रहे हैं हले तक? क्यों वचन सिर्फ असीं बाइबल दे विच ही पढ़दे हां, साडी जिंदगी च नज़र नहीं आ रहे, सानू साडे बच्चियां च नज़र नहीं आ रहे, सानू साडे पापा मम्मा दे विच नज़र नहीं आ रहे, सानू साडी फैमिली च नज़र नहीं आ रहे। वचन सिर्फ बाइबल दे विच ही पढ़े आ और बाइबल दे विच ही पढ़दे पे आ, सानू नज़र नहीं आ रहे। बी प्रैक्टिकल। कहते मुबारक होएगा तेरा पड़ातरा, मुबारक होएगा तेरा बिजनेस, जे असीं आग्याकारी दे विच रहिंदे, परमेश्वर दे वचनां नूं असीं मनदे आ तां। तो फिर असीं मुबारक क्यों नहीं है? साडे रसोई घर च बरकत क्यों नहीं है? साडे राशन दे विच ब्लैसिंग्स क्यों नहीं है? असीं सिर्फ बाइबल दे विच ही पढ़ने हैं, भी प्रैक्टिकल साडी जिंदगी च क्यों नहीं नज़र आ रहे हैं? असीं क्यों डिले करते पे हैं? कहते शैतान दा डट के सामना करो, तुहाडे कोलों भज जाएगा, तुहाडे लई वचन ये लिखिया गया। असीं क्यों नहीं सामना करते, तां क्यों डिले करते पे हैं? जब तक सामना नहीं करोगे कमी दे उपर कभी भी फतेह नहीं प्राप्त कर पाओगे। जिस भी कमी दे नाल शैतान ने तुहानूं ग्रस्त कीता पिया, चाहे नशे दे विच आ, चाहे बुरा देखण, बुरा बोलण, बुरा सुनण दे विच आ, असीं क्यों नहीं उस कमी दे उपर फतेह प्राप्त कर पांदे हैं? किदां असीं फ्री होवांगे इस चक्कर झमेले तो जद असीं उहदा डट के सामना नहीं करदे? प्रॉब्लम इहो ही आ। मैं पहला भी दस चुका, मैं फिर दसदा हां, एक बंदा, एक मसीह बंदा, एक धार्मिक बंदा सी, धार्मिक ख्यालां वाला, यीशु मसीह दे कोल आके कहंदा प्रभु मैं स्वर्ग जाना चाहता, की करा? तो यीशु मसीह कहते तू वचनां नूं मन, वचनां नूं पूरा कर। वो कहंदा मैं बचपन तो करदा आ रहा। कहंदे यीशु मसीह कहते तेरे विच एक गल दा घाटा आया। इत्थे डट के सामना करना सी शैतान दा, जिन्हें लालच दा ओहदे अंदर एक अंग फिट कीता होया सी। इत्थे लड़ाई आ ओहदी, इत्थे तुहाडी ते मेरी लड़ाई आ। ਜਿਹੜਾ अंग ਉਹਨੇ ਫਿੱਟ ਕੀਤਾ ਹੈ ਜਾਂ ਕਰ ਦਿੱਤਾ, ਜਾਂ ਅਸੀਂ ਨਾ ਸਮਝ ਸਕੇ ਉਦੋਂ ਤਾਂ ਉਹਨੇ ਸਾਡੇ ਅੰਦਰ ਫਿੱਟ ਕਰ ਦਿੱਤਾ ਹੈ ਅੰਗ, ਤੇ ਉਹਦੇ ਉੱਤੇ ਸਾਡੀ ਲੜਾਈ ਆ। ਉੱਥੇ ਸਾਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ ਸੀ। ਬਾਈਬਲ ਕਹਿੰਦਾ, ਯਿਸੂ ਮਸੀਹ ਨੇ ਕਿਹਾ ਆਪਣਾ ਮਾਲ ਵੇਚ ਤੇ ਕੰਗਾਲਾਂ ਨੂੰ ਦੇ ਦੇ।
ਬਾਈਬਲ ਕਹਿੰਦੇ ਉਦਾਸ ਹੋਇਆ, ਉਹ ਇਸ ਗੱਲੋਂ ਭੈੜਾ ਪਿਆ, ਇਸ ਗੱਲੋਂ ਭੈੜਾ ਪਿਆ ਔਰ ਵਾਪਸ ਚਲਾ ਗਿਆ ਉਦਾਸ ਹੋ ਕੇ। ਤੁਸੀਂ ਤੇ ਇਸੇ ਤਰੀਕੇ ਦੇ ਨਾਲ ਕਰਦੇ ਹਾਂ ਅਸੀਂ ਲੋਕ। ਜਿੱਥੇ ਅਸੀਂ ਫਾਈਟ ਕਰਨੀ ਉੱਥੇ ਅਸੀਂ ਕਰ ਨਹੀਂ ਪਾਉਂਦੇ, ਜਿੱਥੇ ਡਟ ਕੇ ਸਾਹਮਣਾ ਕਰਨਾ ਉੱਥੇ ਕਰ ਨਹੀਂ ਪਾ ਰਹੇ। ਤੁਹਾਨੂੰ ਨਸ਼ੇ ਦੀ ਤਲਬ ਲੱਗਦੀ, ਉਸੇ ਟਾਈਮ ਦੁਆ ਦੇ ਵਿੱਚ ਬਹਿ ਜਾਓ। ਕਿਉਂ ਠੇਕੇ ਵੱਲ ਨੂੰ ਦੌੜਦੇ ਆ? ਇੱਥੇ ਲੜਾਈ ਆ ਤੁਹਾਡੀ। ਸ਼ੈਤਾਨ ਨਾਲ ਲੜਨ ਦੀ ਬਜਾਏ ਅਸੀਂ ਘਰ ਵਾਲੀ ਦੇ ਨਾਲ ਲੜਦੇ ਆ, ਅਸੀਂ ਪਰਿਵਾਰ ਵਾਲਿਆਂ ਦੇ ਨਾਲ ਲੜਦੇ ਆ, ਨੌ ਸੱਸ ਦੇ ਨਾਲ ਲੜਦੀ ਪਈ ਆ। ਔਰ ਜਿੱਥੇ ਸ਼ੈਤਾਨ ਦਾ ਡਟ ਕੇ ਸਾਹਮਣਾ ਕਰਨਾ ਉੱਥੇ ਅਸੀਂ ਕਰਦੇ ਨਹੀਂ ਪਏ, ਡਿਲੇ ਕਰਦੇ ਪਏ। ਇਸ ਲਈ ਬਰਕਤਾਂ ਤੋਂ ਵਾਂਝੇ। ਹਾਲੇਲੂਇਆ। ਉੱਥੇ ਸਾਡੀ ਫਾਈਟ ਆ, ਉੱਥੇ ਅਸੀਂ ਫਾਈਟ ਕਰਨੀ ਆ। ਜਿਹੜੇ ਵਚਨ ਅਸੀਂ ਪੂਰੇ ਕਰ ਰਹੇ ਉੱਥੇ ਫਾਈਟ ਕਰਨ ਦੀ ਜ਼ਰੂਰਤ ਨਹੀਂ ਹੈ ਸਾਨੂੰ। ਜਿੱਥੇ ਉਹਨੇ ਸਾਡੇ ਅੰਦਰ ਇੱਕ ਅੰਗ ਫਿੱਟ ਕਰ ਦਿੱਤਾ ਆ, ਚਾਹੇ ਜਿਹੜੀ ਵੀ ਕਮੀ ਦਾ ਆ, ਉੱਥੇ ਸਾਡੀ ਫਾਈਟ ਆ। ਯਿਸੂ ਮਸੀਹ ਕਹਿੰਦੇ ਮੈਂ ਤੁਰੇਤ ਤੇ ਨਬੀਆਂ ਨੂੰ ਖੰਡਨ ਨਹੀਂ, ਮੈਂ ਸਮਾਂ ਪੂਰਾ ਕਰਨ ਦੇ ਲਈ ਆਇਆ ਆ। ਔਰ ਲਿਖਿਆ, ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਆਕਾਸ਼ ਤੇ ਧਰਤੀ ਟਲ ਨਾ ਜਾਣ, ਇੱਕ ਅੱਖਰ ਜਾਂ ਇੱਕ ਬਿੰਦੀ ਵੀ ਤੁਰੇਤ ਦੀ ਨਾ ਟਲੇਗੀ, ਜਦ ਤੀਕ ਸਭ ਕੁਝ ਪੂਰਾ ਨਾ ਹੋਵੇ। ਸੋ ਜੋ ਕੋਈ ਇਹਨਾਂ ਸਭਨਾ ਛੋਟੀਆਂ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ ਉਹ ਅਤੇ ਇਸੇ ਤਰ੍ਹਾਂ ਮਨੁੱਖਾਂ ਨੂੰ ਸਿਖਲਾਵੇ, ਸੋ ਸਵਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ। ਪਰ ਜਿਹੜਾ ਉਹਨਾਂ ਦੀ ਪਾਲਣਾ ਕਰੇ ਤੇ ਸਿਖਲਾਵੇ, ਉਹ ਸਵਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ। ਹਾਲੇਲੂਇਆ। ਔਰ ਬਾਈਬਲ ਕਹਿੰਦਾ, ਕਿਉਂ ਜੋ ਮੈਂ ਤੁਹਾਨੂੰ ਆਖਦਾ ਆ ਭਈ ਜੇ ਤੁਹਾਡਾ ਧਰਮ, ਸੁਣੋ ਗੱਲ ਧਿਆਨ ਦੇ ਨਾਲ, ਹਾਲੇਲੂਇਆ, ਕਹਿੰਦੇ ਜੇ ਤੁਹਾਡਾ ਧਰਮ, ਮੈਂ ਤੁਹਾਨੂੰ ਕਹਿੰਦੇ ਆਖਦਾ ਆ ਕਿ ਜੇ ਤੁਹਾਡਾ ਧਰਮ ਗ੍ਰੰਥੀਆਂ ਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ। ਮਿਕਸ ਜੀਵਨ ਜੀਣ ਵਾਲਾ ਸਵਰਗ 'ਚ ਨਹੀਂ ਜਾ ਸਕਦਾ। ਜਿਸ ਤਰ੍ਹਾਂ ਗ੍ਰੰਥੀ ਮਿਕਸ ਜੀਵਨ ਜੀਂਦੇ ਸੀਗੇ, ਦਿਖਾਵੇ ਦੇ ਲਈ ਚੋਲੇ ਪਾਉਂਦੇ ਸੀਗੇ, ਦਿਖਾਵੇ ਦੇ ਲਈ ਪਵਿੱਤਰਤਾ ਹੀ ਸਾਬਿਤ ਕਰਦੇ ਸੀਗੇ, ਦਿਖਾਵੇ ਦੇ ਲਈ ਧਾਰਮਿਕ ਬਣਦੇ ਸੀਗੇ। ਅਗਰ ਸਾਡੀ ਪਵਿੱਤਰਤਾ ਹੀ ਉਹਨਾਂ ਤੋਂ ਵੱਧ ਕੇ ਨਾ ਹੋਗੀ, ਅਸੀਂ ਸਵਰਗ ਨਹੀਂ ਜਾ ਸਕਦੇ। ਸਾਡਾ ਵੀ ਪ੍ਰੈਕਟੀਕਲ ਹੋਣਾ ਚਾਹੀਦਾ ਜੀਵਨ, ਉਹਨਾਂ ਦਾ ਵੀ ਪ੍ਰੈਕਟੀਕਲ ਨਹੀਂ ਸੀ। ਹਾਲੇਲੂਇਆ। ਸਾਡਾ ਜੀਵਨ ਵੀ ਪ੍ਰੈਕਟੀਕਲ ਹੋਣਾ ਚਾਹੀਦਾ ਹੈ, ਦਿਖਾਵੇ ਦਾ ਜੀਵਨ ਨਹੀਂ ਹੋਣਾ ਚਾਹੀਦਾ। ਔਰ ਗ੍ਰੰਥੀ ਤੇ ਫਰੀਸੀਆਂ ਦਾ ਦਿਖਾਵੇ ਦਾ ਜੀਵਨ ਸੀਗਾ। ਔਰ ਯਿਸੂ ਮਸੀਹ ਕਹਿੰਦੇ ਜੇ ਤੁਹਾਡਾ ਜੀਵਨ, ਜੇ ਤੁਹਾਡੀ ਪਵਿੱਤਰਤਾ, ਜੇ ਤੁਹਾਡਾ ਧਰਮ ਗ੍ਰੰਥੀ ਤੇ ਫਰੀਸੀਆਂ ਤੋਂ ਵੱਧ ਕੇ ਨਾ ਹੋਵੇ ਤੇ ਤੁਸੀਂ ਸਵਰਗ ਦੇ ਵਿੱਚ ਕਿਸੇ ਵਿਧ ਨਾ ਵੜੋਗੇ। ਅਸੀਂ ਕਿਉਂ ਡਿਲੇ ਕਰਦੇ ਪਏ ਹਾਂ ਧਰਮੀ ਬਣਨ ਦੇ ਵਿੱਚ? ਅਸੀਂ ਕਿਉਂ ਡਿਲੇ ਕਰਦੇ ਪਏ ਹਾਂ ਪਵਿੱਤਰ ਬਣਨ ਦੇ ਵਿੱਚ? ਅਸੀਂ ਕਿਉਂ ਡਿਲੇ ਕਰਦੇ ਪਏ ਹਾਂ ਨਸ਼ਾ ਛੱਡਣ ਦੇ ਵਿੱਚ? ਅਸੀਂ ਕਿਉਂ ਡਿਲੇ ਕਰਦੇ ਪਏ ਹਾਂ ਬੁਰਾ ਦੇਖਣ ਦੇ ਵਿੱਚ? ਆਜ਼ਾਦ ਹੋਣ ਦੇ ਲਈ ਕਿਉਂ ਡਿਲੇ ਕਰਦੇ ਪਏ ਹਾਂ? ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਸ਼ਬਦ ਆ, ਕਹਿੰਦੇ ਮੈਂ ਖੰਡਨ ਨਹੀਂ ਪੂਰਾ ਕਰਨ ਦੇ ਲਈ ਆਇਆ। ਔਰ ਤੁਹਾਡੇ ਲਈ ਵੀ ਇਹ ਫਰਜ਼ ਆ ਸੀ, ਜੇ ਅਗਰ ਉਹਦੇ ਪੁੱਤਰ ਧੀਆਂ ਆ ਤੇ ਉਹਦਾ ਹੀ ਆਤਮਾ ਸਾਡੇ ਅੰਦਰ ਆ, ਉਹਦਾ ਹੀ ਖੂਨ ਸਾਡੀ ਰਗਾਂ ਦੇ ਵਿੱਚ ਆ, ਉਹਦੇ ਸਾਹ ਦਿੱਤੇ ਅਸੀਂ ਲੈ ਰਹੇ ਹਾਂ। ਬਾਈਬਲ ਕਹਿੰਦਾ ਜਦੋਂ ਉਹਨੇ ਆਦਮ ਬਣਾਇਆ, ਆਦਮ ਦੀ ਨਾਸਾਂ ਦੇ ਵਿੱਚ ਉਹਨੇ ਆਪਣੇ ਸਾਹ ਫੂਕ ਦਿੱਤੇ ਤੇ ਆਦਮ ਜਿਉਂਦੀ ਜਾਨ ਹੋ ਗਿਆ। ਆਦਮ ਜਿਉਂਦੀ ਜਾਨ ਹੋ ਗਿਆ। ਤਾਂ ਜੇ ਉਹਦੇ ਸਾਹ ਸਾਡੇ ਅੰਦਰ ਤੇ ਅਸੀਂ, ਸਾਡੇ ਅੰਦਰ ਨਸ਼ਾ ਕਿੱਦਾਂ ਚਲਾ ਜਾਂਦਾ, ਬੁਰਾਈ ਕਿੱਦਾਂ ਚਲੇ ਜਾਂਦੀ, ਪਾਪ ਕਿੱਦਾਂ ਚਲਾ ਜਾਂਦਾ? ਜਿੱਦਾਂ ਆਦਮ ਦੀ ਜ਼ਿੰਦਗੀ ਦੇ ਵਿੱਚ ਸ਼ੈਤਾਨ ਨੇ ਆਪਣਾ ਅੰਗ ਫਿੱਟ ਕਰ ਦਿੱਤਾ ਸੀ ਵਚਨ ਦੀ ਉਲੰਘਣਾ ਦਾ। ਅੱਜ ਉਹਨੇ ਤੁਹਾਡੇ ਵਿੱਚ ਵੀ ਉਸੇ ਰੀਤੀ ਦੇ ਨਾਲ ਇੱਕ ਅੰਗ ਫਿੱਟ ਕਰ ਦਿੱਤਾ ਹੈ। ਅਸੀਂ ਰੈਗੂਲਰ ਚਰਚ ਆਉਣ ਵਾਲੇ ਆ, ਪ੍ਰਾਰਥਨਾ ਯੋਧਿਆ ਦੀ ਟੀਮ ਦੇ ਵਿੱਚ ਆ, ਪਰ ਇੱਕ ਕਮੀ ਦੇ ਨਾਲ ਗ੍ਰਸਤ ਆ ਔਰ ਉਹੀ ਨਹੀਂ ਛੱਡ ਹੁੰਦੀ। ਉੱਥੇ ਫਾਈਟ ਹੈ, ਉੱਥੇ ਲੜਾਈ ਹੈ ਸਾਡੀ। ਹਾਲੇਲੂਇਆ। ਉੱਥੇ ਅਸੀਂ ਲੜਨਾ ਹੈ। ਯਿਸੂ ਮਸੀਹ ਕਹਿੰਦਾ ਜੇ ਤੁਹਾਡਾ ਧਰਮ ਗ੍ਰੰਥੀਆਂ ਫਰੀਸੀਆਂ ਤੋਂ ਵੱਧ ਕੇ ਨਾ ਹੋਵੇ, ਸਵਰਗ 'ਚ ਕਿਸੇ ਵਿਧ ਨਹੀਂ ਵੜੋਗੇ। ਜੇ ਯਿਸੂ ਮਸੀਹ ਪੂਰਾ ਕਰਨ ਆਏ ਆ ਤੇ ਤੁਹਾਨੂੰ ਤੇ ਮੈਨੂੰ ਵੀ ਪੂਰਾ ਕਰਨਾ ਪੈਣਾ। ਬਾਈਬਲ ਕਹਿੰਦਾ ਜੇ ਕੋਈ ਨਵੇਂ ਸਿਰੇ ਤੋਂ ਜਨਮ ਨਹੀਂ ਲੈਂਦਾ ਉਹ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਜੇ ਕੋਈ ਜਲ ਤੇ ਆਤਮਾ ਦੁਆਰਾ ਬਪਤਿਸਮਾ ਨਹੀਂ ਲੈਂਦਾ ਉਹ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਕਿਉਂ ਡਿਲੇ ਕਰਦੇ ਪਏ ਆ? ਹਾਲੇਲੂਇਆ। ਜਦ ਪਤਾ ਆ, ਬਾਈਬਲ ਕਹਿੰਦਾ ਕਿ ਬਪਤਿਸਮਾ ਲੈ ਬਿਨਾ ਸਵਰਗ 'ਚ ਐਂਟਰੀ ਨਹੀਂ ਆ, ਪਵਿੱਤਰ ਆਤਮਾ ਪਾਏ ਬਿਨਾ ਸਵਰਗ ਦੇ ਵਿੱਚ ਐਂਟਰੀ ਨਹੀਂ ਆ, ਤੇ ਕਿਉਂ ਡਿਲੇ ਕਰਦੇ ਪਏ ਆ? ਕਿਉਂ ਨਹੀਂ ਜ਼ੋਰ ਲਗਾ ਰਹੇ ਆ ਪਵਿੱਤਰ ਆਤਮਾ ਹਾਸਲ ਕਰਨ ਦੇ ਲਈ? ਕਿਉਂ ਨਹੀਂ ਆਪਣੇ ਆਪ ਨੂੰ ਤਿਆਰ ਕਰਦੇ ਆ ਬਪਤਿਸਮਾ ਲੈਣ ਦੇ ਲਈ? ਕਿਉਂ ਡਿਲੇ ਕਰਦੇ ਪਏ ਆ ਜਦ ਪਤਾ ਕਿ ਯਿਸੂ ਮਸੀਹ ਦਾ ਆਉਣਾ ਨਜ਼ਦੀਕ ਹੋ ਗਿਆ ਆ?
क्यों असी डिले करते पे, क्यों असी लेट हैं। हालेलुया। और बाइबल दे विच मैं थोड़ा अगे रैफरेंस तुहानूं देना चाहता। जदों असी योएल नबी दा पुस्तक पढ़ते हैं, मेरे नाल ओपन करिए योएल नबी दा पुस्तक, ओदा 2 नंबर अध्याय और ओदा 28 नंबर पंक्ति तो 31 नंबर पंक्ति तक बाइबल च की लिखिया, सुनदे आ, बड़े ध्यान दे नाल सुनो। लिखिया ए दे मगरों ऐओं होएगा, अंतरे दिनां दियां निशानियां आ, सुनो बड़े ध्यान दे नाल। ਇਹਦੇ मगरों इस तरह होवेगा कि मैं अपना आत्मा सारे शरीरां उत्ते वहावांगा। ये टाइम है पाक रूह नूं हासिल करन दा, ਇਹਦਾ फायदा चक लो, ਇਹਦਾ फायदा चक लो। अंतरे दिनां दे विचों गुजर रहे हैं ते फायदा ले लो और स्वर्ग दे विच जा बढ़ो। तैयारी करो स्वर्ग तक पहुंचण दी, पवित्र आत्मा नूं हासिल करन दी। बाइबल कहंदा अंतरे दिनां च इस तरह होएगा कि मैं अपना आत्मा सारे शरीरां उत्ते वहावांगा अते तुहाडे पुੱਤਰ और तुहाडियां धीआं अगम वाक करनगियां, प्रोफेसिस करनगियां। पर जे वो मेहनत करनगियां तां, मेहनत करनगे तां। और अगे लिखिया तुहाडे बुढ़े सुपने वेखणगे। हालेलुया। और साडे बजुर्ग अज भी दारू पी रहे हैं, साडे बजुर्ग अज भी बीड़ी दे गुलाम बने पे आ। इन्नी क बीड़ी या निक्की जी और एडा वड्डा 5-7 फुट का बंदा बीड़ी का गुलाम बनिया फिरदा, इन्नी क तंबाकू का गुलाम बनिया फिरदा। बड़े शर्म की गल है उस इंसान के लिए जिहड़ा इन्नी क बीड़ी का गुलाम बनिया फिरदा और इन्ने क तंबाकू की पुड़ी का गुलाम बनिया फिरदा और इन्ना 5-5.5 फुट का बंदा। हालेलुया। बाइबल कहंदा तुहाडे बजुर्ग सपने देखणगे। और अगे बाइबल दे विच लिखिया तुहाडे जवान दर्शन वेखणगे। ते साडे जवान अजकल गंदियां फिल्मां देखण च लगे पे आ। साडे जवान जिहड़े अज दे ਉਹ फनी वीडियोज़ देखण दे विच लगे पे, हासा ठट्टा करन दे विच लगे पे, कुछ देखण च लगे पे, कुछ बनाउण दे विच लगे पे। हालेलुया। कदों वचन पूरा करना? यीशु मसीह कहंदे मैं पूरा करन दे लई आया। और असीं कदों पूरा करना वचन? कदों साडे बजुर्ग दर्शन देखणगे, कदों असीं उन्हां नूं गाइड करांगे, कदों असीं उन्हां नूं सिखावांगे, कदों असीं उन्हां नूं समझावांगे कि नशा करन वाला बंदा स्वर्ग दे विच जा नहीं सकदा। कदों असीं उन्हां नूं वचन तो जाणू करवावांगे, कदों अपने पुੱਤਰ ਧੀਆਂ ਨੂੰ ਕਵਾਂਗੇ कि खुदा दे विच अगे ਵਧੋ। क्योंकि बाइबल कहंदा आ अंतरे दिनां दे विच तुहाडे पुੱਤਰ ते तुहाडीਆਂ ਧੀਆਂ अगम वाक करनगियां। कदों उन्हां नूं समझावांगे, कदों उन्हां नूं इस गाइडलाइन दे विच लैके आवांगे। और माँ बाप कदों अपने जवान बच्चों नूं कहणगे, सिखाणगे कि बाइबल च देखो योएल नबी दी पुस्तक च की लिखिया कि अंतरे दिनां दे विच जवान की करनगे, दर्शन वेखणगे। और अज दा जवान गंदियां फिल्मां देखण दे विच लगा। कदों असीं वचन नूं पूरा करांगे? जे तुसीं एडिक्टेड आ गलत वीडियोज़ देखण दे ते इत्थे तुहाडी फाइट आ शैतान दे नाल, इत्थे तुहाडी लड़ाई आ। मेरा परमेश्वर खुदाबंदी यीशु मसीह तुहानूं शक्ति देवे, तुहानूं बल देवे कि तुसीं अपनी कमजोरी दे उपर अज तो काम करना शुरू करो। हालेलुया। यीशु दे जिंदा नाम च बोलो आमीन। तुहानूं शायद पता नहीं है, शैतान नूं पता है तुहाडी कमजोरी की है। असीं रात नूं सो जांदे हां पर वो फिर भी जागदा रहिंदा आ। वो साडी कमजोरी दे उपर कदों कदों किद्दां वार करना आ, वो सोच विचार करदा, प्लान रचदा आ। हालेलुया। जिहड़े लोग शरीर च भी सो जांदे ते आत्मा च, मैं नहीं कहंदा सोना बुरी गल आ, सोवो पर अपनी पवित्रता दे विच बने रहो। अपनी कमी दे उपर तुसीं भी काम करो। अगर शैतान तुहाडी कमी दे उपर काम करदा आ, बार बार तुहानूं उत्थे गिरांदा, बार बार उत्थे तुहानूं जोर पाउंदा आ, ते तुसीं भी अपनी कमी दे उपर काम करना शुरू करो। तुसीं भी अपनी कमी नूं अपनी ढाल बनाओ, तुसीं भी अपनी कमी नूं अपना जोर बनाओ, तुसीं भी अपनी कमी नूं अपना बल बनाओ और इस्तेमाल करो और शैतान दा डट के सामना करो ते बाइबल कहंदा तुहाडे अगे भज जावेगा यीशु मसीह दे नाम दे विच। बोलो आमीन। हालेलुया। खुदाबंद दे वचन पूरे करने असीं इसलिए धरती दे उपर भेजे गए हैं। धरती दे उपर विआह शादियां बच्चे पैदा करने दे लई नहीं भेजे गए हैं। खुदा दी रज़ा दे विच रहण दे लई भेजे गए हैं। खुदा दे वचन नूं पूरा करन दे लई भेजे गए हैं। अपने सिरजनहार नूं खुश करन दे लई भेजे गए, ना कि किसी इंसान नूं खुश करन दे लई। हालेलुया। और बाइबल अगे कहंदा कि तुहाडे जवान दर्शन देखणगे
ਔਰ ਅੱਜ ਜਦ ਜਵਾਨ ਬਿਸਤਰ ਦੇ ਉੱਪਰ ਜਾਣ ਲੱਗੇ ਕੀ ਸੋਚਦਾ ਆ, ਕੀ ਇਮੈਜੀਨੇਸ਼ਨ ਦੇ ਵਿੱਚ ਜਾਂਦਾ ਆ? ਹਰ ਵਕਤ ਬੁਰੀ ਸੋਚ, ਹਰ ਵਕਤ ਬੁਰੇ ਖਿਆਲ, ਹਰ ਵਕਤ ਫਿਜ਼ੀਕਲ। ਕਿੱਦਾਂ ਅਸੀਂ ਪਵਿੱਤਰ ਦਰਸ਼ਨ ਦੇਖਾਂਗੇ? ਕਿੱਦਾਂ ਅਸੀਂ ਖੁਦਾਵੰਦ ਦੇ ਆਉਣ ਦੇ ਬਾਰੇ ਦੇਖਾਂਗੇ? ਕਿੱਦਾਂ ਅਸੀਂ ਖੁਦਾਵੰਦ ਦਾ ਕੰਮ ਕਰਨ ਦੇ ਬਾਰੇ ਦੇਖਾਂਗੇ? ਕਦੋਂ? ਕਿਉਂ ਅਸੀਂ ਡਿਲੇ ਕਰਦੇ ਪਏ ਹਾਂ? ਕਿਉਂ ਅਸੀਂ ਲੇਟ ਕਰ ਰਹੇ ਪਏ? ਕਿਉਂ ਅਸੀਂ ਆਪਣੀ ਬਰਕਤ ਲੈਣ ਦੇ ਲਈ ਲੇਟ ਹੋ ਰਹੇ ਹਾਂ? ਕਿਉਂ ਅਸੀਂ ਪਾਕ ਰੂਹ ਨੂੰ ਹਾਸਲ ਕਰਨ ਦੇ ਲੇਟ ਹੋ ਰਹੇ ਹਾਂ? ਕਿਉਂ ਜਵਾਨ ਦਰਸ਼ਨ ਦੇਖਣ ਦੇ ਲਈ ਲੇਟ ਆ? ਕਿਉਂ ਅੱਜ ਤੁਹਾਨੂੰ ਦਰਸ਼ਨ ਨਹੀਂ ਆ ਰਹੇ? ਹਾਲੇਲੂਇਆ। ਕਿਉਂ ਅੱਜ ਪਵਿੱਤਰ ਆਤਮਾ ਤੁਹਾਡੇ ਉੱਪਰ ਉਤਰ ਨਹੀਂ ਰਿਹਾ? ਸਮਾਂ ਅੰਤ ਦੇ ਵਿੱਚੋਂ ਗੁਜ਼ਰ ਰਹੇ ਆ, ਕਿਉਂ ਨਹੀਂ ਉਤਰ ਰਹੇ? ਹਾਲੇਲੂਇਆ। ਬਾਈਬਲ ਅੱਗੇ ਕਹਿੰਦਾ, ਨਾਲੇ ਮੈਂ ਦਾਸਾਂ ਅਰਦਾਸੀਆਂ ਉੱਤੇ ਉਹਨੇ ਦਿਨੇ ਆਪਣਾ ਆਤਮਾ ਵਹਾਵਾਂਗਾ। ਮੈਂ ਆਕਾਸ਼ ਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ। ਲਹੂ, ਅੱਗ, ਧੂਏ ਦਾ ਥੰਮ, ਸੂਰਜ ਹਨੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ। ਹਾਲੇਲੂਇਆ। ਅੱਜ ਅਸੀਂ ਦੇਖਦੇ ਹਾਂ ਕੁਝ ਅਦਭੁਤ ਹੀ ਹੋ ਰਿਹਾ ਆਕਾਸ਼ ਦੇ ਵਿੱਚ, ਕੁਝ ਅਦਭੁਤ ਹੋ ਰਿਹਾ ਧਰਤੀ ਦੇ ਉੱਪਰ। ਇਹ ਯਿਸੂ ਮਸੀਹ ਦੇ ਜਿਹੜਾ ਦਿਨ ਆ ਆਉਣ ਦਾ, ਉਹ ਤੋਂ ਪਹਿਲਾਂ ਇਸ ਤਰ੍ਹਾਂ ਹੋਣਾ ਆ। ਬਾਈਬਲ ਕਹਿੰਦਾ, ਯੋਲ ਨਬੀ ਦੇ ਦੁਆਰਾ ਇਹ ਦੱਸ ਦਿੱਤਾ ਗਿਆ। ਹਾਲੇਲੂਇਆ। ਅਸੀਂ ਕਿਉਂ ਡਿਲੇ ਕਰਦੇ ਪਏ? ਕਿਉਂ ਅਸੀਂ ਆਪਣੀ ਕਮੀ ਦੇ ਉੱਪਰ ਕੰਮ ਨਹੀਂ ਕਰਦੇ? ਸ਼ੈਤਾਨ ਸਾਡੀ ਕਮੀ ਦੇ ਉੱਪਰ ਕੰਮ ਕਰਦਾ ਪਿਆ। ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਤੁਹਾਨੂੰ ਹੋਰ ਅੱਗੇ ਥੋੜਾ ਜਿਹਾ ਰੈਫਰੈਂਸ ਦੇਣਾ ਹੈ, ਉਹਦੇ ਵਿੱਚੋਂ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ। ਜਦ ਅਸੀਂ ਰਸੂਲਾਂ ਦੇ ਕਰਤੱਵ ਨੂੰ ਪੜ੍ਹਦੇ ਹਾਂ, ਉਹਦਾ 1 ਨੰਬਰ ਅਧਿਆਇ, ਰਸੂਲਾਂ ਦੇ ਕਰਤੱਵ, ਉਹਦਾ 1 ਨੰਬਰ ਅਧਿਆਇ, ਉਹਦਾ 8 ਨੰਬਰ ਪੰਕਤੀ ਦੇ ਵਿੱਚ ਕੀ ਲਿਖਿਆ? ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਔਰ ਸਾਰੇ ਯਹੂਦੀਆਂ ਤੇ ਸਾਮਰੀਆਂ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਤੁਸੀਂ ਮੇਰੇ ਗਵਾਹ ਹੋਵੋਗੇ। ਬੋਲੋ ਹਾਲੇਲੂਇਆ। ਬਾਈਬਲ ਕਹਿੰਦਾ, ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਪਰ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ। ਇਹ ਯਿਸੂ ਮਸੀਹ ਜਦੋਂ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਤੋਂ ਬਾਅਦ ਲਗਭਗ 40 ਦਿਨ ਧਰਤੀ ਦੇ ਉੱਪਰ ਰਹੇ, ਚੇਲਿਆਂ ਨੂੰ ਨਜ਼ਰ ਆਉਂਦੇ ਰਹੇ, ਵਿਸ਼ਵਾਸੀਆਂ ਨੂੰ ਨਜ਼ਰ ਆਉਂਦੇ ਰਹੇ, ਆਪਣੇ ਪਿਆਰ ਕਰਨ ਵਾਲਿਆਂ ਨੂੰ ਨਜ਼ਰ ਆਉਂਦੇ ਰਹੇ। ਔਰ ਉਸ ਤੋਂ ਬਾਅਦ ਜਦੋਂ ਸਵਰਗ ਦੇ ਵਿੱਚ ਉਠਾਏ ਜਾਣ ਲੱਗੇ, ਉਸ ਟਾਈਮ ਦੀ ਇਹ ਗੱਲ ਆ। ਕਹਿੰਦੇ ਜਦੋਂ ਪਾਕ ਰੂਹ ਤੁਹਾਡੇ ਉੱਪਰ ਆਏਗਾ ਤੇ ਤੁਸੀਂ ਸ਼ਕਤੀ ਪਾਓਗੇ। ਅੱਜ ਅਸੀਂ ਪਵਿੱਤਰ ਆਤਮਾ ਪਾਏ ਹੋਏ ਆ, ਔਰ ਜਦੋਂ ਪਵਿੱਤਰ ਆਤਮਾ ਸਾਨੂੰ ਮਿਲਿਆ ਸੀ ਉਦੋਂ ਹੀ ਅਸੀਂ ਸ਼ਕਤੀ ਪਾਈ ਸੀ। ਹੁਣ ਅੱਜ ਅਸੀਂ ਫਿਰ ਉਹੀ ਗੁਲਾਮੀ ਦੇ ਵਿੱਚ ਚਲੇ ਗਏ। ਅੱਜ ਅਸੀਂ ਉਹੀ ਫਿਰ ਬੁਰਾਈ ਦੇ ਵਿੱਚ ਚਲੇ ਗਏ। ਅੱਜ ਅਸੀਂ ਫਿਰ ਉਹੀ ਪਾਪ ਦੇ ਵਿੱਚ ਚਲੇਂਗੇ ਜਿੱਥੋਂ ਖੁਦਾ ਨੇ ਕੱਢਿਆ ਸੀ। ਅੱਜ ਅਸੀਂ ਫਿਰ ਉਹੀ ਦਲਦਲ ਦੇ ਵਿੱਚ ਧਸ ਗਏ ਆ ਜਿੱਥੋਂ ਖੁਦਾ ਨੇ ਸਾਨੂੰ ਹੱਥ ਫੜ ਕੇ ਬਚਾਇਆ ਸੀ, ਕੱਢਿਆ ਸੀਗਾ। ਹਾਲੇਲੂਇਆ। ਬਾਈਬਲ ਕਹਿੰਦਾ ਕਿ ਜਦ ਤੁਸੀਂ ਪਾਕ ਰੂਹ ਨੂੰ ਹਾਸਲ ਕਰੋਗੇ ਤਾਂ ਤੁਸੀਂ ਸ਼ਕਤੀ ਪਾਓਗੇ, ਮਤਲਬ ਸ਼ੈਤਾਨ ਦਾ ਸਾਹਮਣਾ ਕਰਨ ਜੋਗੇ ਹੋ ਜਾਓਗੇ। ਪਤਰਸ ਸੁਣੇ ਚੇਲੇ ਜਿੰਨੇ ਵੀ ਸੀਗੇ ਕਲਾਮ ਕਰ ਨਹੀਂ ਸਕੇ, ਵਚਨ ਸੁਣਾ ਨਹੀਂ ਸਕੇ, ਡਰਦੇ ਸੀਗੇ। ਜਦੋਂ ਯਿਸੂ ਮਸੀਹ ਸਵਰਗ 'ਚ ਚਲੇ ਗਏ, ਜਿੰਦੇ ਉਠਾਏ ਗਏ, ਉਸ ਤੋਂ ਬਾਅਦ ਉਹ ਕਲਾਮ ਸੁਣਾਉਣ ਤੋਂ ਡਰਦੇ ਸੀਗੇ, ਲੋਕਾਂ ਤੋਂ, ਅਹੁਦੇਦਾਰਾਂ ਤੋਂ। ਪਰ ਜਦੋਂ ਉਹਨਾਂ ਨੇ ਰੂਮ 'ਚ ਬੈਠ ਕੇ ਦੁਆ ਕੀਤੀ ਤਾਂ ਬਾਈਬਲ ਕਹਿੰਦਾ ਉਸ ਰੂਮ ਦੀਆਂ ਨੀਹਾਂ ਹਿੱਲ ਗਈਆਂ ਔਰ ਵੱਡੀ ਹਨੇਰੀ ਆਈ, ਔਰ ਇਸ ਤਰੀਕੇ ਦੇ ਨਾਲ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਉਤਰਿਆ। ਅਲੱਗ-ਅਲੱਗ ਭਾਸ਼ਾ ਬੋਲਣ ਲੱਗ ਗਏ ਉਹ, ਔਰ ਏਦਾਂ ਉਹਨਾਂ ਨੂੰ ਸ਼ਕਤੀ ਮਿਲੀ ਔਰ ਵਚਨ ਸੁਣਾਉਣ ਨੂੰ ਨਿਕਲੇ ਉਹ। ਅਸੀਂ ਕਿਉਂ ਡਿਲੇ ਕਰਦੇ ਪਏ? ਅੱਜ ਅਸੀਂ ਪਾਕ ਰੂਹ ਹਾਸਲ ਕਰਕੇ ਬੈਠੇ ਪਏ ਹਾਂ। ਅੱਜ ਅਸੀਂ ਪਵਿੱਤਰ ਆਤਮਾ ਹਾਸਲ ਕਰਕੇ ਆਪਣੇ ਪਰਿਵਾਰ ਨੂੰ ਵੀ ਨਹੀਂ ਬਚਾ ਸਕ ਰਹੇ। ਅੱਜ ਅਸੀਂ ਪਵਿੱਤਰ ਆਤਮਾ ਪਾਏ ਹੋਏ ਪਰ ਸਾਡੇ ਬੱਚੇ ਦੁਆ ਨਹੀਂ ਕਰ ਰਹੇ। ਅਸੀਂ ਆਪਣੇ ਫਾਦਰ ਸਾਹਿਬ ਨੂੰ ਨਸ਼ੇ ਤੋਂ ਛੁਟਕਾਰਾ ਨਹੀਂ ਦਿਲਾ ਪਾਏ। ਅੱਜ ਅਸੀਂ ਖੁਦ ਡਿਲੀਵਰ ਨਹੀਂ ਹੋ ਪਾਏ ਹਾਂ। ਅਸੀਂ ਫਿਰ ਉਹੀ ਦਲਦਲ ਦੇ ਵਿੱਚ ਚਲੇ ਗਏ ਹਾਂ। ਤੇ ਬਾਈਬਲ ਕੀ ਕਹਿੰਦਾ ਹੈ? ਕਦੋਂ ਆ ਵਚਨ ਤੁਹਾਡੀ ਜ਼ਿੰਦਗੀ 'ਚ ਪੂਰਾ ਹੋਏਗਾ? ਯਿਸੂ ਮਸੀਹ ਕਹਿੰਦੇ ਮੈਂ ਰੱਦ ਕਰਨ ਨਹੀਂ, ਮੈਂ ਖੰਡਨ ਨਹੀਂ ਆਇਆ, ਕਹਿੰਦੇ ਮੈਂ ਪੂਰਾ ਕਰਨ ਦੇ ਲਈ ਆਇਆ। ਤਾਂ ਜੇ ਅਸੀਂ ਉਹਦੇ ਪੁੱਤਰ ਦੀ ਆਇਆ ਤੇ ਅਸੀਂ ਵੀ ਪੂਰਾ ਕਰਨ ਦੇ ਲਈ ਆਏ ਹਾਂ ਜੋ ਤੁਹਾਡੇ ਮੇਰੇ ਹੱਕ ਦੇ ਵਿੱਚ ਲਿਖਿਆ ਹੋਇਆ। ਕਹਿੰਦੇ ਜਦ ਤੁਸੀਂ ਪਵਿੱਤਰ ਆਤਮਾ ਪਾਓਗੇ ਤਾਂ ਸ਼ਕਤੀ ਪਾਓਗੇ। ਅਸੀਂ ਉਹ ਸ਼ਕਤੀ ਹਾਸਲ ਕੀਤੀ ਆ। ਬਾਈਬਲ ਕਹਿੰਦਾ ਜਿਹੜਾ ਤੁਹਾਡੇ ਅੰਦਰ ਆਤਮਾ ਆ, ਉਹ ਜਗਤ ਦੇ ਅੰਦਰ ਜਿਹੜਾ ਆਤਮਾ ਕੰਮ ਕਰਦਾ ਆ, ਔਰ ਤੁਹਾਡੇ ਅੰਦਰ ਜਿਹੜਾ ਆਤਮਾ ਪਾਇਆ ਗਿਆ ਉਹਦੇ ਨਾਲੋਂ ਬਹੁਤ ਪਾਵਰਫੁਲ ਆ। ਸੰਸਾਰ ਦੇ ਅੰਦਰ ਜਿਹੜਾ ਆਤਮਾ ਕੰਮ ਕਰਦਾ ਉਹਦੇ ਨਾਲੋਂ ਕਿੰਨਾ ਹੀ ਪਾਵਰਫੁਲ ਆ ਉਹ ਆਤਮਾ ਜਿਹਦਾ ਨਾਮ ਪਵਿੱਤਰ ਆਤਮਾ।
ਅਸੀਂ ਕਿਉਂ ਸ਼ੈਤਾਨ ਦਾ ਸਾਹਮਣਾ ਨਹੀਂ ਕਰ ਪਾ ਰਹੇ? ਕਿਉਂ ਅੱਜ ਅਸੀਂ ਆਪਣੀ ਕਮੀ ਦੇ ਉੱਪਰ ਕੰਮ ਨਹੀਂ ਕਰ ਪਾ ਰਹੇ? ਸ਼ੈਤਾਨ ਸਾਡੀ ਕਮੀ ਦੇ ਉੱਪਰ ਕੰਮ ਕਰਦਾ, ਸਾਨੂੰ ਬਾਰ-ਬਾਰ ਗਿਰਾ ਰਿਹਾ ਹੈ, ਔਰ ਅਸੀਂ ਆਪਣੀ ਕਮੀ ਦੇ ਉੱਪਰ ਕਿਉਂ ਨਹੀਂ ਕੰਮ ਕਰ ਪਾ ਰਹੇ ਹਾਂ? ਕਿਉਂ ਅਸੀਂ ਡਿਲੇ ਕਰਦੇ ਪਏ? ਕਿਉਂ ਅਸੀਂ ਲੇਟ ਕਰਦੇ ਪਏ? ਅੱਜ ਸਾਨੂੰ ਪਾਸਟਰ ਬਣ ਜਾਣਾ ਚਾਹੀਦਾ ਸੀ, ਅੱਜ ਸਾਨੂੰ ਇਵੈਂਜਲਿਸਟ ਬਣ ਜਾਣਾ ਚਾਹੀਦਾ ਸੀਗਾ, ਅੱਜ ਸਾਨੂੰ ਬਾਈਬਲ ਟੀਚਰ ਬਣ ਜਾਣਾ ਚਾਹੀਦਾ ਸੀਗਾ, ਬਾਈਬਲ ਦੇ ਡੀਪ ਜਾਣ ਵਾਲੇ ਬਣ ਜਾਣਾ ਚਾਹੀਦਾ ਸੀਗਾ, ਪਰ ਅਸੀਂ ਉੱਥੇ ਦੇ ਉੱਥੇ ਬੈਠੇ ਹਾਂ, ਪਵਿੱਤਰ ਆਤਮਾ ਪਾਏ ਹੋਏ ਲੋਕ। ਹਾਲੇਲੂਇਆ। ਕਿਉਂ ਨਹੀਂ ਤੁਸੀਂ ਸਮਝ ਪਾ ਰਹੇ? ਕਦੋਂ ਵਚਨ ਨੂੰ ਪੂਰਾ ਕਰਨਾ? ਤੁਸੀਂ ਖੰਡਦੇ ਪਏ ਆ ਵਚਨ ਨੂੰ, ਤੁਸੀਂ ਰੱਦ ਕਰਦੇ ਪਏ ਆ ਵਚਨ ਨੂੰ। ਅਗਰ ਤੁਸੀਂ ਪੂਰਾ ਨਹੀਂ ਕਰਦੇ ਪਏ ਤੇ ਤੁਸੀਂ ਯਿਸੂ ਮਸੀਹ ਦੇ ਪੁੱਤਰ ਦੀਆਂ ਨਹੀਂ ਕਹਿਲਾ ਸਕਦੇ, ਤੁਸੀਂ ਯਹੋਵਾ ਪਰਮੇਸ਼ਵਰ ਦੇ ਪੁੱਤਰ ਦੀਆਂ ਨਹੀਂ ਕਹਿਲਾ ਸਕਦੇ ਅਗਰ ਤੁਸੀਂ ਵਚਨ ਨੂੰ ਖੰਡਦੇ ਪਏ ਆ। तो यीशु मसीह ने कहा मैं खंडन नहीं, मैं पूरा करन दे लिया है, मैं रद्द करन दे लिए नहीं, मैं पूरा करन दे लिया है। अगर बाइबल च ਅਸੀਂ ਪੜ੍ਹ ਲਿਆ ਆ ਕਿ ਪਵਿੱਤਰਤਾ ਦੇ ਵਿੱਚ ਰਹਿਣਾ ਜ਼ਰੂਰੀ ਆ, ਕਿ ਜਿੱਦਾਂ ਸਾਡਾ ਘੱਲਣ ਵਾਲਾ ਪਵਿੱਤਰ ਆ, ਅਸੀਂ ਵੀ ਪਵਿੱਤਰ ਬਣਨਾ ਆਪਣੇ ਸਾਰੇ ਚਾਲ ਚਲਨ ਦੇ ਵਿੱਚ। ਅਗਰ ਅਸੀਂ ਪਵਿੱਤਰਤਾ ਦੇ ਵਿੱਚ ਬਣੇ ਰਹਿੰਦੇ ਆ ਤੇ ਤਾਂ ਮਤਲਬ ਅਸੀਂ ਵਚਨ ਨੂੰ ਪੂਰਾ ਕਰ ਰਹੇ ਹਾਂ, ਅਸੀਂ ਖੰਡ ਨਹੀਂ ਰਹੇ, ਅਸੀਂ ਰੱਦ ਨਹੀਂ ਕਰਦੇ ਪਏ। ਅਗਰ ਅਸੀਂ ਵਚਨ ਨੂੰ ਸੁਣਨ ਤੋਂ ਬਾਅਦ ਵੀ ਪਵਿੱਤਰਤਾ ਦੇ ਉੱਪਰ ਕੰਮ ਨਹੀਂ ਕਰ ਰਹੇ ਪਏ ਤੇ ਦਾ ਮਤਲਬ ਅਸੀਂ ਵਚਨ ਨੂੰ ਖੰਡਦੇ ਪਏ ਆ, ਰੱਦ ਕਰਦੇ ਪਏ, ਔਰ ਰੱਦ ਕਰਨ ਵਾਲਾ ਸੁਰਗ ਦੇ ਵਿੱਚ ਨਹੀਂ ਗਿਆ। ਹਾਲੇਲੂਇਆ। ਕਿੰਨੇ ਸਮਝ ਪਾ ਰਹੇ ਮੇਰੀ ਗੱਲ ਨੂੰ? ਮੈਂ ਵਿਸ਼ਵਾਸ ਕਰਦਾ ਹਾਂ ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਕਿ ਤੁਸੀਂ ਵਚਨ ਦੇ ਦੁਆਰਾ ਆਸ਼ੀਸ਼ ਨੂੰ ਪ੍ਰਾਪਤ ਕਰ ਰਹੇ ਹੋ। ਜੇ ਸੁਣ ਲਿਆ ਕਿ ਨਸ਼ਾ ਕਰਨ ਵਾਲਾ ਬੰਦਾ ਸਵਰਗ ਦੇ ਵਿੱਚ ਜਾ ਨਹੀਂ ਸਕਦਾ, ਜੇ ਬਾਈਬਲ 'ਚੋਂ ਪੜ੍ਹ ਲਿਆ ਆ ਤਾਂ ਕਿਉਂ ਡਿਲੇ ਕਰਦੇ ਆ? ਕਿਉਂ ਵਚਨ ਨੂੰ ਰੱਦਦੇ ਪਏ ਆ? ਤੇ ਬਾਈਬਲ 'ਚ ਅਗਰ ਲਿਖਿਆ ਝੂਠ ਬੋਲਣ ਵਾਲਾ ਬੰਦਾ ਸਵਰਗ 'ਚ ਜਾ ਨਹੀਂ ਸਕਦਾ, ਜਿਹੜਾ ਝੂਠ ਬੋਲਦਾ ਉਹ ਸ਼ੈਤਾਨ ਆਪਣੇ ਪਿਓ ਤੋਂ ਆ, ਬਾਈਬਲ ਇਦਾਂ ਕਹਿੰਦਾ, ਕਿਉਂਕਿ ਉਹ ਮੁੱਢੋਂ ਝੂਠ ਬੋਲਦਾ ਆਇਆ। ਤਾਂ ਜੇ ਅੱਜ ਅਸੀਂ ਵੀ ਝੂਠ ਬੋਲਦੇ ਪਏ ਆ, ਝੂਠ ਬੋਲ ਕੇ ਪੈਸਾ ਕਮਾ ਰਹੇ ਆ, ਤੇ ਇਹਦਾ ਮਤਲਬ ਕੀ ਆ? ਕਿ ਅਸੀਂ ਵਚਨ ਨੂੰ ਰੱਦ ਕਰਦੇ ਪਏ, ਔਰ ਵਚਨ ਨੂੰ ਰੱਦ ਕਰਨ ਵਾਲਾ ਬੰਦਾ ਸਵਰਗ ਦੇ ਵਿੱਚ ਨਹੀਂ ਗਿਆ, ਔਰ ਨਾ ਹੀ ਜਾ ਸਕਦਾ, ਔਰ ਨਾ ਹੀ ਬਾਈਬਲ ਦੀ ਆਸ਼ੀਸ਼ ਉਹਦੀ ਜ਼ਿੰਦਗੀ 'ਚ ਦੇਖ ਸਕਦੀ ਹੈ। ਹਾਲੇਲੂਇਆ। ਇਹ ਵੰਡੇ ਟੀਵੀ ਦੇ ਮਾਧਿਅਮ ਦੇ ਨਾਲ ਅੱਜ ਪਾਕ ਗੁਰੂ ਤੁਹਾਡੇ ਨਾਲ ਗੱਲ ਕਰ ਰਿਹਾ ਆ। ਸੁਣੋ, ਸਮਝੋ ਵਚਨ ਨੂੰ, ਔਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਟਰੋਂਗ ਡਿਸੀਜਨ ਲਵੋ ਕਿ ਵਚਨ ਨੂੰ ਰੱਦ ਕਰਨ ਵਾਲੇ ਨਹੀਂ ਬਣਨਾ। ਕਿ ਪਤਰਸ ਨੇ ਰੱਦ ਕੀਤਾ, ਉਹ ਜਾਲ ਵਿਛਾ ਰਹੇ ਆਪਣਾ। ਜਦੋਂ ਯਿਸੂ ਮਸੀਹ ਨੇ ਯੂਹੰਨਾ ਤੋਂ ਬਪਤਿਸਮਾ ਲਿਆ ਔਰ ਨਿਕਲ ਗਏ ਸੇਵਕਾਈ ਦੇ ਲਈ, ਪਤਰਸ ਨੂੰ ਮਿਲੇ, ਉਹਦੇ ਭਰਾ ਅੰਦਰੀਆਸ ਨੂੰ ਮਿਲੇ, ਕਹਿੰਦੇ ਆਪਣਾ ਜਾਲ ਧੋ ਰਹੇ ਸੀਗੇ, ਉਹ ਕਹਿੰਦੇ ਯਿਸੂ ਮਸੀਹ ਕਹਿੰਦੇ ਮੇਰੇ ਪਿੱਛੇ ਹੋ ਤੁਰੋ। ਬਾਈਬਲ ਕਹਿੰਦਾ ਉਹਨਾਂ ਨੇ ਜਾਲ ਛੱਡੇ, ਯਿਸੂ ਮਸੀਹ ਦੇ ਪਿੱਛੇ ਹੋ ਤੁਰੇ। ਰੱਦਿਆ ਨੇ ਯਿਸੂ ਮਸੀਹ ਦੀ ਗੱਲ ਨੂੰ, ਯਿਸੂ ਮਸੀਹ ਦੀ ਗੱਲ ਨੂੰ ਰੱਦ ਨਹੀਂ ਕੀਤਾ, ਯਿਸੂ ਮਸੀਹ ਦੀ ਗੱਲ ਨੂੰ ਖੰਡਿਆ ਨਹੀਂ, ਉਹਨਾਂ ਨੇ ਪੂਰਾ ਕੀਤਾ। ਮੱਤੀ ਨੂੰ ਸੱਦਾ ਦਿੱਤਾ, ਮੱਤੀ ਨੂੰ ਯਿਸੂ ਮਸੀਹ ਨੇ ਕਿਹਾ ਮੇਰੇ ਪਿੱਛੇ ਹੋ ਤੁਰੋ, ਉਹਨੇ ਕੋਈ ਸਵਾਲ ਨਹੀਂ ਕੀਤਾ, ਉਹਨੇ ਯਿਸੂ ਮਸੀਹ ਦੇ ਮੂੰਹ ਚੋਂ ਨਿਕਲੇ ਵਚਨ ਨੂੰ ਪੂਰਾ ਕੀਤਾ। ਆ ਵੀ ਵਚਨ ਤੁਹਾਡੇ ਮੇਰੇ ਲਈ ਮੂੰਹ ਦੇ ਵਿੱਚੋਂ ਨਿਕਲੇ ਹੋਏ ਆ ਖੁਦਾ ਬੰਦੇ, ਔਰ ਅਸੀਂ ਕਦੋਂ ਪੂਰੇ ਕਰਨੇ? ਕਿਉਂ ਅਸੀਂ ਡਿਲੇ ਕਰਦੇ ਪਏ? ਕਿਉਂ ਅਸੀਂ ਲੇਟ ਕਰਦੇ ਪਏ ਆ? ਕਿਉਂ ਅਸੀਂ ਡਿਲੇ ਕਰਦੇ ਪਏ ਆ? ਹਾਲੇਲੂਇਆ। ਸੰਤ ਪੌਲ ਨੂੰ ਯਿਸੂ ਮਸੀਹ ਦਾ ਦਰਸ਼ਨ ਹੋਇਆ, ਯਿਸੂ ਮਸੀਹ ਦੀ ਆਵਾਜ਼ ਆਈ ਕਿ ਹੇ ਸੌਲ ਤੂੰ ਮੈਨੂੰ ਕਿਉਂ ਸਤਾਉਂਦਾ ਆ? ਔਰ ਬਾਈਬਲ ਕਹਿੰਦਾ ਜਦੋਂ ਖੁਦਾਵੰਦ ਦੀ ਕਿਰਪਾ ਉਹਦੇ ਉੱਪਰ ਹੋ ਗਈ ਔਰ ਉਹ ਯਿਸੂ ਮਸੀਹ ਦੇ ਕੰਮਾਂ ਨੂੰ ਕਰਨ ਦੇ ਲਈ ਨਿਕਲ ਗਿਆ, ਉਹਨੇ ਡਿਲੇ ਨਹੀਂ ਕੀਤਾ। ਔਰ ਅੱਜ ਸਾਨੂੰ ਸਭ ਕੁਝ ਪਤਾ ਆ ਔਰ ਅਸੀਂ ਡਿਲੇ ਕਰ ਰਹੇ ਹਾਂ। ਸਾਨੂੰ ਪਤਾ ਬਿਨਾ ਪਵਿੱਤਰ ਆਤਮਾ ਦੇ ਸਵਰਗ ਨਹੀਂ ਜਾਇਆ ਜਾ ਸਕਦਾ, ਪਰ ਅਸੀਂ ਡਿਲੇ ਕਰ ਰਹੇ ਹਾਂ। ਅੱਜ ਵੀ ਨਹੀਂ ਪਵਿੱਤਰ ਆਤਮਾ ਮਿਲਿਆ ਸਾਨੂੰ, ਅੱਜ ਵੀ ਅਸੀਂ ਨਸ਼ੇ ਤੋਂ ਆਜ਼ਾਦ ਹਾਂ। ਬਾਈਬਲ ਕਹਿੰਦਾ ਮਸੀਹ ਨੇ ਤੁਹਾਨੂੰ ਆਜ਼ਾਦ ਕਰ ਦਿੱਤਾ, ਮੁੜ ਗੁਲਾਮੀ ਦੇ ਜੂਏ ਹੇਠ ਨਾ ਜਾਓ। ਅਸੀਂ ਪਾਕ ਨੂੰ ਹਾਸਲ ਕੀਤਾ ਜਦੋਂ, ਉਦੋਂ ਤਾਂ ਅਸੀਂ ਆਜ਼ਾਦ ਹੋ ਗਏ, ਪਰ ਅਸੀਂ ਹੁਣ ਫਿਰ ਉਸੇ ਪਾਪ ਦੀ ਦਲਦਲ ਦੇ ਵਿੱਚ ਧੱਸੇ ਪਏ। ਆਜ਼ਾਦ ਹੋਣ ਦੀ ਕੋਸ਼ਿਸ਼ ਕਰਦੇ ਹਾਂ ਪਰ ਨਹੀਂ ਆਜ਼ਾਦੀ ਪ੍ਰਾਪਤ ਕਰ ਪਾ ਰਹੇ। ਕਾਰਨ ਕੀ ਆ? ਆਪਣੀ ਕਮੀ ਦੇ ਉੱਪਰ ਕੰਮ ਨਹੀਂ ਕਰ ਰਹੇ, ਔਰ ਜਿੱਥੇ ਸ਼ੈਤਾਨ ਦਾ ਸਾਹਮਣਾ ਕਰਨਾ ਉੱਥੇ ਕਰ ਨਹੀਂ ਪਾ ਰਹੇ। ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਅੱਗੇ ਲਿਖਿਆ, ਮੈਂ ਤੁਹਾਨੂੰ ਪੜਾਉਣਾ ਚਾਹੁੰਦਾ ਹਾਂ। ਜਦ ਅਸੀਂ ਮੱਤੀ ਦੀ ਅੰਜੀਲ ਉਹਦਾ 9 ਨੰਬਰ ਅਧਿਆਇ ਪੜ੍ਹਦੇ ਹਾਂ, ਖੋਲੋ ਮੇਰੇ ਨਾਲ। ਸੰਤ ਮੱਤੀ ਦੀ ਅੰਜੀਲ ਉਹਦਾ 9 ਨੰਬਰ ਅਧਿਆਇ ਉਹਦਾ 35 ਨੰਬਰ ਪੰਕਤੀ। ਹਾਲੇਲੂਇਆ। ਮੱਤੀ ਦੀ ਅੰਜੀਲ ਉਹਦਾ 9 ਨੰਬਰ ਅਧਿਆਇ ਉਹਦਾ 35 ਨੰਬਰ ਪੰਕਤੀ ਦੇ ਵਿੱਚ ਲਿਖਿਆ, ਸੁਣੋ ਬੜੇ ਧਿਆਨ ਦੇ ਨਾਲ,
ਕਹਿੰਦੇ ਯਿਸੂ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਅਤੇ ਸਾਰੀ ਰੋਗ ਸਾਰੀ ਮੰਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ ਅਤੇ ਜਾਂ ਉਹਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਹਨਾਂ ਉੱਤੇ ਤਰਸ ਆਇਆ ਯਿਸੂ ਮਸੀਹ ਨੂੰ ਲੋਕਾਂ ਦੇ ਉੱਪਰ। ਲਿਖਿਆ ਕਿਉਂ ਜੋ ਉਹਨਾਂ ਭੇਡਾਂ ਵਾਂਗੂ ਸੀਗੇ ਜਿਨ੍ਹਾਂ ਦਾ ਅਜਾਲੀ ਨਾ ਹੋਵੇ। ਉਹ ਲੋਕ ਮਾੜੇ ਹਾਲ ਅਤੇ ਡਾਵਾਡੋਲ ਫਿਰਦੇ ਸੀਗੇ। ਉਹ ਲੋਕ ਖੁਦਾਵੰਦ ਦੇ ਲੋਕ, ਬਾਈਬਲ ਕਹਿੰਦਾ ਉਹ ਇਦਾਂ ਭਟਕੇ ਹੋਏ ਸੀਗੇ ਜਿੱਦਾਂ ਇੱਕ ਭੇਡਾਂ ਹੈਗੀਆਂ ਔਰ ਉਹਨਾਂ ਦਾ ਅਜਾਲੀ ਨਹੀਂ ਆ। ਕੋਈ ਇੱਧਰ ਜਾ ਰਿਹਾ, ਕੋਈ ਉੱਧਰ ਜਾ ਰਿਹਾ, ਕੋਈ ਇੱਧਰ ਕੋਈ ਉੱਧਰ, ਕੋਈ ਮਿਕਸ, ਕੋਈ ਕਿਸ ਤਰੀਕੇ ਦੇ ਨਾਲ। ਕਹਿੰਦੇ ਯਿਸੂ ਮਸੀਹ ਨੂੰ ਤਰਸ ਆਇਆ। ਕਹਿੰਦੇ ਲੋਕ ਇਸ ਰੀਤੀ ਦੇ ਨਾਲ ਸੀਗੇ ਕਿ ਜਿੱਦਾਂ ਉਹਨਾਂ ਦਾ ਕੋਈ ਅਜਾਲੀ ਨਾ ਹੋਵੇ। ਉਹ ਮਾੜੇ ਹਾਲ ਦੇ ਵਿੱਚ ਸੀਗੇ, ਡਾਵਾਡੋਲ ਫਿਰਦੇ ਸੀਗੇ। ਲਿਖਿਆ ਤਦ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਖੇਤੀ ਪੱਕੀ ਹੋਈ ਆ ਤਾਂ ਬਹੁਤ ਆ, ਖੇਤੀ ਪੱਕੀ ਹੋਈ ਤਾਂ ਬਹੁਤ ਆ, ਪਰ ਵਾਢੇ ਥੋੜੇ ਆ। ਹਾਲੇਲੂਇਆ। ਇਹ ਪੱਕੀ ਹੋਈ ਜਿਹੜੇ ਲੋਕ ਆ ਰੈਡੀ ਆ, ਬਸ ਥੋੜਾ ਗਾਈਡੈਂਸ ਦੀ ਜ਼ਰੂਰਤ ਆ ਉਹਨਾਂ ਨੂੰ। ਉਹ ਡਿਲੀਵਰ ਹੋ ਸਕਦੇ ਆ, ਸ਼ੈਤਾਨ ਦੀ ਜੰਗਲ ਚੋਂ ਆਜ਼ਾਦ ਹੋ ਸਕਦੇ ਆ, ਬਸ ਅਸੀਂ ਇੰਤਜ਼ਾਰ ਕਰਵਾ ਰਹੇ ਹਾਂ। ਕਿਉਂ ਕਰਵਾ ਰਹੇ ਹਾਂ? ਵਾਈ ਯੂ ਆਰ ਡਿਲੇ? ਕਿਉਂ ਤੁਸੀਂ ਵਾਢੇ ਬਣਨ ਦੇ ਵਿੱਚ ਇੰਤਜ਼ਾਰ ਲਗਾ ਰਹੇ ਆ? ਕਿਉਂ ਤੁਸੀਂ ਇੰਨਾ ਟਾਈਮ ਲਗਾ ਰਹੇ ਆ ਵਾਢੇ ਬਣਨ ਦੇ ਵਿੱਚ? ਜਲਦੀ ਵਾਢੇ ਬਣੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਜਿਹੜੇ ਲੋਕ ਇੱਧਰ ਉੱਧਰ ਫਿਰਦੇ ਪਏ ਆ ਉਹ ਬਿਨਾਂ ਅਜਾਲੀ ਵਾਲੇ, ਤੁਸੀਂ ਉਹਨਾਂ ਦੇ ਅਜਾਲੀ ਬਣੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਬੋਲੋ ਆਮੀਨ, ਹਾਲੇਲੂਇਆ। ਤੁਸੀਂ ਉਹਨਾਂ ਦੇ ਅਜਾਲੀ ਬਣੋ ਔਰ ਉਹਨਾਂ ਦੀ ਕੇਅਰ ਕਰੋ। ਉਹਨਾਂ ਨੂੰ ਸਿਖਾਓ, ਉਹਨਾਂ ਨੂੰ ਦੱਸੋ ਨਸ਼ੇ ਤੋਂ ਕਿੱਦਾਂ ਆਜ਼ਾਦ ਹੋਣਾ, ਪਾਪ ਤੋਂ ਕਿੱਦਾਂ ਆਜ਼ਾਦ ਹੋਣਾ, ਵਿਚਾਰ ਤੋਂ ਕਿੱਦਾਂ ਆਜ਼ਾਦ ਹੋਣਾ, ਗਲਤ ਵੀਡੀਓਜ਼ ਦੇਖਣ ਤੋਂ ਕਿੱਦਾਂ ਛੁਟਕਾਰਾ ਪਾਉਣਾ। ਦੱਸੋ ਉਹਨਾਂ ਨੂੰ, ਸਿਖਾਓ ਉਹਨਾਂ ਨੂੰ। ਤੁਸੀਂ ਅਜਾਲੀ ਬਣੋ, ਤੁਸੀਂ ਵਾਢੇ ਬਣੋ। ਬਾਈਬਲ ਕਹਿੰਦਾ ਖੇਤੀ ਤਾਂ ਪੱਕੀ ਹੋਈ ਬਹੁਤ ਹੈ, ਯਿਸੂ ਮਸੀਹ ਕਹਿੰਦੇ, ਪਰ ਵਾਢੇ ਥੋੜੇ ਆ। ਕਹਿੰਦੇ ਔਰ ਲਿਖਿਆ ਇਸ ਲਈ ਕਹਿੰਦੇ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ। ਹਾਲੇਲੂਇਆ। ਉਹ ਤੁਹਾਨੂੰ ਵਾਢੇ ਬਣਾਵੇ ਔਰ ਤੁਹਾਨੂੰ ਘੱਲੇ ਉਹਨਾਂ ਲੋਕਾਂ ਤੱਕ ਜਿਹੜੇ ਬਿਨਾਂ ਆਜ਼ਾਦੀ ਤੋਂ ਘੁੰਮੇ ਫਿਰਦੇ ਇੱਧਰ ਉੱਧਰ ਔਰ ਛੁਟਕਾਰਾ ਚਾਹੁੰਦੇ ਆ, ਛੁਟਕਾਰਾ ਮਿਲ ਨਹੀਂ ਰਿਹਾ। ਕਦੀ ਇੱਧਰ ਕਦੀ ਉੱਧਰ, ਕਦੀ ਇੱਧਰ ਕਦੀ ਉੱਧਰ। ਜਿੱਥੇ ਦੱਸਦਾ ਉੱਥੇ ਪਹੁੰਚ ਗਏ, ਜਿੱਥੇ ਦੱਸਦਾ ਉੱਥੇ ਪਹੁੰਚ ਗਏ। ਹਾਲੇਲੂਇਆ। ਕਦੋਂ ਅਸੀਂ ਵਾਢੇ ਬਣਨਾ? ਕਦੋਂ ਅਸੀਂ ਲੋਕਾਂ ਨੂੰ ਸਿਖਾਉਣ ਵਾਲੇ ਬਣਨਾ? ਸੰਤ ਪੌਲ ਕਹਿੰਦੇ ਆ ਕਿੰਨਾ ਟਾਈਮ ਰੋਟੀ ਖਾਈ ਜਾਣੀ, ਦੁੱਧ ਪੀ ਜਾਣਾ। ਕਹਿੰਦੇ ਰੋਟੀ ਖਾਣ ਵਾਲੇ ਬਣੋ। ਅੱਜ ਵੀ ਅਸੀਂ ਦੁੱਧ ਪੀਣ ਵਾਲੇ ਬਣੇ ਰਹਿਣਾ, ਅੱਜ ਵੀ ਅਸੀਂ ਵਿਸ਼ਵਾਸੀ ਬਣੇ ਰਹਿਣਾ, ਅੱਜ ਵੀ ਅਸੀਂ ਸੰਗਤ ਦੇ ਵਿੱਚ ਬੈਠੇ ਰਹਿਣਾ ਪਵਿੱਤਰ ਆਤਮਾ ਹਾਸਲ ਕਰਕੇ। ਹਾਲੇਲੂਇਆ। ਕਦੋਂ ਅਸੀਂ ਤਰੱਕੀ ਕਰਨੀ? ਕਦੋਂ ਅਸੀਂ ਰੋਟੀ ਖਾਣ ਵਾਲੇ ਬਣਨਾ? ਕਦੋਂ ਅਸੀਂ ਦੁੱਧ ਪੀਂਦੇ ਬੱਚੇ ਹੀ ਬਣੇ ਰਹਿਣਾ ਹੈ? ਕਦੋਂ ਅਸੀਂ ਤਰੱਕੀ ਕਰਾਂਗੇ ਆਪਣੇ ਜੀਵਨ ਦੇ ਵਿੱਚ? ਕਦੋਂ ਅਸੀਂ ਆਪਣੇ ਸਿਰਜਣਹਾਰ ਨੂੰ ਖੁਸ਼ ਕਰਾਂਗੇ ਉਹਦੇ ਵਚਨ ਨੂੰ ਪੂਰਾ ਕਰਕੇ? ਕਦੋਂ ਅਸੀਂ ਧਰਤੀ ਦੇ ਬੰਨੇ ਬੰਨੇ ਤੀਕ ਖੁਦਾਵੰਦ ਦੇ ਕਲਾਮ ਨੂੰ ਲੈ ਕੇ ਜਾਵਾਂਗੇ? ਅਗਰ ਅਸੀਂ ਨਹੀਂ ਲੈ ਕੇ ਜਾਂਦੇ, ਅਗਰ ਅਸੀਂ ਪਵਿੱਤਰ ਆਤਮਾ ਨਹੀਂ ਹਾਸਲ ਕਰਦੇ, ਅਗਰ ਅਸੀਂ ਬਪਤਿਸਮਾ ਨਹੀਂ ਲੈ ਰਹੇ, ਇਹਦਾ ਮਤਲਬ ਅਸੀਂ ਉਹਦੇ ਵਚਨ ਨੂੰ ਖੰਡਦੇ ਪਏ ਹਾਂ, ਵਚਨ ਨੂੰ ਰੱਦ ਕਰਦੇ ਪਏ ਹਾਂ। ਔਰ ਵਚਨ ਨੂੰ ਰੱਦ ਕਰਨ ਵਾਲਾ ਬੰਦਾ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਇਹ ਮੇਰੀ ਗੱਲ ਯਾਦ ਰੱਖਣਾ। ਪਤਾ ਬਪਤਿਸਮਾ ਲੈਣਾ ਜ਼ਰੂਰੀ ਆ, ਕਿਉਂ ਨਹੀਂ ਲੈ ਰਹੇ? ਪਤਾ ਪਾਕ ਰੂਹ ਹਾਸਲ ਕਰਨਾ ਜ਼ਰੂਰੀ, ਕਿਉਂ ਨਹੀਂ ਹਾਸਲ ਕਰ ਰਹੇ? ਪਤਾ ਪਵਿੱਤਰਤਾ ਦੇ ਵਿੱਚ ਰਹਿਣਾ, ਖੁਦਾਵੰਦ ਦੀ ਰਜ਼ਾ ਦੇ ਵਿੱਚ ਰਹਿਣਾ ਔਰ ਬਰਕਤਾਂ ਨੂੰ ਹਾਸਲ ਕਰਨ ਦੇ ਬਰਾਬਰ ਆ, ਤੇ ਕਿਉਂ ਨਹੀਂ ਕਰ ਪਾ ਰਹੇ? ਪਤਾ ਆ ਬਾਈਬਲ ਪੜ੍ਹਨਾ ਜ਼ਰੂਰੀ ਆ, ਰੋਜ਼ ਕਿਉਂ ਨਹੀਂ ਪੜ੍ਹਦੇ? ਪਤਾ ਆ ਦੁਆ ਕਰਨਾ ਬਹੁਤ ਜ਼ਰੂਰੀ ਆ, ਰੋਜ਼ ਆਤਮਾ ਦੀ ਖੁਰਾਕ ਆ, ਕਿਉਂ ਨਹੀਂ ਲੈਂਦੇ ਰੋਜ਼? ਪਤਾ ਆ ਖੁਦਾਵੰਦ ਦੇ ਨਾਲ ਸਮੇਂ ਬਿਤਾਉਣਾ ਜ਼ਰੂਰੀ ਆ, ਕਿਉਂ ਨਹੀਂ ਬਿਤਾ ਰਹੇ? ਕਿਉਂ ਡਿਲੇ ਕਰਦੇ ਪਏ? ਕਿਉਂ ਆਪਣੀ ਆਸ਼ੀਸ਼ਾਂ ਨੂੰ ਲੇਟ ਕਰਦੇ? ਕਿਉਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਖਰਾਬ ਕਰਦੇ ਪਏ? ਕਹਿੰਦੇ ਪਿਓਵਾਂ ਨੇ ਖੱਟੇ ਅੰਗੂਰ ਖਾਦੇ ਤੇ ਬੱਚਿਆਂ ਦੇ ਦੰਦ ਖੱਟੇ ਹੋ ਗਏ। ਖੱਟੇ ਅੰਗੂਰ ਪਿਓਵਾਂ ਨੇ ਖਾਦੇ, ਬੱਚਿਆਂ ਦੇ ਦੰਦ ਖੱਟੇ ਹੋ ਗਏ। ਤੁਸੀਂ ਧਰਮੀ ਬਣੋ ਤਾਂ ਜੋ ਤੁਹਾਡੀ ਔਲਾਦ ਵੀ ਧਰਮੀ ਹੋਵੇ, ਤਾਂ ਜੋ ਤੁਹਾਡਾ ਕੀਤਾ ਉਹਨਾਂ ਦੇ ਅੱਗੇ ਆਵੇ ਧਰਮ, ਨਾ ਕਿ ਪਾਪ, ਨਾ ਕਿ ਬੁਰਾਈ, ਨਾ ਕਿ ਗਲਤ ਕੰਮ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਇਹਨਾਂ ਵਚਨਾਂ ਦੇ ਨਾਲ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਹੁਣ ਅਸੀਂ ਡਿਲੇ ਨਹੀਂ ਕਰਨਾ, ਹੁਣ ਅਸੀਂ ਝਟਪਟ ਖੁਦਾਵੰਦ ਦੇ ਵਚਨ ਨੂੰ ਪੂਰਾ ਕਰਨਾ। ਜਿਹਦੇ ਵਚਨ ਦੇ ਬਾਰੇ ਕੁਝ ਜਾਣਕਾਰੀ ਮਿਲਦੀ ਹੈ ਉਸੇ ਟਾਈਮ ਵਚਨ ਨੂੰ ਪੂਰਾ ਕਰੋ। ਜੇ ਬਪਤਿਸਮਾ ਨਹੀਂ ਲਏ ਹੋਏ ਆ, ਅੱਜ ਹੀ ਤਿਆਰੀ ਕਰੋ ਬਪਤਿਸਮਾ ਲੈਣ ਦੀ। ਜੇ ਪਵਿੱਤਰ ਆਤਮਾ ਨਹੀਂ ਹਾਸਲ ਕਰ ਪਾਏ ਆ, ਅੱਜ ਹੀ ਤਿਆਰੀ ਕਰੋ ਪਵਿੱਤਰ ਆਤਮਾ ਹਾਸਲ ਕਰਨ ਦੀ।
ਪਵਿੱਤਰਤਾ ਦੇ ਵਿੱਚ ਰਹੋ, ਪ੍ਰਾਰਥਨਾ ਦੇ ਵਿੱਚ ਜ਼ਿਆਦਾ ਰਹੋ, ਫਾਸਟਿੰਗ ਜ਼ਿਆਦਾ ਕਰੋ ਔਰ ਪਵਿੱਤਰ ਆਤਮਾ ਨੂੰ ਹਾਸਲ ਕਰੋ। ਔਰ ਬਾਈਬਲ ਕਹਿੰਦਾ ਜਦ ਤੁਸੀਂ ਪਵਿੱਤਰ ਆਤਮਾ ਹਾਸਲ ਕਰੋਗੇ ਸ਼ਕਤੀ ਪ੍ਰਾਪਤ ਕਰੋਗੇ ਔਰ ਸ਼ੈਤਾਨ ਦਾ ਡਟ ਕੇ ਸਾਹਮਣਾ ਕਰੋਗੇ। ਹਾਲੇਲੂਇਆ। ਅਸੀਂ ਸ਼ਕਤੀ ਪ੍ਰਾਪਤ ਕੀਤੀ ਨੇ ਕਈ ਲੋਕਾਂ ਨੇ ਔਰ ਸ਼ੈਤਾਨ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੋ ਗਏ ਆ, ਇਸੇ ਲਈ ਡਿੱਗ ਜਾਂਦੇ ਆ, ਇਸੇ ਲਈ ਕਮਜ਼ੋਰ ਪੈ ਜਾਂਦੇ ਕਿਉਂਕਿ ਸ਼ਕਤੀ ਨਹੀਂ ਅੰਦਰ। ਬਾਈਬਲ ਕਹਿੰਦਾ ਤੁਹਾਡੇ ਅੰਦਰ ਜਿਹੜਾ ਆਤਮਾ ਆ ਉਹ ਸ਼ੈਤਾਨ ਦੀ ਆਤਮਾ ਨਾਲੋਂ ਬਹੁਤ ਮਜ਼ਬੂਤ ਆ, ਸਟਰੋਂਗ ਆ, ਹੈਵੀ ਆ। ਹਾਲੇਲੂਇਆ। ਕਿੰਨੇ ਸਮਝ ਪਾ ਰਹੇ ਆ। ਔਰ ਬਾਈਬਲ ਦੇ ਵਿੱਚ ਅੱਗੇ ਲਿਖਿਆ ਕਹਿੰਦੇ ਮਸੀਹ ਨੇ ਸਾਨੂੰ ਆਜ਼ਾਦ ਕਰ ਦਿੱਤਾ ਹੈ, ਮੁੜ ਗੁਲਾਮੀ ਦੇ ਜੂਏ ਹੇਠ ਅਸੀਂ ਨਾ ਜਾਈਏ। ਹੁਣ ਸਾਨੂੰ ਗੁਲਾਮੀ ਦੇ ਜੂਏ ਹੇਠ ਜਾਣ ਦੀ ਜ਼ਰੂਰਤ ਨਹੀਂ ਹੈ, ਸ਼ੈਤਾਨ ਦੀ ਗੁਲਾਮੀ ਕਰਨ ਦੀ ਜ਼ਰੂਰਤ ਨਹੀਂ ਹੈ, ਮੋਬਾਈਲ ਦੀ ਗੁਲਾਮੀ ਕਰਨ ਦੀ ਜ਼ਰੂਰਤ ਨਹੀਂ ਹੈ, ਸੋਸ਼ਲ ਮੀਡੀਆ ਦੀ ਗੁਲਾਮੀ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਨਾ ਸਾਨੂੰ ਚਲਾਵੇ, ਅਸੀਂ ਇਹਨੂੰ ਚਲਾਈਏ ਆਪਣੇ ਹਿਸਾਬ ਦੇ ਨਾਲ ਜਿੰਨੀ ਜ਼ਰੂਰਤ ਹੈ ਸਾਨੂੰ। ਹਾਲੇਲੂਇਆ। ਖੁਦਾਵੰਦ ਇਸ ਕਲਾਮ ਦੇ ਦੁਆਰਾ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਮਿਲੇ। ਅਗਰ ਤੁਸੀਂ ਪ੍ਰਾਰਥਨਾ ਨਿਵੇਦਨ ਭੇਜਣਾ ਚਾਹੁੰਦੇ ਹੋ ਤੁਸੀਂ ਭੇਜ ਸਕਦੇ ਹੋ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਆਪਣੇ ਆਪ ਨੂੰ ਤਿਆਰ ਕਰੋ, ਇਸ ਵਚਨ ਦੇ ਉੱਪਰ ਮਨਨ ਕਰੋ, ਇਸ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਦਿਓ, ਤਿਆਰ ਕਰੋ ਆਪਣੇ ਆਪ ਨੂੰ ਵਚਨ ਦੇ ਉੱਪਰ ਅਮਲ ਕਰਨ ਦੇ ਲਈ। ਡਿਲੇ ਨਹੀਂ ਕਰਨਾ। ਹੁਣ ਮੇਰੀ ਗੱਲ ਯਾਦ ਰੱਖਣਾ, ਡਿਲੇ ਨਹੀਂ ਕਰਨਾ, ਲੇਟ ਨਹੀਂ ਕਰਨਾ। ਜਿਸ ਤਰ੍ਹਾਂ ਹੀ ਪਤਾ ਲੱਗਦਾ ਆ, ਅਗਰ ਜਵਾਨੀ ਦੇ ਦਿਨਾਂ ਦੇ ਵਿੱਚੋਂ ਲੰਘ ਰਹੇ ਆ ਤੇ ਬਾਈਬਲ ਕਹਿੰਦਾ ਜਵਾਨੀ ਦੇ ਦਿਨਾਂ 'ਚ ਆਪਣੇ ਕਰਤਾਰ ਨੂੰ ਚੇਤੇ ਰੱਖ। ਬਾਈਬਲ ਤਾਂ ਇਹ ਵੀ ਕਹਿੰਦਾ ਕਿ ਜਿੱਦਾਂ ਤੇਰਾ ਦਿਲ ਕਹਿੰਦਾ ਉੱਦਾਂ ਚੱਲ, ਪਰ ਬਾਈਬਲ ਇੱਕ ਥਾਂ ਤੇ ਇਹ ਵੀ ਕਹਿੰਦਾ ਕਿ ਦਿਲ ਸਾਰਿਆਂ ਨਾਲੋਂ ਧੋਖੇਬਾਜ਼ ਹੈ। ਤੇ ਬਾਈਬਲ ਕਹਿੰਦਾ ਜਿੱਦਾਂ ਤੇਰਾ ਦਿਲ ਕਹਿੰਦਾ, ਤੇਰਾ ਦਿਲ ਪਰਚਾਉਂਦਾ ਉੱਦਾਂ ਤੂੰ ਕਰ, ਪਰ ਇੰਨਾ ਯਾਦ ਰੱਖੀ ਤੇਰਾ ਨਿਆਂ ਹੋਣਾ ਹਰ ਇੱਕ ਗੱਲ ਦਾ। ਹਾਲੇਲੂਇਆ। ਹਰ ਇੱਕ ਗੱਲ ਦਾ ਕਹਿੰਦੇ ਨਿਆਂ ਹੋਣਾ ਆ ਔਰ ਸਾਨੂੰ ਜ਼ਰੂਰਤ ਆ ਇਹਨਾਂ ਗੱਲਾਂ ਦੇ ਉੱਪਰ ਗੌਰ ਕਰਨ ਦੀ। ਵਚਨ ਨੂੰ ਖੰਡਣਾ ਨਹੀਂ ਆ, ਵਚਨ ਨੂੰ ਰੱਦ ਨਹੀਂ ਕਰਨਾ, ਵਚਨ ਨੂੰ ਪੂਰਾ ਕਰਨਾ। ਹਾਲੇਲੂਇਆ। ਯਿਸੂ ਮਸੀਹ ਦੇ ਹੱਕ ਦੇ ਵਿੱਚ ਜਿਹੜੇ ਵਰਡ ਬੋਲ ਦਿੱਤੇ ਗਏ ਸੀਗੇ ਵਚਨ ਦੇ ਵਿੱਚ, ਯਿਸੂ ਮਸੀਹ ਨੇ ਉਹਨਾਂ ਨੂੰ ਪੂਰਾ ਕੀਤਾ ਆਪਣੇ ਹੱਕ ਦੇ ਵਿੱਚ। ਔਰ ਬਾਈਬਲ ਤੁਹਾਡੇ ਮੇਰੇ ਹੱਕ ਦੇ ਵਿੱਚ ਲਿਖੀ ਗਈ ਆ ਔਰ ਅੱਜ ਅਸੀਂ ਇਹਨੂੰ ਵੀ ਪੂਰਾ ਕਰਨਾ, ਇਹਨੂੰ ਰੱਦਣਾ ਨਹੀਂ ਆ, ਇਹਨੂੰ ਅਸੀਂ ਇਗਨੋਰ ਨਹੀਂ ਕਰਨਾ, ਇਹਨੂੰ ਅਸੀਂ ਪੂਰਾ ਕਰਨਾ ਹੈ। ਜੇ ਅਸੀਂ ਰੱਦ ਕਰਦੇ ਹਾਂ, ਸ਼ੈਤਾਨ ਰੱਦ ਕਰਦਾ ਆ ਬਾਈਬਲ ਦੇ ਵਰਡਸ ਨੂੰ, ਯਾਦ ਰੱਖਣਾ। ਤਾਂ ਜੇ ਅਸੀਂ ਵੀ ਰੱਦ ਕਰਦੇ ਹਾਂ ਤੇ ਇਹਦਾ ਮਤਲਬ ਉਹਦਾ ਅੰਗ ਸਾਡੇ ਅੰਦਰ ਹੈ। ਅਗਰ ਅਸੀਂ ਵਚਨ ਨੂੰ ਪੂਰਾ ਕਰਦੇ ਤੇ ਇਹਦਾ ਮਤਲਬ ਅਸੀਂ ਖੁਦਾਵੰਦ ਦੀਆਂ ਗੱਲਾਂ ਨੂੰ ਪੂਰਾ ਕਰ ਰਹੇ ਔਰ ਅਸੀਂ ਉਹਦੀ ਔਲਾਦ ਹਾਂ। ਅਸੀਂ ਰੱਦ ਕਰਨ ਵਾਲੇ ਨਹੀਂ, ਅਸੀਂ ਪੂਰਾ ਕਰਨ ਵਾਲੇ ਔਰ ਅਸੀਂ ਵੀ ਪ੍ਰੈਕਟੀਕਲ ਕਰਨ ਵਾਲੇ ਹੋਣਾ। ਮੂੰਹ ਤੋਂ ਕਹਿਣ ਵਾਲੇ ਨਹੀਂ, ਹਾਂ ਪ੍ਰਭੂ ਮੈਂ ਤੈਨੂੰ ਬਹੁਤ ਪਿਆਰ ਕਰਦਾ, ਆਈ ਲਵ ਯੂ ਜੀਸਸ ਕਹਿਣ ਵਾਲੇ ਸਵਰਗ ਨਹੀਂ ਜਾਣਗੇ। ਮੇਰੀ ਗੱਲ ਯਾਦ ਰੱਖਣਾ। ਜਿਹੜੇ ਲੋਕ ਵਚਨ ਨੂੰ ਪੂਰਾ ਕਰਦੇ ਆ, ਪਾਕ ਰੂਹ ਹਾਸਲ ਕੀਤੇ ਹੋਇਆ, ਬੈਪਟਾਈਜ਼ ਹੋਏ ਆ, ਅੱਗ ਔਰ ਪਾਣੀ ਦਾ ਬਪਤਿਸਮਾ ਲਏ ਹੋਇਆ, ਉਹ ਲੋਕ ਸਵਰਗ ਦੇ ਵਿੱਚ ਜਾਣਗੇ। ਆਈ ਲਵ ਯੂ ਜੀਸਸ ਕਹਿਣ ਵਾਲੇ ਨਹੀਂ ਜਾਣਗੇ। ਇਹ ਮੇਰੀ ਗੱਲ ਯਾਦ ਰੱਖਣਾ, ਕਿਉਂਕਿ ਬਾਈਬਲ ਕਹਿੰਦਾ ਤੁਹਾਡੇ ਦਿਲ ਮੇਰੇ ਤੋਂ ਦੂਰ ਆ, ਤੁਸੀਂ ਸਿਰਫ ਬੁੱਲਾਂ ਨਾਲ ਹੀ ਕਹਿੰਦੇ ਪਏ ਆ। ਉਹ ਲੋਕ ਸਵਰਗ 'ਚ ਨਹੀਂ ਜਾਣਗੇ। ਸਾਬਿਤ ਕਰੋ ਕਿ ਹਾਂ ਖੁਦਾਵੰਦ ਨੂੰ ਪਿਆਰ ਕਰਦੇ। ਕਿੱਦਾਂ ਸਾਬਿਤ ਕਰੋਗੇ? ਜਦੋਂ ਉਹਦੀਆਂ ਗੱਲਾਂ ਨੂੰ ਮੰਨੋਗੇ, ਫਿਰ ਸਾਬਿਤ ਹੁੰਦਾ ਆ। ਹਾਲੇਲੂਇਆ। ਮੈਂ ਜਦੋਂ ਟੀਮ ਨੂੰ ਕੋਈ ਗੱਲ ਆਖਦਾ ਆ ਜਾਂ ਕੋਈ ਕੰਮ ਕਹਿੰਦਾ, ਜਦੋਂ ਪੂਰਾ ਕਰਦੇ ਆ ਤਾਂ ਫਿਰ ਮੈਨੂੰ ਪਤਾ ਲੱਗਦਾ ਕਿ ਉਹ ਮੇਰੀ ਅਧੀਨਗੀ ਦੇ ਵਿੱਚ ਆ, ਪਵਿੱਤਰ ਆਤਮਾ ਦੀ ਅਧੀਨਗੀ ਦੇ ਵਿੱਚ ਆ ਔਰ ਉਹ ਗੱਲਾਂ ਨੂੰ ਪੂਰਾ ਕਰਨ ਵਾਲੇ ਆ, ਉਹ ਸਾਬਿਤ ਕਰਦੇ ਆ, ਉਹ ਰੱਦਦੇ ਨਹੀਂ ਆ ਮੇਰੀਆਂ ਗੱਲਾਂ ਨੂੰ, ਉਹ ਪੂਰਾ ਕਰਦੇ ਆ। ਉਹਨਾਂ ਨੂੰ ਪਤਾ ਆ ਔਰ ਅੱਜ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਖੰਡਨ ਨਹੀਂ, ਰੱਦ ਕਰਨ ਨਹੀਂ, ਇਗਨੋਰ ਕਰਨ ਨਹੀਂ, ਅਸੀਂ ਪੂਰਾ ਕਰਨ ਦੇ ਲਈ ਆਏ ਹਾਂ। ਅਗਰ ਤੁਸੀਂ ਮਾਂ-ਬਾਪ, ਅਗਰ ਤੁਹਾਡੇ ਬੱਚੇ ਤੁਹਾਡਾ ਕਹਿਣਾ ਨਾ ਮੰਨੇ ਤਾਂ ਕਿੰਨਾ ਬੁਰਾ ਲੱਗਦਾ ਤੁਹਾਨੂੰ। ਹਾਲੇਲੂਇਆ। ਤੇ ਯਿਸੂ ਮਸੀਹ ਵੀ ਇਹੀ ਗੱਲ ਚਾਹੁੰਦੇ ਆ ਕਿ ਤੁਸੀਂ ਉਹਦੀਆਂ ਗੱਲਾਂ ਨੂੰ ਮੰਨੋ। ਉਹ ਸਾਡਾ ਬਾਪ ਆ, ਉਹਦੀਆਂ ਗੱਲਾਂ ਨੂੰ ਪੂਰਾ ਕਰੋ। ਬੱਚਾ ਅਗਰ ਕਹਿਣੇ ਘਰ ਦੇ ਵਿੱਚ ਰਹਿੰਦਾ ਆ, ਸਾਡੀਆਂ ਗੱਲਾਂ ਨੂੰ ਮੰਨਦਾ ਆ ਮਾਂ-ਬਾਪ ਦੀ, ਤੇ ਮਾਂ-ਬਾਪ ਦਾ ਜਿਹੜਾ ਦਿਲ ਆ ਬਹੁਤ ਖੁਸ਼ ਹੁੰਦਾ ਉਸ ਬੱਚੇ ਤੋਂ। ਔਰ ਉਸ ਤੋਂ ਵੱਧ ਕੇ ਸਵਰਗੀ ਪਿਤਾ ਕਹਿੰਦੇ ਤੁਸੀਂ ਬੁਰੇ ਹੋ ਕੇ ਅਗਰ ਆਪਣੇ ਬਾਲਕਾਂ ਨੂੰ ਚੰਗੀਆਂ ਵਸਤਾਂ ਦੇਣੀਆਂ ਜਾਣਦੇ ਆ ਤਾਂ ਮੈਂ ਤੁਹਾਡਾ ਸਵਰਗੀ ਪਿਤਾ ਕਿਉਂ ਨਾ ਤੁਹਾਡੇ ਆਪਣੇ ਮੰਗਣ ਵਾਲਿਆਂ ਨੂੰ ਪਾਕ ਰੂਹ ਦੇਵਾਂਗਾ।
क्यों ना अपने मंगण वालियां नूं धरती दीयां बरकतां दऊंगा, स्वर्ग दीयां बरकतां दऊंगा, क्यों ना दवांगा। मंगो तो सही, जितो तो सही। जितण वाला हकदार आ, हारन वाला नहीं। जितण वाला इनाम का हकदार आ, हारन वाला नहीं है। इस गल का ध्यान रखना। बोलो हालेलुया। खुदावंद तुहानूं इस कलाम के द्वारा और इन्हां गल्लां के द्वारा बहुत ज़्यादा आशीष और बरकत देवे। अपनी प्रार्थना निवेदन तुसीं भेज सकते आ। मैं थोड़ा समा होर तुहाडे नाल आ, फिर तुहाडे लई प्रार्थना करते हैं। एस्टर, हाँ एस्टर, ओके। प्रे फॉर माई हसबैंड। एस्टर, मैं तुहाडे लई दुआ मंगदा तुहाडे हसबैंड दे लई। तुसीं अपने हसबैंड दे लई प्रार्थना करन दे लई बोलिया आ। एस्टर, अपनी अखां नूं बंद करो, विश्वास दे विच वाधा करो। बाइबल कहंदा धरती दे उपर एक जां दो जन जदों एक मन हो जांदे आ, किसी विषय दे लई प्रार्थना करदे हो, विषय पूरा हो जांदा। मैं एस्टर तुहाडे नाल एक मन है, तुसीं मेरे नाल एक मन हो जाओ और आपां एक मन दे नाल खुदाबंद दे अगे विनती करदे हां तुहाडे हसबैंड दे लई। खुदाबंद उन्हां दे मन नूं बदले, उन्हां दी जिंदगी नूं बदले, उन्हां नूं वड्डियां बरकतां देण। और जो कुछ भी तुसीं चाहते, सिर्फ तुसीं यही लिखिया कि प्रेयर फॉर माई हसबैंड। हुण मैनूं नहीं पता तुसीं काहदे लई प्रेयर कराना चाहुंदे आ, कि वो नशे दे विच आ, कि वो बुराई दे विच आ, कि वो काहदे विच, काहदे लई तुसीं प्रार्थना कराउणा चाहुंदे, मैनूं इहदे बारे नहीं पता। लेकिन बाइबल ये कहंदा कि खुदाबंद यीशु मसीह साडे दिलां ते गुरदियां नूं जांचण वाले परमेश्वर आ। ਜਦੋਂ भी प्रेयर रिक्वेस्ट भेजनी है कंप्लीट करके भेजनी है, तां जो मैं उस मैटर के उपर तुहाडे लई दुआ कर सकां। हुण मैं खुदाबंद दे हत्थां दे विच देना है तुहाडे हसबैंड नूं, उहदे लई दुआ करदे हां। आइए अपनी अखां नूं बंद करिए। सच्चा जिंदा मेहरबान खुदाबंद पिता परमेश्वर प्रभु यीशु मसीह दे जिंदा नाम च असीं प्रार्थना करदे हां प्रभु जी, तुहाडी बेटी एस्टर दे लई जिन्हां ने प्रार्थना निवेदन भेजिया है अपने हसबैंड दे लई, और खुदाबंद जिस रीति दे नाल भी उन्होंने प्रार्थना भेजिया आ, खुदाबंद जिस भी परेशानी दे नाल उन्हां दे हसबैंड जूझ रहे आ, खुदाबंद यीशु मसीह दे नाम च वो फ्री कर दिते जान, डिलीवर कर दिते जान और बरकतां नूं हासिल करन मेरे प्रभु जी। तुहाडे वल्लों दया दृष्टि उन्हां दी जिंदगी दे विच आवे, अपना सज्जा हत्थ वधाओ ते अपने बच्चों नूं डिलीवर करो, फ्री करो मेरे खुदाबंद जी। और खुदाबंद तुहाडी बेटी एस्टर दे हसबैंड नूं मैं तुहाडे हत्थां 'च देना प्रभु यीशु मसीह दे लहू 'च कवर करदा प्रभु जी, तुहाडी योजना उन्हां दे जीवन 'च पूरी होवे। धन्नवाद करदे हां प्रार्थना नूं सुणन दे लई, बरकत देण दे लई, यीशु मसीह दे नाम विच मंगदे ते ग्रहण करदे हां, आमीन। मे गॉड ब्लेस। खुदाबंद तुहानूं बहुत आशीष और बरकत देवे। कोई होर जन अगर प्रार्थना करवाउणा चाहुंदा ते दस सकदा आ, अपना प्रार्थना निवेदन भेज सकदे आ तां जो मैं तुहाडे लई प्रार्थना करां जल्दी जल्दी। थैंक यू जीसस। कोई होर जन? Thank you, Father. Thank you, Lord Jesus. Glory, Father, Lord Jesus. तारीफ हो मेरे परमेश्वर पिता, खुदाबंद यीशु दे जिंदा नाम दे विच तुहाडा धन्नवाद। अगर कोई प्रार्थना कराना चाहुंदा ते अपना प्रार्थना रिक्वेस्ट सेंड कर सकदा है और बाद विच मैं उहदे लई प्रार्थना कर देवांगा। और आइए अपनी अखां नूं बंद करिए, जिन्हें प्रार्थना नूं सुन रहे हैं आखिरी प्रार्थना दे विच चलदे हैं, वचन दे लई प्रार्थना करदे हैं। सच्चा जीवित मेहरबान खुदाबंद पिता परमेश्वर प्रभु यीशु मसीह दे जिंदा नाम च तुहाडा धन्नवाद करदे हां खुदा बाप जी, इस बहुत ही मुबारक समय दे लई जो साडी जिंदगियां च बख्शिया सी, तुहाडा धन्नवाद करदे हां। और अज दे वचन दे लई धन्नवाद करदे हां जो पाक रूह दे वसीले दे नाल वचन दा तर्जमा कीता गया, तुहाडे लोकां ने सुनिया समझिया ते हां ते आमीन दे नाल ग्रहण कीता मेरे प्रभु जी। और अज दा वचन जिन्नियां लोकां तक पहुंचिया आशीष और बरकत और वड्डी तब्दीली दा कारण बने मेरे प्रभु जी। अज दे वचन दा बीज साडे दिलां दी चंगी जमीन ते जाके डिगे ते 100 गुणा फलदायक होवे प्रभु। और अज दा वचन सानू इटरनल हील करे खुदावंद, क्योंकि बाइबल कहंदा वचन सुनते सुनते लोग चंगे हो जाते हैं। होण दिओ यीशु मसीह दे नाम दे विच मेरे प्रभु, तुहाडे लोग चंगे होण, फ्री होण, आजाद होण और नवा बल हासिल करन मेरे प्रभु जी। ये वचन नूं खंडण वाले नहीं, वचन नूं रद्द करन वाले नहीं, वचन नूं पूरा करन वाले बन जाण मेरे प्रभु। जिस तरह तुसीं आख दिता है खुदावंद जी, तुहाडे मूँह चों निकले होए शब्द तुसीं कह दिता कि मैं तुरेत ते नबियां नूं रद्द करन नहीं, खंडण नहीं, मैं उन्हां दीयां गल्लां नूं पूरा करन दे लई आया। और मेरे प्रभु हाँ, तुसीं उन्हां दी गल्लां नूं पूरा भी कीता मेरे प्रभु। और हाँ खुदावंद, अपने लोगों नूं वड्डा बल बख्शो कि जो साडे हक दे विच बाइबल च लिखिया है खुदावंद, सानू भी बल दिओ कि असीं भी उहनूं रद्द करन वाले नहीं, पूरा करन वाले बन जाइए मेरे प्रभु जी। धन्नवाद करदे हां सारियां गल्लां बातां दे लई। प्रार्थना नूं खुदावंद यीशु मसीह दे नाम विच मंगदे ते ग्रहण करदे हां, आमीन। मे गॉड ब्लेस। खुदावंद तुहानूं सारियां नूं बहुत आशीष और बरकत देवे। अपना ख्याल रखना, प्रार्थना दे विच बने रहो और बाइबल पढ़न दे विच बने रहो। हाँ, प्रार्थना रिक्वेस्ट ओके, जल्दी बोलो। हाँ जी, किहनां दी प्रार्थना रिक्वेस्ट है? जल्दी जल्दी जल्दी। थैंक यू फादर, लॉर्ड जीसस।
किशोर कुलकर्णी, हाँ हाँ, प्रेयर कीजिए जी सर मेरे लिए। ओके, किशोर आपके लिए प्रार्थना करते हैं। हाँ ओके, किशोर ਦੇ ਲਈ ਦੁਆ ਕਰਦੇ ਆ। ਫਿਰ ਉਹੀ ਤੁਸੀਂ ਪ੍ਰਾਰਥਨਾ ਪੂਰਾ ਜ਼ਰੂਰ ਭੇਜਿਆ ਕਰੋ। ਕਾਹਦੇ ਲਈ ਤੁਸੀਂ ਪ੍ਰਾਰਥਨਾ ਕਰਾਉਣੀ ਚਾਹੁੰਦੀ ਹੈ? ओके, मेरी लेफ्ट लेग और लेफ्ट हैंड इज नॉट वर्किंग प्रॉपरली। ओके ओके किशोर, ਤੁਹਾਡੇ ਲਈ ਦੁਆ ਕਰਦੇ ਆ। ਠੀਕ ਹੈ, ਗੁੱਡ ਹੈ। ਤੁਸੀਂ ਪ੍ਰੇਅਰ ਰਿਕੁਐਸਟ ਅੱਛੀ ਰੀਤੀ ਦੇ ਨਾਲ ਭੇਜੀ ਹੈ। ਮੈਨੂੰ ਸਮਝ ਆ ਗਿਆ ਕਿ ਤੁਹਾਡਾ ਇੱਕ ਲੈਗ ਔਰ ਤੁਹਾਡਾ ਹੈਂਡ ਜਿਹੜਾ ਹੈ ਅੱਛੀ ਰੀਤੀ ਦੇ ਨਾਲ ਕੰਮ ਨਹੀਂ ਕਰ ਰਿਹਾ ਹੈ। ਔਰ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਪਣੀ ਅੱਖਾਂ ਨੂੰ ਬੰਦ ਕਰੀਏ, ਮੈਂ ਤੁਹਾਡੇ ਲਈ ਦੁਆ ਮੰਗਦਾ। खुदावंद प्रभु यीशु मसीह ਦੇ ਜ਼ਿੰਦਾ ਨਾਮ 'ਚ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ। ਇੱਕ ਵਾਰ ਫਿਰ ਤੋਂ ਯੀਸ਼ੂ ਮਸੀਹ ਦਾ ਵਸੀਲਾ ਦੇ ਕੇ ਖੁਦਾਵੰਦ ਮੈਂ ਖੁਦਾਵੰਦ ਕਿਸ਼ੋਰ ਨੂੰ ਤੁਹਾਡੇ ਕਦਮਾਂ ਦੇ ਵਿੱਚ ਲੈ ਕੇ ਆਉਣਾ ਆ। ਖੁਦਾਵੰਦ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਣਾ। ਔਰ ਮੇਰੇ ਪਰਮੇਸ਼ਵਰ ਪਿਤਾ ਚਾਹੁੰਦਾ ਆ ਜੋ ਉਹਨਾਂ ਨੇ ਪ੍ਰਾਰਥਨਾ ਨਿਵੇਦਨ ਭੇਜਿਆ ਆ ਕਿ ਉਹਨਾਂ ਦੇ ਇੱਕ ਲੈਗ ਔਰ ਇੱਕ ਹੈਂਡ ਜਿਹੜਾ ਆ ਪ੍ਰੋਪਰ ਵਰਕ ਨਹੀਂ ਕਰ ਰਿਹਾ, ਵੀਕ ਆ, ਨਸਾਂ ਦੀ ਕਮਜ਼ੋਰੀ ਆ। ਮੈਂ ਖੁਦਾਵੰਦ ਪਵਿੱਤਰ ਬਾਈਬਲ ਦੇ ਅਨੁਸਾਰ ਤੁਹਾਡਾ ਦਾਸ ਹੋਣ ਦੇ ਨਾਤੇ ਖੁਦਾਵੰਦ ਇਹਨਾਂ ਦੇ ਲਈ ਪ੍ਰਾਰਥਨਾ ਕਰਦਾ। ਬਾਈਬਲ ਕਹਿੰਦਾ ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਮੰਦਗੀਆਂ ਤੇ ਰੋਗਾਂ ਬਿਮਾਰੀਆਂ ਤੋਂ ਛੂ ਕੇ ਚੰਗਾ ਕਰਦਾ। ਮੈਂ ਉਹਨਾਂ ਕਮਜ਼ੋਰ ਨਸਾਂ ਦੇ ਉੱਪਰ ਪ੍ਰਭੂ ਯਿਸੂ ਮਸੀਹ ਦੇ ਲਹੂ ਨੂੰ ਅਪਲਾਈ ਕਰ ਦਿੰਦਾ ਪ੍ਰਭੂ। ਇਹਨਾਂ ਦੇ ਹੱਥ ਦੇ ਉੱਪਰ, ਇਹਨਾਂ ਦੇ ਬਾਜੂ ਦੇ ਉੱਪਰ, ਇਹਨਾਂ ਦੀ ਲੈਗਸ ਦੇ ਉੱਪਰ ਯਿਸੂ ਦੇ ਉਸ ਲਹੂ ਨੂੰ ਲਗਾ ਦੇਣਾ ਜਿਹੜਾ ਕਲਵਰੀ ਕਰੂਸ ਦੇ ਉੱਪਰ ਖੁਦਾਵੰਦ ਤੁਹਾਡੇ ਲੋਕਾਂ ਦੇ ਲਈ ਬਹਾਇਆ ਗਿਆ, ਉਹਨਾਂ ਨੂੰ ਹੀਲ ਕਰਨ ਦੇ ਲਈ, ਉਹਨਾਂ ਨੂੰ ਚੰਗਾ ਕਰਨ ਦੇ ਲਈ, ਉਹਨਾਂ ਨੂੰ ਡਿਲੀਵਰ ਕਰਨ ਦੇ ਲਈ ਬਹਾਇਆ ਗਿਆ। ਮੈਂ ਯਿਸੂ ਮਸੀਹ ਦੇ ਨਾਮ 'ਚ ਬੜੇ ਵਿਸ਼ਵਾਸ ਦੇ ਨਾਲ ਖੁਦਾਵੰਦ ਇਹਨਾਂ ਦੇ ਹੈਂਡਸ ਦੇ ਉੱਪਰ, ਇਹਨਾਂ ਦੀ ਬਾਜੂ ਦੇ ਉੱਪਰ, ਇਹਨਾਂ ਦੀ ਲੱਤ ਦੇ ਉੱਪਰ ਲਗਾ ਦੇਣਾ ਹੈ ਪ੍ਰਭੂ ਜੀ। ਔਰ ਚੰਗਾਈ ਦੀ ਘੋਸ਼ਣਾ ਕਰ ਦੇਣਾ। ਬੰਦ ਨਸਾਂ ਚੱਲ ਪੈਣ ਯਿਸੂ ਮਸੀਹ ਦੇ ਨਾਮ 'ਚ। ਉਹਨਾਂ ਨਸਾਂ ਦੇ ਵਿੱਚੋਂ ਯਿਸੂ ਮਸੀਹ ਦੇ ਲਹੂ ਨੂੰ ਅਪਲਾਈ ਕਰਦਾ ਹਾਂ ਮੇਰੇ ਪ੍ਰਭੂ ਜੀ। ਹੋਣ ਦਿਓ ਖੁਦਾਵੰਦ। ਅਸੀਂ ਹਾਂ ਤੇ ਆਮੀਨ ਦੇ ਨਾਲ ਇਹਨਾਂ ਦੀ ਚੰਗਾਈ ਨੂੰ ਗ੍ਰਹਿਣ ਕਰਦੇ ਹਾਂ ਔਰ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਖੁਦ ਵੀ ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ ਔਰ ਤੁਹਾਨੂੰ ਫਰਕ ਨਜ਼ਰ ਆਏਗਾ। ਵਿਸ਼ਵਾਸ ਦੇ ਨਾਲ ਗ੍ਰਹਿਣ ਕਰੋ ਚੰਗਾਈ ਨੂੰ। ਔਰ ਜ਼ਰੂਰ ਹੈ ਮੈਂ ਪ੍ਰਾਰਥਨਾ ਕਰਦਾ ब्रदर जेम्स मसीह। ओके की प्रार्थना रिक्वेस्ट भेजे इन्होंने? ब्रदर मेरा बेटा दा बेटी, हाँ फ्यूचर ब्राइट। ओके, बेटी दे फ्यूचर दे ਲਈ ਅਸੀਂ ਪ੍ਰਾਰਥਨਾ ਕਰਦੇ ਹਾਂ। ब्राइट फ्यूचर ਦੇ ਲਈ, अच्छे फ्यूचर ਦੇ ਲਈ। ਮੇਰੀ ਤਾਂ ਦਿਲੋਂ ਇਹੋ ਹੀ ਦੁਆ ਆ ਉਸ ਬੇਟੀ ਦੇ ਲਈ ਕਿ ਖੁਦਾਵੰਦ ਉਸ ਬੇਟੀ ਦਾ ਜਿਹੜਾ ਫਿਊਚਰ ਆ ਅੱਛਾ ਕਰੇ, ਬੈਸਟ ਕਰੇ, ਬੈਟਰ ਕਰੇ, ਗੁੱਡ ਕਰੇ ਔਰ ਖੁਦਾਵੰਦ ਆਪਣੀ ਰਜ਼ਾ ਦੇ ਵਿੱਚ ਬਣਾਈ ਰੱਖੇ। ਮੇਰੀ ਦਿਲੋਂ ਉਸ ਬੇਟੀ ਦੇ ਲਈ ਇਹ ਦੁਆ ਆ। ਜੇਮਸ ਮਸੀਹ, ਮੈਂ ਤੁਹਾਡੀ ਪ੍ਰਾਰਥਨਾ ਨਿਵੇਦਨ ਨੂੰ ਪੜ੍ਹਿਆ ਔਰ ਤੁਹਾਡੇ ਲਈ ਪ੍ਰਾਰਥਨਾ ਕਰਦਾ ਉਸ ਬੇਟੀ ਦੇ ਲਈ ਜਿਹਦੇ ਲਈ ਤੁਸੀਂ ਪ੍ਰਾਰਥਨਾ ਕਰਨ ਦੇ ਲਈ ਮੈਨੂੰ ਬੋਲਿਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਬ੍ਰਦਰ ਜੇਮਸ ਦੇ ਲਈ ਜਿਨ੍ਹਾਂ ਨੇ ਪ੍ਰਾਰਥਨਾ ਨਿਵੇਦਨ ਭੇਜਿਆ ਆ। ਖੁਦਾਵੰਦ ਇਸ ਬੇਟੀ ਦੇ ਲਈ, ਉਹਦੇ ਖੁਦਾਵੰਦ ਆਉਣ ਵਾਲੇ ਸਮੇਂ ਨੂੰ ਮੈਂ ਤੁਹਾਡੇ ਹੱਥਾਂ 'ਚ ਦਿੰਦਾ ਹਾਂ। ਖੁਦਾਵੰਦ ਜਿਸ ਤਰ੍ਹਾਂ ਖੁਦਾਵੰਦ ਤੁਸੀਂ ਆਪਣੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ, ਆਗਿਆਕਾਰੀ ਕਰਨ ਵਾਲਿਆਂ ਦੇ ਲਈ, ਵਚਨ ਨੂੰ ਪੂਰਾ ਕਰਨ ਵਾਲੇ ਦੇ ਲਈ ਜੋ ਬਰਕਤਾਂ ਆਸ਼ੀਸ਼ਾਂ ਰੱਖੀਆਂ ਆ ਖੁਦਾਵੰਦ, ਉਹ ਬਰਕਤਾਂ ਆਸ਼ੀਸ਼ਾਂ ਮੈਂ ਇਸ ਬੇਟੀ ਦੇ ਜੀਵਨ ਦੇ ਵਿੱਚ ਪੂਰੀਆਂ ਹੁੰਦੀਆਂ ਹੋਈਆਂ ਦੇਖਣੀਆਂ ਚਾਹੁੰਦਾ ਮੇਰੇ ਪ੍ਰਭੂ ਜੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਖੁਦਾਵੰਦ ਤੁਹਾਡੀ ਬੇਟੀ ਤੁਹਾਡੇ ਵੱਲੋਂ ਦਿੱਤੀਆਂ ਆਸ਼ੀਸ਼ਾਂ ਦੇ ਨਾਲ ਨਵਾਜ਼ੀ ਚਾਹੇ ਮੇਰੇ ਪ੍ਰਭੂ। ਪ੍ਰੋਟੈਕਟ ਕਰੋ ਆਪਣੀ ਬੱਚੀ ਨੂੰ, ਸੰਭਾਲੋ, ਅੱਛੀ ਸਮਝ ਦਿਓ ਖੁਦਾਵੰਦ ਜੀ ਔਰ ਅੱਛੇ ਫਿਊਚਰ ਦੇ ਲਈ ਮੈਂ ਪ੍ਰਾਰਥਨਾ ਕਰਦਾ ਹਾਂ ਖੁਦਾਵੰਦ। ਤੁਹਾਡੇ ਹੱਥਾਂ 'ਚ ਦਿਨਾ ਪ੍ਰਭੂ ਯਿਸੂ ਮਸੀਹ ਦੇ ਲਹੂ 'ਚ ਪ੍ਰੋਟੈਕਟ ਕਰਦਾ। ਤੁਹਾਡਾ ਨਾਮ ਮਹਿਮਾ ਪਾਵੇ। ਯਿਸੂ ਮਸੀਹ ਦੇ ਨਾਮ ਵਿੱਚ ਬਲੈਸ ਕਰਦੇ ਹੋਏ ਪ੍ਰਾਰਥਨਾ ਨੂੰ ਵੀ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ओके किशोर कुलकर्णी, ओके ਤੁਹਾਨੂੰ WhatsApp ਨੰਬਰ ਸੈਂਡ ਕਰ ਦਿੱਤਾ ਜਾਏਗਾ। ਤੁਸੀਂ ਉਹਦੇ ਉੱਪਰ ਆਪਣੀ ਟੈਸਟੀਮਨੀ ਦੇ ਸਕਦੇ ਆ। ਖੁਦਾਵੰਦ ਤੁਹਾਨੂੰ ਆਸ਼ੀਸ਼ ਦੇਵੇ। ਤੁਸੀਂ ਹੀਲਡ ਆ, ਤੁਸੀਂ ਫਰਕ ਨਜ਼ਰ ਆਊਗਾ ਤੁਹਾਨੂੰ। ਔਰ ਜ਼ਰੂਰ ਆ ਤੁਹਾਡੀਆਂ ਜਿਹੜੀਆਂ ਬੰਦ ਨਸਾਂ ਯਿਸੂ ਮਸੀਹ ਦੇ ਨਾਂ 'ਚ ਚੱਲਣੀਆਂ ਸ਼ੁਰੂ ਹੋਣਗੀਆਂ, ਤੁਹਾਡੀ ਬਾਜੂ ਦੀਆਂ ਔਰ ਤੁਹਾਡੀ ਲੱਤ ਦੀਆਂ। ਇਹ ਵਿਸ਼ਵਾਸ ਆ ਮੇਰਾ। ਔਰ ਤੁਸੀਂ ਤੇ ਮੈਂ ਇੱਕ ਮੰਨਿਆ ਧਰਤੀ ਦੇ ਉੱਪਰ ਇਸ ਵਿਸ਼ੇ ਦੇ ਲਈ ਕਿ ਤੁਹਾਡੀ ਬਾਜੂ ਵੀ ਵਰਕ ਕਰੇ ਔਰ ਤੁਹਾਡਾ ਜਿਹੜੀ ਤੁਹਾਡੀ ਲੱਤ ਹੈ ਜਿਹੜੀ ਪ੍ਰੋਪਰ ਵਰਕ ਨਹੀਂ ਕਰ ਰਹੀ ਉਹ ਵੀ ਅੱਛੀ ਰੀਤੀ ਨਾਲ ਵਰਕ ਕਰੇ। ਦਿਲੋਂ ਇਹ ਮੇਰੀ ਦੁਆ ਹੈ ਤੁਹਾਡੇ ਲਈ। ਔਰ ਮੈਂ ਫਰਦਰ ਆਉਣ ਵਾਲੇ ਟਾਈਮ 'ਚ ਵੀ ਮੈਂ ਤੁਹਾਡੇ ਲਈ ਦੁਆ ਕਰਦਾ ਰਹਾਂਗਾ। ਔਰ ਖੁਦਾਵੰਦ ਤੁਹਾਨੂੰ ਪ੍ਰੋਪਰ ਹੀਲ ਕਰੇ, ਪ੍ਰੋਪਰ ਤੁਹਾਨੂੰ ਤੰਦਰੁਸਤ ਕਰੇ। ਤੁਹਾਡੀਆਂ ਬੰਦ ਨਸਾਂ ਜਿਹੜੀਆਂ ਕਮਜ਼ੋਰ ਨਸਾਂ ਉਹਨਾਂ ਨੂੰ ਤਾਕਤ ਦੇਵੇ ਔਰ ਬੰਦ ਨਸਾਂ ਨੂੰ ਚਲਾਵੇ ਯਿਸੂ ਮਸੀਹ ਦੇ ਨਾਮ ਵਿੱਚ। ਬੋਲੋ ਆਮੀਨ।
खुदा तुहानू सारे नू बहुत आशीष और बरकत देवे। दैट्स क्लियर, ओके। खुदावंद तुहानू सारे नू बहुत आशीष और बरकत देवे। अपने परिवारां च सुरक्षित रहना, प्रार्थना करते रहना, बाइबल नू पढ़ते रहना। वंडर टीवी चैनल के द्वारा इस माध्यम के नाल तुहाडे नाल रूबरू होए हैं। खुदावंद तुहानू सारे नू बहुत आशीष और बरकत देवे। और इस चैनल के द्वारा भी इस टीम नू भी खुदावंद बहुत आशीष और बरकत देवे, जिन्हां दे वसीले दे नाल तुसीं अज दे कलाम नू सुनिया है। खुदावंद दा कलाम बहुत अच्छा है। अच्छी रीति नाल इहनूं सुनना, समझना ते अपनी जिंदगी दे विच अप्लाई करना। खुदावंद तुहानू रिचली ब्लैस करे, रिचली ब्लैस करे। खुदावंद तुहानू तुहाडीआं कमियां कमजोरियां नू दूर करे और तुहानू उस उन्हां बरकतां दे नाल नवाजे जिहड़ियां बाइबल दे विच विश्वासियां दे लई रखियां पईआं, आग्याकारी करन वाले दे लई रखियां होईआं। बाइबल कहंदा अगर तू आग्याकार बनिया रहेगा ते मुबारक होगा तू अंदर जाण च ते बाहर आउण दे विच। मुबारक होणगे तेरे गोले गोलियां, तेरे पुत्तर धीआं, तेरा बिजनेस, तेरा पड़ातरा, तेरा रसोई घर, हर एक चीज़ ब्लैस होएगी। कहंदे अगर तू आग्याकारी दे विच रहेगा। ते आओ अपने मन नू कठोर ना करिए, अपने मन नू नम्र करिए तां जो तुसीं आग्याकारी दे विच रहो। खुदावंद दे वचन नू रद्द नहीं करना, खुदावंद दे वचन नू पूरा करना। वाई यू आर डिले, ਆਪਾਂ क्यों डिले करते पे हाँ? हुण डिले नहीं करना, हुण वचन नू पूरा करना। मेरा परमेश्वर खुदावंद यीशु मसीह दे वसीले दे नाल तुहानू सबना नू अजीब, अनोखी और अद्भुत शांति प्रदान करे। आमीन। मे गॉड ब्लेस। खुदावंद यीशु दे जिंदा नाम च तुहानू सबना नू शांति मिले। आमीन। मे गॉड ब्लेस।